संगत जी वाहिगुरू जी का खालसा वाहिगुरू जी की फतेह। गुरु ग्रंथ साहब जी की चल रही लड़ीवार विचारा विच अज अंक नंबर 1063 तो अगे पाठ करना। मारू राग विच तीजी पातशाही धन धन गुरु अमरदास जी के उच्चारण किए हुए सोहलियां दे पाठ चल रहे हैं, जिस विच 19वें सोहले दे 14 पद्यों तक के पाठ पहला हो चुके हैं। अज अगों पाठ करना है। सतगुर नो सेवे तिस आप मिलाए, ममता काट सच लिव लाए। सदा सच वणंजै व्यापारी, नामो लाहा पाइंदा। सतगुर नो सेवे तिस आप मिलाए, ममता काट सच लिव लाए। सदा सच वणंजै व्यापारी, नामो लाहा पाइंदा। सतगुरु नो सेवे, जो सतगुरु दी सेवा करे, सतगुर नो सेवे, नो दी वजह करके सतगुर दे रारे तो औंकड़ हट गई है। सतगुरु नो सेवे, गुरु दी गल समझ के बुझ के मनन विच ले आए, तिस सतगुरु नो सेवे तिस आप मिलाए। परमात्मा उन्हों आप ही अपने नाल मिला लेंदा है। सतगुरु नो सेवे तिस आप मिलाए, ममता काट सच लिव लाए। ममता नू कट के, ममता ममता की है? मैं मेरी वाली भावना, ए मेरा है, ए भी मैं ले ला, ए भी मैं ले ला। ममता उठदी है तृष्णा तो, भुख तो। मन दे विच जिन्नियां भुखां वन ओ मैं मेरी दी भावनावां नूं वधाउंदी है। गुरु साहब ने देखो ममता दे नाल काट हटा करन सियारी है, कट के। ममता काट, ममता नूं कट के। पाओ ममता ਜਿਹੜੀ है ਉਹ ਬੰਧਨ है, ਉਹ ਬੰਧਨ सच नाल जुड़न नहीं दे रहा। उस ਜਿਹੜੀ ਫਾਹੀ ਪਈ ਹੋਈ ਹੈ, ਜਿਹੜੀ ਮਨ ਦੇ ਵਿੱਚ ਵਿਕਾਰ ਪਨਪ ਰਹੇ, ਜਿਹੜੇ ਮਨ ਦੇ ਵਿੱਚ ਮੈਂ ਮੇਰੀ ਤ੍ਰਿਸ਼ਨਾ ਉਗ ਰਹੀ ਹੈ, पैदा हो रही है। गुरु साहब कह रहे हैं सतगुर नो सेवे तिस आप मिलाए, ममता काट सच लिव लाए। और जिस दे उत्ते इंज समझ लईए, जो सतगुरु दी सेवा विच जुड़ बैठदा है, ममता काट, ਉਹ ਮਮਤਾ ਨੂੰ ਕੱਟ ਲੈਂਦਾ ਹੈ। ਮਮਤਾ ਦੀ ਪਾਹੀ ਉਸਦੇ ਮਨ ਤੋਂ ਉਤਰ ਜਾਂਦੀ ਹੈ, ਕੱਟੀ ਜਾਂਦੀ ਹੈ। ਸੱਚ ਵਿੱਚ, ਸੱਚ ਦੇ ਚੱਚੇ ਨੂੰ ਸਿਹਾਰੀ ਹੈ। ਸੱਚ ਵਿੱਚ ਲਿਵ ਲਾਏ, ਉਹਦੀ ਸੁਰਤ ਸੱਚ ਵਿੱਚ ਜੁੜ ਜਾਂਦੀ ਹੈ। ਭਾਵ ਕਿ ਜਦ ਪਹਿਲਾਂ ਸੱਚ ਵਿੱਚ ਸੁਰਤ ਨਹੀਂ ਜੁੜ ਰਹੀ ਸੀ, ਕਿਉਂ ਨਹੀਂ ਜੁੜ ਰਹੀ ਸੀ? ਕਿਉਂਕਿ ਮਨ ਦੇ ਵਿੱਚ ਤ੍ਰਿਸ਼ਨਾਵਾਂ ਸੀ। ਜਦੋਂ ਤੱਕ ਮਨ ਦੇ ਵਿੱਚੋਂ ਤ੍ਰਿਸ਼ਨਾਵਾਂ ਭੁੱਖਾਂ ਨਹੀਂ ਮਿਟਦੀਆਂ, ਨਹੀਂ ਮੁੱਕਦੀਆਂ, ਤਦ ਤੱਕ ਸੱਚ ਵਿੱਚ सूरत नहीं एक मिक नहीं हो सकती, तब तक सूरत जुड़ नहीं सकती। ममता काट सच लिव लाए, सदा सच वणंजै व्यापारी, नामो लाहा पाइंदा। सदा सच वणंजै व्यापारी। ਅਸੀਂ ध्यान दईए ना, व्यापार ते सारे कर रहे होंदे ने, सारे व्यापार नफे च थोड़ी होंदे ने। दुनियावी तौर ते ਅਸੀਂ तकीए कई व्यापारियों ਨੂੰ व्यापार करने नहीं आते, घाटे पाई जाते हैं। इत्थे गुरु साहब कह रहे हैं सदा सच वणंजै व्यापारी। हुण व्यापार करन दा ढंग आ गया। हुण व्यापार दे विच हुण किहड़ा व्यापार दा गुरु साहब गल कर रहे हैं? सच दे व्यापार दी। सच दा व्यापार की व्यापार है? गुरबाणी पढ़ना, सुनना, समझना, बुझना, मनना, गुरबाणी दे मुताबिक जीवन जीवना, ਉਹ ਅਸਲ ਵਿੱਚ ਸੱਚ ਦਾ ਵਪਾਰ ਹੈ। ਗੁਰਬਾਣੀ ਜੋ ਕਹਿ ਰਹੀ ਹੈ ਉਸ ਮੁਤਾਬਿਕ ਸਾਰੀ ਜ਼ਿੰਦਗੀ ਦੇ ਕਾਰ ਵਿਹਾਰ ਕਰਨਾ, ਉਹ ਵਪਾਰ ਹੈ। ਸਦਾ ਸੱਚ ਵਣੰਜੇ, ਵਣੰਜੇ ਤੋਂ ਕੀ ਭਾਵੇਂ ਵਣਜ ਕਰਨਾ, ਖਰੀਦਣਾ ਤੇ ਵੇਚਣਾ, ਭਾਵ ਕਰਮ ਕਰਨੇ, ਸੁਣਨਾ, ਬੋਲਣਾ, ਤੱਕਣਾ, ਹੱਥੀ ਕਰਮ ਕਰਨਾ, ਆਣਾ ਜਾਣਾ, ਸਰੀਰਿਕ ਤੌਰ ਤੇ, मन दे तौर ते जिन्ने भी कर्म ਹਨ, गुरबाणी दे ज्ञान दे चानण दे आधार ते कर रहा।
ਹੁਣ ਜ਼ਿੰਦਗੀ ਦੀ ਕਾਰਵਾਈ ਗੁਰਬਾਣੀ ਦੇ ਆਧਾਰ ਤੇ ਚੱਲ ਰਹੀ ਹੈ ਤੇ ਨਤੀਜਾ ਕੀ ਨਿਕਲ ਰਿਹਾ ਹੈ? ਨਾਮੋ ਲਾਹਾ ਪਾਇੰਦਾ, ਨਾਮੋ ਲਾਹਾ ਪਾਇੰਦਾ। ਕਹਿੰਦੇ ਫਿਰ ਨਾਮ ਤੋਂ ਲਾਹਾ ਪ੍ਰਾਪਤ ਕਰਦਾ। ਲਾਹਾ ਕਿਹੜਾ ਪ੍ਰਾਪਤ ਕਰਦਾ? ਤੇ ਘਾਟੇ ਕਿਹੜੇ ਪੈ ਰਹੇ ਸੀ ਪਹਿਲੇ ਆਤਮਕ ਜੀਵਨ ਵਿੱਚ ਇੰਜ ਸਮਝੀਏ ਘਾਟੇ ਪੈ ਰਹੇ ਸਨ। ਪਹਿਲੇ ਦੁੱਖ ਸੀ, ਤਕਲੀਫ ਸੀ, ਟੈਨਸ਼ਨਾਂ ਸੀ, ਫਿਕਰ ਸੀਗੇ, ਨਾ ਜਾਣੇ ਕਿੰਨੇ ਮਨ ਨੂੰ ਰੋਗ ਲਾਈ ਬੈਠਾ ਸੀ ਤੇ ਉਹੀਓ ਰੋਗਾਂ ਵਾਲੇ ਕਾਰ ਵਿਹਾਰ ਕਰਕੇ ਹੋਰ ਤੇ ਹੋਰ ਰੋਗ ਅਸੀਂ ਵਧਾਈ ਜਾਂਦੇ ਸੀ। ਹੁਣ ਗੁਰੂ ਦੇ ਸ਼ਬਦ ਨਾਲ ਜੁੜ ਕੇ ਨਾਮੋ ਲਾਹਾ ਪਾਇੰਦਾ, ਹੁਣ ਨਾਮ ਦੇ ਰਾਹੀਂ ਲਾਹਾ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ। ਕਿਹੜਾ ਲਾਹਾ ਮਿਲਿਆ? ਹੁਣ ਜਿਹੜੇ ਘਾਟੇ ਵਾਲੇ ਕੰਮ ਸੀ ਨਾ, ਜਿਹੜੇ ਵਿਕਾਰਾਂ ਦੀ ਗੁਲਾਮੀ ਵਿਚਕਾਰ ਵਿਹਾਰ ਹੁੰਦੇ ਸੀ, ਉਹ ਪਿੱਛੇ ਹੋਣ ਲੱਗ ਗਏ, ਉਹ ਮਨ ਦੇ ਵਿੱਚੋਂ ਨਿਕਲਣ ਲੱਗ ਗਏ, ਦੂਰ ਹੋਣ ਲੱਗ ਗਏ। ਮਨ ਦੀ ਮਾਨੋ ਸਫਾਈ ਹੋਣ ਲੱਗ ਗਈ ਤੇ ਮਨ ਦੇ ਵਿੱਚ ਕੀ ਆ ਕੇ ਵਸਣ ਲੱਗ ਪਿਆ? ਮਨ ਵਿੱਚ ਸੱਚ ਵਸਣ ਲੱਗ ਪਿਆ, ਮਨ ਵਿੱਚ ਜਾਗ੍ਰਿਤੀ ਆਉਣ ਲੱਗ ਪਈ, ਮਨ ਵਿੱਚ ਆਨੰਦ ਆਉਣ ਲੱਗ ਪਿਆ, ਮਨ ਵਿੱਚ ਖੇੜਾ ਆਉਣ ਲੱਗ ਪਿਆ, ਮਨ ਵਿੱਚ ਸ਼ਾਂਤੀ ਆਉਣ ਲੱਗ ਪਈ। ਜਿਹੜੀ ਸ਼ਾਂਤੀ, ਜਿਹੜੇ ਖੇੜੇ, ਜਿਹੜੇ ਆਨੰਦ ਦੇ ਲਈ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਦੌੜ ਭੱਜ ਕਰਦੇ ਹਾਂ ਕਿ ਸਾਨੂੰ ਸੁੱਖ ਮਿਲ ਜਾਏ, ਅਸੀਂ ਪ੍ਰਾਪਤ ਕੀ ਕਰਦੇ ਹਾਂ? ਸਰੀਰਕ ਸੁੱਖ ਤੇ ਮਾਨਸਿਕ ਰੋਗ ਪ੍ਰਾਪਤ ਕਰ ਲੈਂਦੇ ਹਾਂ। ਜਦੋਂ ਤੱਕ ਮਾਇਆ ਦੇ ਪਿੱਛੇ ਦੌੜਦੇ ਹਾਂ, ਸਰੀਰਕ ਸੁੱਖ ਤੇ ਅਸੀਂ ਸ਼ਾਇਦ ਇਕੱਠੇ ਕਰ ਲੈਂਦੇ ਹਾਂ ਤੇ ਮਾਨਸਿਕ ਰੋਗ ਨਾਲ ਇਕੱਠੇ ਕਰੀ ਜਾਂਦੇ ਹਾਂ। ਗੁਰੂ ਸਾਹਿਬ ਕਹਿ ਰਹੇ ਨੇ, ਮੈਂ ਤੈਨੂੰ ਦੱਸਾਂ, ਜਦੋਂ ਤੂੰ ਮਾਨਸਿਕ ਤੌਰ ਤੇ ਆਨੰਦਿਤ ਹੋਏਗਾ, ਸਰੀਰਕ ਤੌਰ ਤੇ ਵੀ ਸੁੱਖ ਆਨੰਦ ਇਕੱਠੇ ਕਰ ਪਾਏਗਾ, ਲੇਕਿਨ ਮਾਨਸਿਕ ਰੋਗ ਜਿਹੜੇ ਨੇ ਉਹਨਾਂ ਦੇ ਬਿਨਾਂ, ਉਹਨਾਂ ਨੂੰ ਗਵਾ ਕੇ, ਤੇ ਗੁਰੂ ਸਾਹਿਬ ਇੱਥੇ ਵੀ ਸਮਝਾਣਾ ਕਰ ਰਹੇ ਹੈਗੇ ਕਿ ਨਾਮੋ ਲਾਹਾ ਪਾਏਗਾ। ਕਹਿੰਦੇ ਨੇ ਫਿਰ ਲਾਹਾ ਹੀ ਲਾਹਾ ਹੈ, ਫਿਰ ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ। ਜੀ ਹਰਵਿੰਦਰ ਜੀ। ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਵੀ ਪ੍ਰਸੰਗ ਚੱਲੀ ਆ ਰਿਹਾ ਸ਼ੁਰੂਆਤ ਤੋਂ, ਵੀ ਉਹ ਰੱਬ ਹੀ ਸਾਰਿਆਂ ਦਾ ਦਾਤਾ ਹੈ। ਫਿਰ ਉਸ ਤੋਂ ਬਾਅਦ ਸਾਨੂੰ ਗੁਰੂ ਵਾਲੇ ਪਾਸੇ ਲੈ ਕੇ ਗਏ ਸੀ। ਕੱਲ ਵੀ ਜਿਹੜਾ ਅਸੀਂ ਦੋ ਬੰਦ ਵਿਚਾਰੇ ਸਨ, ਕਹਿੰਦਾ ਬਿਨ ਸਤਿਗੁਰੂ ਸੇਵੇ ਮੁਕਤ ਨਾ ਹੋਈ। ਗੁਰੂ ਦੀ ਸੇਵਾ ਤੋਂ ਬਿਨਾਂ ਜਿਹੜਾ ਬੰਦਾ ਉਹ ਮੁਕਤ ਹੋ ਨਹੀਂ ਸਕਦਾ। ਫਿਰ ਉਸ ਤੋਂ ਅੱਗੇ ਵੀ ਸੀ, ਬਿਨ ਸਤਿਗੁਰੂ ਸੇਵੇ ਤਿਸ ਮਿਲੇ ਵਡਿਆਈ, ਦਰ ਸੱਚੇ ਸ਼ੋਭਾ ਪਾਏਂਦਾ। ਹੁਣ ਅੱਜ ਗੁਰੂ ਸਾਨੂੰ ਹੋਰ ਅੱਗੇ ਟੋਰਦੇ ਪਏ ਨੇ, ਕਹਿੰਦਾ ਸਤਿਗੁਰੂ ਨੂੰ ਸੇਵੇ ਤਿਸ ਆਪ ਮਿਲਾਏ। ਇੱਕ ਬਾਣੀ ਦਾ ਹੋਰ ਫਰਮਾਨ ਹੈ, ਕਹਿੰਦੇ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ, ਜਿਸ ਜਨ ਹੋਆ ਸਾਧ ਸੰਗ ਤਿਸ ਭੇਟੈ ਹਰ ਰਾਇਆ। ਅਟਲ ਬਚਨ ਔਰ ਰੱਬ ਦਾ ਇੱਕ ਪੱਕਾ ਨਿਯਮ। ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ, ਕਹਿੰਦਾ ਜਿਸ ਜਨ ਹੋਆ ਸਾਧ ਸੰਗ, ਜਿਹਨੂੰ ਸਾਧ ਦਾ ਸੰਗ, ਸਾਧ ਅਸੀਂ ਕਈ ਵਾਰ ਗੁਰੂ ਨੂੰ ਕਹਿੰਦੇ ਪਏ, ਤੇ ਰੈਫਰ ਕਰਨੇ ਪਏ, ਕਹਿੰਦਾ ਜਿਹਨੂੰ ਗੁਰੂ ਮਿਲ ਜਾਏਗਾ ਨਾ, ਉਹਨੂੰ ਪਰਮਾਤਮਾ ਮਿਲ ਹੀ ਜਾਏ, ਉਹਦੀ ਪਰਮਾਤਮਾ ਦੇ ਨਾਲ ਸਾਂਝ ਬਣ ਹੀ ਜਾਏ। ਇੱਥੇ ਕਹਿੰਦੇ ਮੈਂ ਸਤਿਗੁਰੂ ਨੂੰ ਸੇਵੈ ਤਿਸ ਆਪ ਮਿਲਾਏ। ਕਿਉਂਕਿ ਅਸੀਂ ਹੋਰ ਗੱਲ ਕਹਿੰਦੇ ਪਏ ਵੀ ਉਹ ਕਹਿੰਦੇ ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ। ਰੱਬ ਨੇ ਆਪਣੇ ਆਪ ਨੂੰ ਟਿਕਾਇਆ ਕਿੱਥੇ ਹੋਇਆ? ਅਸੀਂ ਕਹਿ ਰਹੇ ਰੱਬ ਬਹੁਤ ਪੱਖੀ ਹੈ, ਔਰ ਹਰ ਥਾਂ ਦੇ ਉੱਤੇ ਪੂਰਨ ਤੌਰ ਤੇ ਵਿਆਪਕ ਹੈ। ਐਸੀ ਕੋਈ ਗੱਲ ਨਹੀਂ ਕਿ ਜੇ ਇੱਕ ਥਾਂ ਦੇ ਹੋ ਗਿਆ ਦੂਜੇ ਥਾਂ ਤੋਂ ਕਿਸੇ ਘੱਟ ਹੋ ਜਾਏਗਾ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ। ਤੇ ਜਿਹਨੇ ਸਤਿਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਇੱਕ ਉਹ ਹੋਰ ਸ਼ਬਦ ਆਉਂਦਾ, ਕਹਿੰਦਾ ਵੀ ਉਹ ਕਹਿੰਦਾ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਨਾਮ ਦਾ ਖਜ਼ਾਨਾ ਕਿਹਦੇ ਕੋਲ ਹੈ? ਸਤਿਗੁਰ ਬੋਲ ਹਰ ਨਾਮ ਕਾ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰੂ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਜਿਹੜੇ ਬੰਦੇ ਸਤਿਗੁਰੂ ਦੀ ਸੇਵਾ ਵਿੱਚ ਜੁੜਦੇ ਨੇ, ਫਿਰ ਅਸੀਂ ਆਮ ਤੌਰ ਤੇ ਬੜਾ ਸੁਖਵਿੰਦਰ ਵੀ ਜੀ ਕੋਟ ਕਰਦੇ, ਸਾਰੇ ਕੋਟ ਕਰਨੇ ਪਏ, ਇਹ ਨਾਮ ਹੀ ਤੇ ਸਾਡਾ ਰੱਬ ਹੈ। ਹਰ ਨਾਮ ਹਮਾਰਾ ਪ੍ਰਭ, ਅਵਗਤ ਅਗੋਚਰ ਅਬਨਾਸ਼ੀ ਪੁਰਖ ਵਿਧਾਤਾ। ਕਹਿੰਦੇ ਸਤਿਗੁਰੂ ਸੇਵੇ ਲੱਗਿਆ ਕੱਢ ਰਤਨ ਦੇਵੇ ਪ੍ਰਗਾਸ। ਨਾਮ ਦਾ ਖਜ਼ਾਨਾ ਕਿਹਦੇ ਕੋਲ ਹੈ? ਕਹਿੰਦਾ ਗੁਰੂ ਕੋਲ ਹੈ। ਨਾਮ ਅਮੋਲਕ ਰਤਨ ਹੈ ਕਿਹਦੇ ਕੋਲ? ਕਹਿੰਦਾ ਪੂਰੇ ਸਤਿਗੁਰ ਪਾਸ। ਸਤਿਗੁਰੂ ਸੇਵੇ ਲੱਗਿਆ, ਜਿਹੜੇ ਬੰਦੇ ਸਤਿਗੁਰੂ ਦੀ ਸੇਵਾ ਕਰਨੀ, ਬਾਣੀ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੰਦੇ ਨੇ, ਉਸ ਤੇ ਚੱਲਣਾ ਸ਼ੁਰੂ ਕਰ ਦੇਣ, ਕਹਿੰਦਾ ਕੱਢ ਰਤਨ ਦੇਵੇ ਪ੍ਰਗਾਸ। ਅਸੀਂ ਨਾਮ ਨੂੰ ਹੀ ਕਹਿ ਰਹੇ ਹਾਂ ਕਿ ਹਰ ਨਾਮ ਹਮਾਰਾ ਪ੍ਰਭ। ਤੇ ਇਹ ਗੁਰੂ, ਇਹ ਸਾਡਾ ਜਿਹੜਾ ਇਹ ਕਾਫੀ ਸਾਰਾ ਜਿਹੜਾ ਬੰਦ ਚੱਲੀ ਜਾਂਦਾ ਪਹਿਲਾਂ ਸੋਹਲਾ ਸਾਹਿਬ ਦੇ, ਗੁਰੂ ਸਾਡੇ ਜੀਵਨ ਵਿੱਚ ਗੁਰੂ ਕਿਤਨਾ ਇੰਪੋਰਟੈਂਟ ਹੈ।
ਵੀ ਜੋ ਸਤਿਗੁਰ ਤੋਂ ਬਿਨਾਂ ਵੀ ਉਹ ਕਹਿੰਦੇ ਗੁਰੂ ਨੂੰ ਮਿਲੇਗਾ ਤੇ ਤੇਰੇ ਕਾਜ ਸਵਰਨਗੇ, ਅਦਰਵਾਈਜ਼ ਤੇਰੇ ਕਾਜ ਸਵਰਨ ਵਾਲੇ ਨੇ ਕਹਿੰਦੇ ਸਤਿਗੁਰੂ ਨੂੰ ਸੇਵ ਹੈ ਉਹ ਰੱਬ ਉਹਨਾਂ ਨੂੰ ਆਪਣੇ ਆਪ ਨਾਲ ਮਿਲਾ ਹੀ ਦਿੰਦਾ, ਅਭੇਦ ਕਰ ਲੈਂਦਾ, ਉਹਨਾਂ ਦਾ ਜੀਵਨ ਐਸਾ ਕਰ ਦਿੰਦਾ ਹੈ। ਕਹਿੰਦਾ ਕਰਦਾ ਕੀ ਹੈ, ਕਹਿੰਦਾ ਮਮਤਾ ਕਾਟ ਸੱਚ ਲਿਵ ਲਾਏ, ਮਮਤਾ ਇਸ ਆਪਣਤ ਮੇਰਾ ਹੈ ਸਨ, ਅਸੀਂ ਕਹਿੰਦੇ ਸਨ ਮੇਰੇ ਬੱਚੇ ਦੇ ਨਾਲ ਵੀ ਮੈਨੂੰ ਲਗਾ ਮੇਰੇ ਆਪਣੇ ਬੱਚੇ ਦੀ ਪਰਵਰਿਸ਼ ਕਰਨੀ ਤੁਹਾਡੀ ਜ਼ਿੰਮੇਵਾਰੀ ਜ਼ਰੂਰ ਹੈ, ਲੇਕਿਨ ਅਸੀਂ ਕਰਨੇ ਕੀ ਆ, ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੈ, ਕਹਿੰਦੇ ਸੂਕਰ ਜੋਨ ਵੱਲ ਉਤਰ, ਆਪਣੇ ਪੁੱਤਰ ਨੂੰ ਪ੍ਰਮੋਟ ਕਰਦਿਆਂ ਹੋਇਆਂ ਜਦੋਂ ਅਸੀਂ ਕਿਸੇ ਹੋਰ ਦੇ ਬੱਚਿਆਂ ਦੀ ਵਾਰੀ ਖੋਹ ਲੈਂਦੇ ਆ ਵੀ ਅੱਛਾ ਕੀਰਤਨ ਹੈ ਤੇ ਮੇਰਾ ਬੇਟਾ ਹੀ ਲਾਸਟ ਸ਼ਬਦ ਪੜ੍ਹ ਲਏਗਾ ਜੀ, ਪਤਾ ਉਸ ਟਾਈਮ ਸਭ ਤੋਂ ਵੱਧ ਸੰਗਤ ਹੁੰਦੀ ਹੈ, ਅੱਛਾ ਅਰਦਾਸ ਮੇਰਾ ਬੱਚਾ ਹੀ ਕਰ ਲਵੇ, ਇਹ ਮਮਤਾ ਸਾਡੇ ਕੋਲ ਕਰਵਾਉਂਦੀ ਪਈ ਹੈ ਵਾਲੇ ਕੰਮ। ਮਾੜੀ ਗੱਲ, ਆਪਣੇ ਬੱਚੇ ਦੀ ਪਰਵਰਿਸ਼ ਕਰਨਾ, ਉਹਦੀ ਜ਼ਿੰਮੇਵਾਰੀ ਚੁੱਕਣੀ ਬਿਲਕੁਲ ਜਾਇਜ਼ ਹੈ। ਅਸੀਂ ਲਾਸਟ ਕੁਝ ਜਿਨ੍ਹਾਂ ਦੇ ਵਿਚਾਰ ਤੋਂ ਮੈਂ ਤਾਂ ਇੱਕ ਚੀਜ਼ ਬੜੀ ਸਿੱਖਣਾ ਪਿਆ ਕਿ ਗੁਰਬਾਣੀ ਦੋਨੋਂ ਪੱਖਾਂ ਨੂੰ ਨਾ ਬਹੁਤ ਨਾਲ ਬੈਲੈਂਸ ਕਰਕੇ ਚੱਲੀ ਜਾਂਦੀ ਵੀ ਦਾਨ ਦੀ ਗੱਲ ਆਈ ਕੱਲ ਤੇ ਦਾਨ ਅੰਦਰ ਵੀ ਬਈ ਉਹ ਬਿਨਾਂ ਪੁੱਛੇ ਨਾ ਕਰੀ, ਬਈ ਅੱਛਾ ਦਾਨ ਨਹੀਂ ਕੀਤਾ ਤੂੰ ਕਿਸੇ ਨੂੰ ਭੁੱਖੇ ਨੂੰ ਦੇ ਕੇ ਵੀ ਦਾਨ ਨਹੀਂ ਕਰਦਾ ਤਾਂ ਵੀ ਮਾੜੀ ਗੱਲ ਹੈ, ਲੇਕਿਨ ਕਹਿੰਦਾ ਸਤਿਗੁਰੂ ਨੂੰ ਪੁੱਛੇ ਤੋਂ ਬਿਨਾਂ ਵੀ ਨਾ ਕਰੀ, ਵੀ ਜੇ ਬੋਲਣ ਦੀ ਗੱਲ ਆਈ ਤਾਂ ਵੀ ਬਈ ਤੂੰ ਜੇ ਚੁੱਪ ਵੀ ਨਾ ਰਹੀ ਲੇਕਿਨ ਬਹੁਤ ਵੀ ਨਾ ਬੋਲੀ। ਗੁਰਬਾਣੀ ਇੱਕ ਨਾ ਕਹਿੰਦਾ ਗੁਰ ਪੂਰੇ ਸੰਜਮ ਕਰ ਦਿਆ ਨਾਨਕ ਤੋਂ ਫਿਰ ਗੁਰੂ ਇੱਕ ਬੈਲੈਂਸਡ ਲਾਈਫ ਜਿਹੜਾ ਹੈ ਨਾ ਉਹਦੀ ਉਹ ਜਿਹੜਾ ਗੁਰੂ ਉਹ ਗੱਲ ਪਿਆ ਕਰਦਾ ਇੱਥੇ, ਤੇ ਕਹਿੰਦਾ ਜਿਹੜਾ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਤਾਂ ਸਾਡੀ ਜ਼ਿੰਮੇਵਾਰੀ ਹੈ, ਲੇਕਿਨ ਆਪਣੇ ਬੱਚਿਆਂ ਨੂੰ ਪ੍ਰਮੋਟ ਕਰਦੇ ਹਾਂ ਅਸੀਂ, ਜਿਹੜਾ ਉਹ ਸਾਰਾ ਸ਼ਬਦ ਹੀ ਐਸਾ ਹੈ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੇ ਜੇ ਮਰੈ, ਅੰਤ ਕਾਲ ਜੋ ਜਿਹੜੇ ਬੰਦੇ ਆਤਮਕ ਤੌਰ ਤੇ ਮਰ ਜਾਂਦੇ ਨੇ ਉਹ ਆਪਣੇ ਜ਼ਮੀਰ ਨੂੰ ਵੇਚ ਕੇ ਅੰਦਰੋਂ ਦੀ ਜਿਹੜਾ ਗੁਰੂ ਅੰਦਰੋਂ ਦੀ ਜੋ ਆਵਾਜ਼ ਦਿੰਦਾ ਹੈ ਉਹਨੂੰ ਦਬਾ ਕੇ ਜਿਹੜੇ ਬੰਦੇ ਕੰਮ ਕਰਦੇ ਨੇ, ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰੇ, ਸਾਨੂੰ ਮਮਤਾ ਪਈ ਹੈ ਸਾਡੇ ਬੱਚਿਆਂ ਵਿੱਚ, ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇ ਜੇ ਮਰੇ, ਗੁਰੂ ਕਹਿੰਦੇ ਤੂੰ ਸੂਰਾਂ ਵਾਲਾ ਜੀਵਨ ਜੀਣਾ ਤੂਨੇ ਹੁਣ ਸ਼ੁਰੂ ਕਰ ਦਿੱਤਾ। ਤੇ ਗੁਰੂ ਕੀ ਕਰਦਾ, ਕਹਿੰਦਾ ਸਾਡੇ ਵਿੱਚੋਂ ਇਹ ਮਮਤਾ ਕੱਟ ਦਿੱਤਾ, ਮਮਤਾ ਕਾਟ ਕਰ ਤੂੰ ਜੋ ਤੇਰੀਆਂ ਡਿਊਟੀਆਂ ਨੇ ਤੂੰ ਜ਼ਰੂਰ ਕਰਨੀਆਂ ਨੇ, ਲੇਕਿਨ ਕਿਸੇ ਦਾ ਹੱਕ ਨਾ ਖਾਈ, ਕਿਸੇ ਦਾ ਜਿਹੜਾ ਨਾ ਕਿਸੇ ਦਾ ਬਣਦਾ ਜੋ ਉਹ ਹੈ, ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਵਰ ਉਸਦਾ, ਜੇ ਭਾਵੇਂ ਆਪਣੇ ਬੱਚੇ ਨੂੰ ਵੀ ਪਿੱਛੇ ਨਾ ਰੱਖੀ, ਆਪਣੇ ਆਪ ਨੂੰ ਬਹੁਤ ਵੱਡਾ ਦਿਖਾਉਣ ਵਾਸਤੇ ਮੇਰੇ ਬੱਚੇ ਨੂੰ ਵੀ ਪਿੱਛੇ ਖਿੱਚ ਲਾਵਾਂ ਨਹੀਂ, ਉਹ ਆਪਣੇ ਬੱਚੇ ਦਾ ਵੀ ਹੱਕ ਨਾ ਮਾਰੀ, ਲੇਕਿਨ ਕਿਸੇ ਹੋਰ ਦੇ ਬੱਚੇ ਦਾ ਵੀ ਹੱਕ, ਕਿਸੇ ਦਾ ਵੀ ਕਿਸੇ ਕੋਈ ਭਾਵੇਂ ਕਾਰੋਬਾਰ ਹੈ ਭਾਵੇਂ ਸੰਸਾਰਿਕ ਤੌਰ ਤੇ ਹੈ, ਵੀ ਉਹ ਗੁਰੂ ਕਹਿੰਦੇ ਸਾਡੇ ਜਿਹੜੇ ਆਪਣਤ ਪੈ ਗਈ ਨਾ ਕਿ ਅਸੀਂ ਕਿਤੇ ਕੋਈ ਦੋ ਬੰਦੇ ਝਗੜਾ ਕਰਦੇ ਹੋ, ਅਸੀਂ ਜਾ ਕੇ ਜੋ ਬੰਦਾ ਸਾਡੇ ਨੇੜੇ ਦਾ ਉਹਦੇ ਨਾਲ ਖਲੋ ਜਾਂਦੇ ਆ, ਬਿਲਕੁਲ ਇਹ ਨਹੀਂ ਦੇਖ ਕੇ ਹੋ ਸਕਦਾ ਕਿ ਮੇਰੇ ਭਰਾ ਦੀ ਗਲਤੀ ਹੋਵੇ, ਮੇਰਾ ਭਰਾ ਹੈ ਮੇਰੇ ਫਰਜ਼ ਨੇ ਜ਼ਰੂਰ ਮੈਂ ਉਹਨੂੰ ਸਾਂਭਾਂਗਾ ਮੇਰੀ, ਲੇਕਿਨ ਇਹਦਾ ਮਤਲਬ ਇਹ ਤੇ ਨਹੀਂ ਕਿ ਭਈ ਉਹਦੀ ਗਲਤੀ ਹੈ ਤਾਂ ਵੀ ਮੈਂ ਉਹ ਮਮਤਾ ਹੈ ਕਿ ਆਪਣਤ ਕਿ ਇਹ ਮੇਰੇ ਜ਼ਿਆਦਾ ਨਜ਼ਦੀਕੀ ਹੈ, ਫਿਰ ਉਹਦੀ ਹਰ ਅਵਗੁਣ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਇਹ ਮਮਤਾ ਦਾ ਕਾਰਜ। ਗੁਰੂ ਕੀ ਕਹਿੰਦਾ ਨਹੀਂ, ਜਿਹੜੇ ਬੰਦੇ ਸਤਿਗੁਰੂ ਦੀ ਸੇਵਾ ਲੱਗਦੇ ਨੇ ਉਹ ਮਾਨੋ ਪਰਮਾਤਮਾ ਦਾ ਸਰੂਪ ਹੋ ਜਾਂਦੇ ਨੇ, ਉਹ ਗੁਰੂ ਉਹਨਾਂ ਦੇ ਜੀਵਨ ਵਿੱਚੋਂ ਮਮਤਾ ਵਾਲਾ ਪੱਖ ਕੱਟ ਦਿੰਦਾ ਹੈ, ਮਮਤਾ ਕਾਟ ਸੱਚ ਲਿਵ ਲਾਏ, ਉਹ ਸੱਚਾ ਪਰਮਾਤਮਾ ਕਹਿ ਲਓ, ਪਰਮਾਤਮਾ ਦੇ ਸਿਧਾਂਤ ਜਿਹੜੇ ਨੇ ਉਹਨਾਂ ਦੇ ਨਾਲ ਉਹਦਾ ਧਿਆਨ ਜਿਹੜਾ ਉਹ ਜੀਵਨ ਦਾ ਹਰ ਕਰਮ ਗੁਰੂ ਨੂੰ ਪੁੱਛ ਕੇ ਕਰੇਗਾ। ਅਸੀਂ ਕੱਲ ਵੀ ਕਹਿ ਰਹੇ ਹਾਂ ਵੀ ਗੁਰਮੁਖ ਹੱਸੈ ਗੁਰਮੁਖ ਰੋਵੇ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ, ਗੁਰੂ ਨੂੰ ਪੁੱਛ ਕੇ ਕਿਤੇ ਤੂੰ ਭਾਵੇਂ ਕ੍ਰਿਕਟ ਖੇਡਣਾ, ਤੈਨੂੰ ਕੀ ਪ੍ਰੋਬਲਮ, ਤੂੰ ਕ੍ਰਿਕਟ ਖੇਡ, ਤੂੰ ਜਾ ਕੇ ਤੂੰ ਬੱਚਿਆਂ ਨਾਲ ਬਗੀਚੇ ਜਾ, ਕੋਈ ਥੋੜਾ ਨਾ ਤੈਨੂੰ ਮਨਾ ਕਹਿੰਦਾ ਵੀ ਤੂੰ ਹੱਸਣਾ, ਕਹਿੰਦਾ ਹੱਸਣਦੇ ਆ, ਖੇਲਣਦੇ ਆ, ਪਹਿਨਦੇ ਆ, ਖਾਵਣਦੇ ਆ, ਵਿੱਚੇ ਹੋਵੇ ਮੁਕਤ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ, ਗੁਰਮਤਿ ਦੇ ਸਿਧਾਂਤ ਨਹੀਂ ਛੱਡ ਦੇ, ਹੱਸਣਾ ਹੀ ਉਹ ਝੁੰਡੀ ਪਾਏ ਰਹਿਣ ਤੇ ਮਰਨੇ ਦੜਦੀ ਬਾਣ ਨਾ ਜਾਈ, ਨਹੀਂ ਉਹ ਗੁਰਮਤਿ ਦਾ ਸਿਧਾਂਤ ਨਹੀਂ, ਲੇਕਿਨ ਕਿਸੇ ਦਾ ਹੱਕ ਮਾਰਨਾ ਜਿਹੜਾ ਨਾ ਉਹ ਗੁਰਮਤਿ ਕਹਿੰਦੀ ਵੀ ਕਮਾ ਪੈਸਾ ਲੇਕਿਨ ਸੰਚੈ ਦਰਬ ਦੇ ਦੁੱਖ ਲੋਗ ਨਾ ਕਰੇ, ਪੈਸਾ ਇਕੱਠਾ ਕਰਦੇ ਆ ਕਿਸੇ ਦਾ ਉਹ ਲੈਂਦਾ ਵੱਧ ਤੂੰ ਆਏ ਤੂੰ ਮਾਇਆ ਕਰੇ ਇਕੱਤ, ਉਹ ਵਾਲਾ ਕੰਮ ਨਾ ਕਰੀ। ਕਹਿੰਦਾ ਵੀ ਮਮਤਾ ਕਾਟ ਸੱਚ ਲਿਵ ਲਾਏ, ਸਦਾ ਸੱਚ ਵਣਜਹਿ ਵਪਾਰੀ, ਐਸੇ ਵਪਾਰੀ ਜਿਹੜੇ ਨੇ ਨਾ ਉਹ ਕੇਵਲ ਤੇ ਕੇਵਲ ਨਾਮ ਦਾ ਵਪਾਰ ਜਿਹੜਾ ਹੈ ਨਾ ਉਹ ਹੀ ਕਰਦੇ ਰਹਿੰਦੇ, ਉਹ ਨਾਮ ਧਨ ਜਿਹੜਾ ਨਾ ਉਹ ਇਕੱਠਾ ਗੁਰੂ ਨੂੰ ਮਿਲੇ ਹੋਏ ਨੇ। ਗੁਰੂ ਸਤਿਗੁਰ ਬੋਲ ਹਰ ਨਾਮ ਦਾ, ਸਤਿਗੁਰ ਕੋਲ ਨਾਮ ਦਾ ਖਜ਼ਾਨਾ ਹੈ, ਤੇ ਉਹ ਗੁਰੂ ਕੋਲੋਂ ਨਾਮ ਦਾ ਖਜ਼ਾਨਾ ਹੈ, ਨਾਮ ਗੁਣ ਸਰੂਪ ਹੈ, ਉਹ ਸਤਿਗੁਰੂ ਕੋਲ ਸਾਰੇ ਗੁਣ ਲੈ ਜਾਂਦੇ ਨੇ, ਇਹੀ ਉਹਨਾਂ ਦੀ ਜੀਵਨ ਦੀ ਭਗਤੀ ਬੰਦੀ ਜਾਂਦੀ ਪਈ ਹੈ। ਕਹਿੰਦੇ ਵੀ ਸਦਾ ਸੱਚ
ਉਹ ਜ਼ਿੰਦਗੀ ਵਿੱਚ ਕੇਵਲ ਉਹ ਸੱਚੇ ਨਾਮ ਦਾ ਹੀ ਵਣਜ ਵਪਾਰ ਜਿਹੜਾ ਨਾ, ਕਿਉਂਕਿ ਉਹ ਕਰਦੇ ਰਹਿੰਦੇ ਨੇ, ਕਹਿੰਦੇ ਨਾਮੋ ਲਾਹਾ ਪਾਇੰਦਾ, ਇਹ ਨਾਮ ਰੂਪੀ ਲਾਹਾ ਹੀ ਉਹ ਆਪਣੇ ਜੀਵਨ ਵਿੱਚ ਹਮੇਸ਼ਾ ਪ੍ਰਾਪਤ ਕਰਦੇ ਰਹਿੰਦੇ ਨੇ। ਹਾਂਜੀ ਜੀ ਧੰਨਵਾਦ ਵੀਰ ਜੀ, ਆਪ ਜੀ ਨੇ ਬੜੀ ਬਰੀਕੀ ਦੇ ਨਾਲ ਬੈਲੈਂਸ ਲਾਈਫ ਗੁਰੂ ਸਾਹਿਬ ਦੇ ਰਹੇ ਹਨ, ਸਮਝਾ ਰਹੇ ਹਨ ਕਿਸ ਤਰੀਕੇ ਦੇ ਨਾਲ ਇੰਜ ਸਮਝ ਲਈਏ ਅਗਨੀ ਦੇ ਕੁੰਡ ਵਿੱਚ ਅਗਨੀ ਤੋਂ ਬਚ ਕੇ ਕਿਸ ਤਰੀਕੇ ਦੇ ਨਾਲ ਸ਼ੀਤਲਤਾ ਦੇ ਨਾਲ ਜਿਉਣਾ ਹੈ। ਬੜੀ ਖੂਬਸੂਰਤੀ ਨਾਲ ਆਪ ਜੀ ਨੇ ਬਿਆਨ ਕੀਤਾ। ਥੈਂਕ ਯੂ ਵੀਰ ਜੀ। ਭੂਆ ਜੀ ਪਲੀਜ਼ ਆਪ ਜੀ ਵਿਚਾਰ ਦਿਆ ਜੀ। ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ, ਮਮਤਾ ਕਾਟ ਸੱਚ ਲਿਵ ਲਾਏ। ਸਤਿਗੁਰ ਨੂੰ ਸੇਵੇ, ਜਿਹੜਾ ਉਹ ਮਨ ਜਦੋਂ ਸਤ ਦੇ ਟੈਕਨੀਕਸ, ਸਤ ਦੇ ਵਿਚਾਰ, ਸੱਚ ਦੇ ਗੁਣਾਂ ਨੂੰ ਮੰਨ ਲੈਂਦਾ ਹੈ ਤੇ ਮਨ ਕੀ ਬਣ ਗਿਆ? ਅਮਲੀ ਬਣ ਗਿਆ, ਮਨ ਨਾਮੀ ਬਣ ਗਿਆ। ਆਟੋਮੈਟਿਕਲੀ ਮਨ ਟਿਊਨਡ ਹੋ ਗਿਆ ਉਸ ਦੇ ਨਾਲ। ਮਿਲਾਏ ਦਾ ਮਤਲਬ ਇਹ ਹੈ ਕਿ ਮਨ ਜਿਹੜਾ ਹੈ ਉਹ ਟਿਊਨਡ ਹੋ ਗਿਆ ਉਸ ਇੱਕ ਦੇ ਨਾਲ। ਮਮਤਾ ਕਾਟ ਸੱਚ ਲਿਵ ਲਾਏ। ਹੁਣ ਮਮਤਾ ਜਿਹੜੀ ਹੈਗੀ ਹੈ ਕਿ ਇਹ ਮੋਹ ਜਿਹੜਾ ਹੈ, ਇੱਕ ਚੀਜ਼ਾਂ ਨੂੰ ਪਾਲਣ ਵਾਸਤੇ ਸਾਨੂੰ ਮਮਤਾ ਦੀ ਲੋੜ ਹੈ, ਬਟ ਵੈਨ ਇਟ ਕ੍ਰੋਸਸ ਦ ਥਿੰਗ, ਫਿਰ ਅਸੀਂ ਉਸਨੂੰ ਕਹਿ ਦਿੰਦੇ ਕਿ ਅਟੈਚਮੈਂਟ, ਵੀ ਕਾਲ ਇਟ ਇਜ਼ ਅ ਪੋਇਜ਼ਨ। ਜਦੋਂ ਇਸ ਕਰਕੇ ਕਿਹਾ ਜਾਂਦਾ ਕਿ ਮਮਤਾ ਕਾਟ, ਕਿਉਂ ਉਸ ਨੂੰ ਖਤਮ ਕਰਨਾ, ਕਿਉਂ ਅਸੀਂ ਉਸਨੂੰ ਤੋੜਨਾ? ਕਿਉਂਕਿ ਹੁਣ ਮਮਤਾ ਹੀ ਤੇ ਪੋਇਜ਼ਨ ਬਣ ਚੁੱਕੀ ਹੈ। ਕਿ ਇਹਨਾਂ ਬੰਧਨਾਂ ਤੋਂ ਟੁੱਟ ਕੇ ਜਦੋਂ ਅਸੀਂ ਟੁੱਟਦਾ ਹੈ ਮਨ, ਤੋਂ ਆਟੋਮੈਟਿਕਲੀ ਸੱਚ ਲਿਵ ਲਾਏ, ਇੱਕ ਦੇ ਨਾਲ ਟਿਊਨਡ ਹੋ ਗਿਆ। ਸਦਾ ਸੱਚ ਵੰਜ ਵਪਾਰੀ, ਜਦੋਂ ਉਹ ਮਨ ਵੰਜ ਕਰਦਾ ਹੈ, ਵਪਾਰ ਕਰਦਾ ਹੈ, ਕਿਸ ਦਾ? ਉਸ ਸੱਚ ਦਾ, ਉਸਦੇ ਨਾਮ ਦਾ, ਉਹਦੇ ਵਿਚਾਰਾਂ ਦਾ, ਉਹਦੇ ਸਿਧਾਂਤਾਂ ਦਾ। ਜਦੋਂ ਉਹ ਵਪਾਰ ਕਰਦਾ ਹੈ ਤੇ ਫਿਰ ਨਾਮੋ ਲਾਹ ਪਾਏਦਾ। ਉਹ ਕੇ ਨਾਮ, ਕੇ ਲਾਹ ਪਾਉਂਦਾ। ਜਿਨ ਜਿਨ ਤੁਸੀਂ ਵਪਾਰ ਕਰੋਗੇ, ਤੁਸੀਂ ਡਿਸਟਰੀਬਿਊਟ ਕਰੋਗੇ ਉਹਦੇ ਗੁਣਾਂ ਦਾ, ਤੇ ਗੁਣ ਹੋਰ ਵੱਧਦੇ। ਸਭ ਤੋਂ ਵੱਡਾ ਲਾਹ ਹੈ ਕਿ ਸਾਡੇ ਅੰਦਰ ਗੁਣ ਹੋਰ ਵੱਧਦੇ। ਜਦੋਂ ਗੁਣ ਹੋਰ ਵੱਧਦੇ ਹੈਗੇ ਤੇ ਇਹ ਨਾਲ ਪੂਰਾ ਪਰਿਵਾਰ, ਪੂਰੀ ਸ੍ਰਿਸ਼ਟੀ ਉਹਦੇ ਅੰਦਰ ਦੀ ਜਿਹੜੀ, ਉਹ ਵੀ ਉਸਦਾ ਲਾਭ ਉਠਾਉਂਦਾ ਹੈ। ਤੇ ਲਾਭ ਕੀ ਹੁੰਦਾ ਹੈ ਕਿ ਸੁਖ ਪਾਉਂਦਾ ਹੈ, ਅੰਦਰ ਹੈਪੀਨੈਸ ਇਜ਼ देयर ਐਂਡ ਟੋਟਲੀ ਇਨਟਿਊਨਡ ਇਨਟੂ ਇਟ। ਹਾਂਜੀ ਥੈਂਕ ਯੂ ਭੂਆ ਜੀ। ਬਿਲਕੁਲ ਲਾਹ ਦੇ ਬਾਰੇ ਵਿੱਚ ਆਪਨੇ ਸਮਝਾਣਾ ਕੀਤਾ ਔਰ ਮਮਤਾ ਨੂੰ ਬਿਲਕੁਲ ਬੜੀ ਖੂਬਸੂਰਤੀ ਨਾਲ ਆਪ ਜੀ ਨੇ ਬਿਆਨ ਕੀਤਾ ਕਿ ਸਾਨੂੰ ਲੋੜ ਹੈ, ਅਸੀਂ ਧਿਆਨ ਦਈਏ ਨਾ, ਅਗਨੀ ਮਰਿਆਦਾ ਵਿੱਚ ਰਵੇ ਤੇ ਸਾਡੇ ਘਰ, ਸਾਡੇ ਸਾਰਿਆਂ ਦੀ ਕਿਚਨ ਵਿੱਚ ਰੋਟੀ ਬਣਾਉਂਦੀ ਹੈ, ਤੇ ਮਰਿਆਦਾ ਤੋਂ ਬਾਹਰ ਹੋ ਜਾਏ ਤੇ ਘਰ ਨੂੰ ਅੱਗ ਲਾ ਦਿੰਦੀ ਹੈ। ਤੇ ਸਾਨੂੰ ਬਸ ਇਹੋ ਚੀਜ਼ ਨੂੰ, ਇਸੇ ਸਿਧਾਂਤ ਨੂੰ ਸਮਝ ਕੇ ਚੱਲਣਾ ਹੈ ਕਿ ਜਦੋਂ ਤੱਕ ਸਾਰੀਆਂ ਚੀਜ਼ਾਂ ਮਰਿਆਦਾ ਵਿੱਚ ਰਹਿਣ, ਲਿਮਿਟ ਵਿੱਚ ਰਹਿਣ, ਤੇ ਸਾਡੇ ਲਈ ਲਾਹਾ ਦਿੰਦੀਆਂ। ਜਦੋਂ ਲਿਮਿਟ ਤੋਂ ਬਾਹਰ ਹੋ ਜਾਣ ਤੇ ਸਾਡੇ ਅੰਦਰ ਦੇ ਸ੍ਰਿਸ਼ਟੀ ਨੂੰ ਅੱਗ ਲਾ ਦਿੰਦੀਆਂ, ਸਾਡੇ ਅੰਦਰ ਜਿਹੜਾ ਹੈ ਵਿਨਾਸ਼ ਕਰ ਦਿੰਦੀਆਂ। ਬੜੀ ਖੂਬਸੂਰਤੀ ਨਾਲ ਆਪ ਜੀ ਨੇ ਲਿਖੇ, ਬਿਲਕੁਲ ਸ਼ਾਰਟ ਵਿੱਚ ਆਪ ਜੀ ਨੇ ਬਿਆਨ ਕਰਨਾ ਕੀਤਾ ਹੈ। ਥੈਂਕ ਯੂ ਸੋ ਮਚ ਜੀ। ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ, ਪਿਛਲੇ ਬੰਦ ਵਿੱਚ ਵੀਰ ਜੀ ਉੱਥੇ ਗੁਰਬਾਣੀ ਦੇ ਵਿੱਚ ਸਾਨੂੰ ਸੇਧ ਦਿੱਤੀ ਜਾ ਰਹੀ ਸੀ ਕਿ ਅਸੀਂ ਜੋ ਕੁਝ ਚੱਲ ਰਹੇ ਹਾਂ ਨਾ, ਜੋ ਕੁਝ ਕਰ ਰਹੇ ਹਾਂ, ਜੰਮ ਦੇ ਪੰਥ ਤੇ ਚੱਲ ਰਹੇ ਹਾਂ, ਉਹ ਕਿਉਂ ਚੱਲ ਰਿਹਾ? ਕਿ ਕਿਉਂਕਿ ਬਿਨ ਸਤਿਗੁਰ ਸੇਵੇ, ਉਹ ਸਾਨੂੰ ਜਿਹੜਾ ਦੁੱਖ ਸਾਨੂੰ ਪ੍ਰਾਪਤ ਹੋ ਰਿਹਾ ਸੀ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ। ਪਿਛਲੇ ਬੰਦ ਵਿੱਚ ਸਾਨੂੰ ਉਹ ਉਪਦੇਸ਼ ਦਿੱਤਾ ਜਾ ਰਿਹਾ ਸੀ ਕਿ ਅਸੀਂ ਸਤਿਗੁਰੂ ਦੀ ਸੇਵਾ ਕਰੀਏ। ਜਿਹੜੇ ਅੰਦਰਲੇ ਜੀਵਾਂ ਤੇ ਸਾਰਿਆਂ ਨੂੰ ਇਹ ਨਾ ਮਨ ਇਹ ਉਪਦੇਸ਼ ਦੇ ਰਿਹਾ ਸੀ। ਹੁਣ ਇੱਥੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਕਹਿੰਦੇ ਉਪਦੇਸ਼ ਜਦੋਂ ਇਹ ਅੰਦਰਲੀ ਬੋਡੀ ਦਾ ਸਿਸਟਮ ਦੱਸਿਆ ਜਾ ਰਿਹਾ ਹੈ। ਕਹਿੰਦੇ ਜਦੋਂ ਸਾਡਾ ਥਾਟ ਪ੍ਰੋਸੈਸ ਚੇਂਜ ਹੁੰਦਾ ਨਾ ਸੱਚ ਵਾਲੇ ਪਾਸੇ, ਤਾਂ ਪਹਿਲਾਂ ਕੀ ਹੁੰਦਾ, ਥਾਟ ਪ੍ਰੋਸੈਸ ਤਾਂ ਚੇਂਜ ਹੋ ਗਿਆ, ਫਿਰ ਕਹਿੰਦੇ ਉਹਦੇ ਨਾਲ ਨਾ ਆਟੋਮੈਟਿਕਲੀ ਬਾਕੀਆਂ ਸਾਰਿਆਂ ਦਾ ਥਾਟ ਪ੍ਰੋਸੈਸ ਵੀ ਚੇਂਜ ਹੋ ਜਾਣਾ। ਉਸ ਜਿਹੜਾ ਅੰਦਰਲਾ ਸਿਸਟਮ ਆਲਰੇਡੀ ਚੱਲ ਰਿਹਾ ਨਾ, ਉਸ ਨੂੰ ਸ਼ਬਦਾਂ ਵਿੱਚ ਸਾਨੂੰ ਸਮਝਾਉਣ ਲਈ ਇਹ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਸ ਤਰ੍ਹਾਂ ਗੁਰਬਾਣੀ ਲਿਖ ਕੇ ਸਾਨੂੰ ਦੱਸ ਰਹੇ ਨੇ, ਇਸ ਤਰ੍ਹਾਂ ਸਾਨੂੰ ਸਮਝਾ ਰਹੇ ਨੇ। ਇਹ ਸਾਨੂੰ ਸਮਝਾਉਣ ਲਈ ਇਹ ਲਫ਼ਜ਼ ਯੂਜ਼ ਕਰ ਰਹੇ ਨੇ, ਅਦਰਵਾਈਜ਼ ਇਹ ਸਿਸਟਮ ਆਟੋਮੈਟਿਕਲੀ ਅੰਦਰ ਚੱਲ ਰਿਹਾ ਹੈ। ਅੰਦਰ ਅਗਰ ਦੇਖੋ ਇੱਥੇ ਲਫ਼ਜ਼ ਆ ਰਿਹਾ ਹੈ ਮਮਤਾ। ਮਮਤਾ ਨਾ ਗੁਰਬਾਣੀ ਵਿੱਚ ਦੋ ਵਾਰੀ ਅਲੱਗ-ਅਲੱਗ ਚੀਜ਼ਾਂ ਦੇ ਨਾਲ ਆਉਂਦਾ। ਇੱਕ ਸ਼ਬਦ ਆਉਂਦਾ ਹੈ ਮਾਇਆ ਮਮਤਾ ਮੋਹਣੀ, ਜਿਣ ਵਿਣ ਦੰਤਾ ਜਗ ਖਾਇਆ। ਮਾਇਆ ਦੀ ਮਮਤਾ ਕਹਿੰਦੇ ਨੇ ਇੱਕ ਪਾਸੇ, ਇੱਕ ਪਾਸੇ ਹੋਰ ਸ਼ਬਦ ਹੈ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ, ਉੱਥੇ ਕਹਿੰਦੇ ਨੇ
ਹਉਮੈ ਮਮਤਾ ਮੋਹਣੀ, ਮਨ ਮੁਖਾਂ ਨੂੰ ਗਈ ਖਾਏ। ਹਉਮੈ ਨੂੰ ਹੀ ਮਾਇਆ ਆਖਦੇ ਨੇ, ਹਉਮੈ ਨੂੰ ਹੀ ਦੂਜਾ ਭਾਉ ਆਖਦੇ ਨੇ ਗੁਰਬਾਣੀ ਵਿੱਚ। ਹਉਮੈ ਦੀ ਮਮਤਾ ਜਾਂ ਮਾਇਆ ਦੀ ਮਮਤਾ, ਇਹ ਦੋਨੋਂ ਇੱਕੋ ਭਾਵ ਵਿੱਚ ਆਇਆ ਹੈ। ਕਹਿੰਦੇ ਜਦੋਂ ਸਾਡਾ ਅੰਦਰਲਾ ਸਿਸਟਮ ਮਾਇਆ ਦੇ ਵਿੱਚ ਜੰਮ ਵਾਲੇ ਰਸਤੇ ਤੇ, ਹਉਮੈ ਵਾਲੇ ਦੂਜੇ ਭਾਉ ਦੇ ਰਸਤੇ ਤੇ ਅਸੀਂ ਉਸ ਰਸਤੇ ਨੂੰ ਪਸੰਦ ਕਰਦੇ। ਭਾਵ ਸਾਡੇ ਵਿਚਾਰ ਸੱਚ ਵਾਲੇ ਵਿਚਾਰ ਨਹੀਂ ਹੁੰਦੇ, ਸਾਡਾ ਥਾਟ ਪ੍ਰੋਸੈਸ ਦੁਨਿਆਵੀ ਥਾਟ ਪ੍ਰੋਸੈਸ ਦੇ ਨਾਲ ਚੱਲਦਾ। ਦੁਨੀਆ ਜੋ ਸੋਚਦੀ ਹੈ, ਦੁਨੀਆ ਜੋ ਕਰਦੀ ਹੈ, ਦੁਨੀਆ ਜਿਸ ਤਰ੍ਹਾਂ ਕਰਦੀ, ਅਸੀਂ ਵੀ ਉਸ ਤਰ੍ਹਾਂ ਚੱਲਦੇ ਰਹਿੰਦੇ ਹਾਂ। ਉਹ ਪ੍ਰੋਸੈਸ ਉਹਦੇ ਨਾਲ ਕਹਿੰਦੇ ਕੀ ਹੁੰਦਾ ਹੈ, ਕਹਿੰਦੇ ਸਾਡੇ ਅੰਦਰ ਨਾ ਹਉਮੈ ਦੀ ਮਮਤਾ, ਮਾਇਆ ਦੀ ਮਮਤਾ ਕਹਿੰਦੇ ਕੱਟੀ ਨਹੀਂ ਜਾਂਦੀ, ਖਤਮ ਨਹੀਂ ਹੁੰਦੀ। ਇਹਨੂੰ ਖਤਮ ਕਰਨ ਦਾ ਤਰੀਕਾ ਕੀ ਹੈ, ਕਹਿੰਦੇ ਸਤਿਗੁਰੂ ਨੂੰ ਸੇਵੋ। ਸਤਿਗੁਰੂ ਨੂੰ ਸੇਵਨ ਦੇ ਨਾਲ ਕਹਿੰਦੇ ਨੇ ਤਿਸ ਆਪ ਮਿਲਾਏ। ਹੁਣ ਆਪ ਮਿਲਾਏ ਇਹ ਸਮਝਣ ਵਾਸਤੇ ਨਾ ਸਾਨੂੰ ਸਤਿਗੁਰੂ ਕੀ ਸੇਵਾ ਜਿਹੜਾ ਸ਼ਫਲ ਹੈ ਨਾ ਸ਼ਬਦ ਹੈ, ਉਹ ਆਪਾਂ ਪੜ੍ਹਦੇ ਹਾਂ। ਉਹਦੇ ਵਿੱਚ ਸਤਿਗੁਰੂ ਸਾਨੂੰ ਦੱਸਦੇ ਨੇ ਆਪ ਮਿਲਾਏ ਵਾਲਾ ਐਕਟ ਕਿਸ ਤਰ੍ਹਾਂ ਹੁੰਦਾ ਹੈ, ਆਟੋਮੈਟਿਕਲੀ ਅੰਦਰ ਕਿਸ ਤਰ੍ਹਾਂ ਚੱਲਦਾ ਹੈ। ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਬਿਲਕੁਲ ਧਿਆਨ ਲਗਾ ਕੇ, ਬਹੁਤ ਫੋਕਸ ਦੇ ਨਾਲ, ਉਹਦਾ ਧਿਆਨ ਇੱਧਰ ਉੱਧਰ ਜਦੋਂ ਨਹੀਂ ਜਾਂਦਾ, ਬਿਲਕੁਲ ਸਤਿਗੁਰੂ ਦੇ ਵਿਚਾਰਾਂ ਦੀ ਜਦੋਂ ਕੋਈ ਸੇਵਾ ਕਰਨੀ ਆਰੰਭ ਕਰ ਦਿੰਦਾ ਹੈ, ਕਹਿੰਦੇ ਉਹਦੇ ਨਾਲ ਹੁੰਦਾ ਕੀ ਹੈ, ਕਹਿੰਦੇ ਨੇ ਮਨ ਚਿੰਦਿਆ ਫਲ ਪਾਵਨਾ। ਅੱਗੇ ਕੀ ਮਨ ਚਿੰਦਿਆ ਫਲ ਪਾਵਨਾ, ਮਨ ਕੀ ਫਲ ਪਾਉਣਾ ਚਾਹੁੰਦਾ ਸੀ, ਉਹਨੇ ਸੇਵਾ ਆਰੰਭ ਕੀਤੀ, ਉਹ ਸੀ ਹਉਮੈ ਵਿੱਚੋਂ ਜਾਏ। ਉਹ ਚਾਹੁੰਦਾ ਸੀ ਕਿ ਹੁਣ ਮੇਰੀ ਇਹ ਹਉਮੈ ਵਿੱਚੋਂ ਨਿਕਲ ਜਾਏ, ਕਿਉਂਕਿ 2 ਬੰਦ ਪਹਿਲੇ ਉਹਨੂੰ ਸਮਝਾ ਰਹੇ ਸਨ ਕਿ ਤੂੰ ਜੰਮ ਦੇ ਰਸਤੇ ਤੇ ਜਾ ਰਿਹਾ ਹੈ, ਇਸ ਜੰਮ ਦੇ ਰਸਤੇ ਤੇ ਚੱਲਦਿਆਂ ਤੇਰੇ ਅੰਦਰ ਵਿਕਾਰ ਵੀ ਨਹੀਂ ਖਤਮ ਹੋਣਗੇ, ਤੇਰੇ ਅੰਦਰ ਨਾਮ ਦੀ ਪ੍ਰਾਪਤੀ ਵੀ ਤੈਨੂੰ ਨਹੀਂ ਹੋਏਗੀ, ਔਰ ਤੂੰ ਜੰਮ ਦੇ ਰਸਤੇ ਤੇ ਚੱਲਦਾ ਚੱਲਦਾ ਦੁੱਖ ਹੀ ਪਾਏਗਾ। ਹੁਣ ਮਨ ਕਹਿੰਦਾ, ਹੁਣ ਸਾਰੇ ਜੀ ਜਿਨ੍ਹਾਂ ਨੂੰ ਮਨ ਨੇ ਸਮਝਾਉਂਦਾ ਹੈ, ਉਹ ਵੀ ਛੱਡਣਾ ਚਾਹੁੰਦੇ, ਉਹ ਸਤਿਗੁਰੂ ਕੀ ਸੇਵਾ ਪ੍ਰਾਪਤ ਕਰਕੇ ਹਉਮੈ ਛੱਡ ਕੇ, ਜੰਮ ਦੇ ਖਿਆਲ ਛੱਡ ਕੇ ਉਹ ਹੁਣ ਸਤਿਗੁਰੂ ਦੇ ਖਿਆਲਾਂ ਨਾਲ ਜੁੜਨਾ ਚਾਹੁੰਦੇ। ਉਹ ਕਹਿੰਦੇ ਹੁਣ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲੇਗਾ, ਮਨ ਚਿੰਦਿਆ ਫਲ ਪਾਵਨਾ। ਤੁਸੀਂ ਹੁਣ ਚਾਹੁੰਦੇ ਸੀ ਹਉਮੈ ਜਾਏ, ਕਹਿੰਦੇ ਮਨ ਚਿੰਦਿਆ ਫਲ ਪਾਵਨਾ, ਹਉਮੈ ਵਿੱਚੋਂ ਜਾਏ। ਤੁਸੀਂ ਇਹ ਚਾਹੁੰਦੇ ਸੀ, ਗਈ ਸਤਿਗੁਰੂ ਕੀ ਸੇਵਾ ਤੁਸੀਂ ਆਰੰਭ ਕੀਤੀ, ਹੌਲੀ ਹੌਲੀ ਹਉਮੈ ਗਈ। ਕਹਿੰਦੇ ਫਿਰ ਪ੍ਰਾਪਤ ਕੀ ਹੋਏਗਾ, ਕਹਿੰਦੇ ਨੇ ਬੰਧਨ ਤੋੜਿਆ ਮੁਕਤ ਹੋਏ। ਜਿਸ ਨੂੰ ਪਿੱਛੇ ਆਖਿਆ ਸੀ ਨਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਕਹਿੰਦੇ ਨੇ ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਜਿਸ ਨੂੰ ਪਿਛਲੇ ਪਾਸੇ ਕਹਿੰਦੇ ਤਿਸ ਮਿਲੈ ਵਡਿਆਈ, ਇੱਥੇ ਜਿਸ ਨੂੰ ਆਖ ਰਹੇ ਨੇ ਮਮਤਾ ਕਾਟ ਸੱਚ ਲਿਵ ਲਾਏ, ਉਹਨੂੰ ਕਹਿੰਦੇ ਨੇ ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ, ਉਹਦੇ ਸੱਚ ਲਿਵ ਲਾਏ ਆਖ ਰਹੇ ਉਸ ਬੰਦੇ। ਫਿਰ ਕਹਿੰਦੇ ਇਸ ਜਗ ਮੈਂ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਜੋ ਉਹ ਨਾਮ ਅਲੱਭ ਹੈ ਨਾ, ਅਮੋਲਕ ਵਸਤੂ ਹੈ, ਉਹ ਗੁਰਮੁਖ ਦੇ ਮਨ ਵਿੱਚ, ਭਾਵ ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਜਿਹੜਾ ਨਾਮ ਹੈ ਨਾ, ਗੁਰੂ ਮੁਖ ਨਾਮ ਵਸੈ ਮਨ ਆਏ, ਉਹ ਮਨ ਵਿੱਚ ਆ ਕੇ ਵਸ ਜਾਂਦਾ। ਇਹਨੂੰ ਕਹਿੰਦੇ ਨੇ ਆਪ ਮਿਲਾਏ ਹੋ ਗਿਆ। ਉਹਦਾ ਫਿਰ ਇੱਥੇ ਦੱਸ ਰਹੇ ਨੇ, ਕਹਿੰਦੇ ਨੇ ਉਹਦਾ ਕੀ ਕਹਿੰਦੇ ਆ, ਪਤਾ ਕਿੱਥੋਂ ਲੱਗੇਗਾ ਵੀ ਆਪ ਦੇ ਨਾਲ ਮਿਲਾਪ ਹੋ ਗਿਆ। ਕਹਿੰਦੇ ਨੇ ਸਦਾ ਸੱਚ ਵਣਜੈ ਵਪਾਰੀ, ਨਾਮੋ ਲਾਹਾ ਪਾਇੰਦਾ। ਨਾਮ ਦਾ ਲਾਹਾ, ਨਾਮ ਦਾ ਪ੍ਰੋਫਿਟ, ਨਾਮ ਦਾ ਲਾਭ ਉਸਨੇ ਪਾ ਲਿਆ। ਉਸੇ ਨੂੰ ਕਹਿ ਰਹੇ ਇਸ ਜਗ ਮੈਂ ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ, ਨਾਨਕ ਜੋ ਗੁਰ ਸੇਵੈ ਆਪਣਾ, ਹੋ ਤਿੰਨ ਬਲਿਹਾਰੈ ਜਾਓ। ਜਿਹੜਾ ਨਾਮ ਦੀ ਸੇਵਾ, ਸਤਿਗੁਰੂ ਕੀ ਸੇਵਾ ਕਰਦਾ ਹੈ, ਉਸ ਦੇ ਅੰਦਰ ਸਭ ਤੋਂ ਪਹਿਲਾਂ ਕੀ ਹੋਏਗਾ, ਹਉਮੈ ਦੀ ਮਮਤਾ, ਮਾਇਆ ਦੀ ਮਮਤਾ ਖਤਮ। ਮਾਇਆ ਤੇ ਗਈ ਤੇ ਨਾਮ ਵਸਿਆ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ। ਮਾਇਆ ਗਈ, ਮਾਇਆ ਦੀ ਮਮਤਾ, ਹਉਮੈ ਦੀ ਮਮਤਾ ਗਈ, ਸੱਚ ਆ ਕੇ ਉੱਥੇ ਟਿਕ ਜਾਂਦਾ ਹੈ, ਨਾਮ ਉੱਥੇ ਆ ਕੇ ਵਸ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਫਿਰ ਹੁਣ ਕੀ ਕਰਦੇ ਨੇ, ਉਹ ਸਾਰੇ ਹੀ ਵਪਾਰੀ ਅੰਦਰ ਦੇ ਉਹ ਸੱਚ ਦਾ ਵਪਾਰ ਕਰਨ ਲੱਗਦੇ ਨੇ। ਜਿਸ ਨੂੰ ਸਤਿਗੁਰੂ ਪਹਿਲਾਂ ਆਖਦੇ ਸਨ ਨਾ, ਸੱਚ ਵਪਾਰ ਕਰੋ ਵਪਾਰੀ, ਦਰਗਾ ਨਿਭੈ ਖੇਪ ਤੁਮਾਰੀ। ਉਹ ਹੁਣ ਸੱਚ ਦਾ ਵਪਾਰ ਵਣਜਣ ਲੱਗ ਜਾਂਦੇ ਨੇ। ਉਹਨਾਂ ਨੂੰ ਦਰਗਾਹ ਵਿੱਚ ਉਹਨਾਂ ਨੂੰ ਵੀ ਥਾਂ ਪ੍ਰਾਪਤ ਹੁੰਦੀ ਹੈ। ਕਿਉਂ? ਕਿਉਂਕਿ ਉਹ ਨਾਮ ਦਾ ਲਾਹਾ ਪ੍ਰਾਪਤ ਕਰ ਚੁੱਕੇ ਨੇ। ਇਹ ਬੜੀ ਪਿਆਰੀ ਅਵਸਥਾ ਸਤਿਗੁਰੂ ਜੀ ਅੰਦਰਲੀ ਬਣਾਈ। ਪਹਿਲਾਂ ਸਾਨੂੰ ਸਮਝਾਉਂਦੇ ਨੇ ਕਿ ਤੁਸੀਂ ਪਹਿਲਾਂ ਸਮਝੋ ਕਿ ਅਸੀਂ ਇਸ ਤਰ੍ਹਾਂ ਜੰਮ ਦੇ ਰਸਤੇ ਤੇ ਚੱਲ ਰਹੇ ਹਾਂ, ਮਾਇਆ ਦੀ ਮਮਤਾ ਵਿੱਚ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਕਹਿੰਦੇ ਜਦੋਂ ਅਸੀਂ ਰਿਅਲਾਈਜ਼ ਕਰਾਂਗੇ ਕਿ ਅਸੀਂ ਹਉਮੈ ਵਿੱਚ, ਮਾਇਆ ਦੀ ਮਮਤਾ ਵਿੱਚ, ਬੁਰੇ ਖਿਆਲਾਂ ਵਿੱਚ ਆਪਣਾ ਜੀਵਨ ਬਤੀਤ ਕਰਦੇ, ਕਹਿੰਦੇ ਅਸੀਂ ਉੱਥੋਂ ਦੀ ਯੂ ਟਰਨ ਸਾਡਾ ਸਟਾਰਟ ਹੋ ਜਾਏਗਾ। ਰਿਅਲਾਈਜ਼ ਕਰਨਾ ਹੀ ਸਤਿਗੁਰੂ ਦੇ ਵੱਲ ਪਰਤਣਾ ਹੈ। ਇਹ ਗੁਰਬਾਣੀ ਦਾ ਇਹ ਆਟੋਮੈਟਿਕਲੀ ਅੰਦਰ, ਸਾਨੂੰ ਕੋਈ ਇਸ ਤਰ੍ਹਾਂ ਆ ਕੇ ਬਾਰ-ਬਾਰ ਕੋਈ ਨਹੀਂ ਬੋਲੇਗਾ। ਅਸੀਂ ਖੁਦ ਜਦੋਂ ਰਿਅਲਾਈਜ਼ ਕਰਾਂ ਕਿ ਅਸੀਂ ਦੁਖੀ ਹਾਂ, ਅਸੀਂ ਬਹੁਤ ਪਰੇਸ਼ਾਨੀਆਂ ਵਿੱਚ ਜੀ ਰਹੇ ਹਾਂ, ਸਟ੍ਰੈਸਫੁਲ ਸਾਡੀ ਲਾਈਫ ਹੈ,
ਸਾਡੇ ਜੀਵਨ ਦੇ ਵਿੱਚ ਵਿਕਾਰ ਖਤਮ ਹੀ ਨਹੀਂ ਹੋ ਰਹੇ, ਅਵਗੁਣ ਵੱਧਦੇ ਹੀ ਵੱਧਦੇ ਜਾ ਰਹੇ ਹਨ, ਸਾਡਾ ਸੁਭਾਅ ਹਰ ਦਿਨ ਬ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਇਹ ਅਸੀਂ ਰਿਅਲਾਈਜ਼ ਕਰਾਂਗੇ ਹੀ ਨਾ, ਤਾਂ ਅਸੀਂ ਸਮਝ ਲਓ, ਜਿਸ ਨੂੰ ਪਿਛਲੇ ਸ਼ਬਦ ਵਿੱਚ ਸਤਿਗੁਰੂ ਆਖਦੇ ਨੇ, ਗਿਆਨੀ ਧਿਆਨੀ ਪੁੱਛੋ ਕੋਈ, ਸਮਝ ਲਓ ਅਸੀਂ ਪੁੱਛਣ ਵਾਲਾ ਐਕਟ ਹੋ ਗਿਆ। ਆਪਣੇ ਆਪ ਨੂੰ ਅੰਦਰ ਵਸਦੇ ਰੱਬ ਜੀ ਨੂੰ ਇਹੀ ਪੁੱਛਣਾ ਹੈ। ਉਹ ਕਹੇਗਾ ਅਸੀਂ ਰਿਅਲਾਈਜ਼ ਕੀਤਾ, ਸਮਝ ਲਓ ਅੰਦਰਲੇ ਰੱਬ ਜੀ ਬੋਲ ਰਹੇ ਨੇ। ਅਸੀਂ ਉਹਨਾਂ ਤੋਂ ਪੁੱਛਿਆ ਵੀ ਮੈਂ ਦੁਖੀ ਕਿਉਂ, ਕਹਿੰਦੇ ਨੇ ਤੂੰ ਇਸ ਕਰਕੇ ਦੁਖੀ ਹੈ ਕਿ ਤੂੰ ਅਸੀਂ ਹਉਮੈ ਦੀ ਮਮਤਾ ਵਿੱਚ, ਮਾਇਆ ਦੀ ਮਮਤਾ ਵਿੱਚ ਅਸੀਂ ਚਿਲ। ਇਹੀ ਪੁੱਛਣਾ ਹੈ ਅੰਦਰ, ਜਦੋਂ ਰਿਅਲਾਈਜ਼ ਕਰਨਾ ਨਾ ਕਿ ਅਸੀਂ ਵਿਕਾਰਾਂ ਵਿੱਚ ਫਸਿਆ, ਇਹੀ ਅੰਦਰਲੇ ਵਸਦੇ ਰੱਬ ਜੀ ਨੂੰ ਪੁੱਛਣਾ ਹੈ। ਔਰ ਉਹ ਦੱਸਦੇ ਨੇ ਕਿ ਤੂੰ ਆਪਣੀ ਹਉਮੈ ਦੀ ਮਮਤਾ ਕਰਕੇ, ਮਾਇਆ ਦੀ ਮਮਤਾ ਕਰਕੇ ਦੁਖੀ ਹੈ। ਬਟ ਉੱਥੋਂ ਹੀ ਸਾਡਾ ਯੂ ਟਰਨ ਸਟਾਰਟ ਹੋ ਜਾਏਗਾ, ਅਸੀਂ ਸਤਿਗੁਰੂ ਨੂੰ ਸੇਵਨਾ ਸਟਾਰਟ ਹੋ ਜਾਂਦੀ ਹੈ। ਇਹ ਅਸੀਂ ਰਿਅਲਾਈਜ਼ ਕਰੀਏ ਕਿ ਅਸੀਂ ਨਾਮ ਤੋਂ ਵਿਛੜੇ ਹੋਏ ਹਾਂ, ਔਰ ਨਾਮ ਦੇ ਨਾਲ ਜੁੜ ਕੇ ਹੀ ਅਸੀਂ ਨਾਮ ਦੇ ਵਿੱਚ ਸਮਾ ਸਕਦੇ ਹਾਂ। ਹਾਂਜੀ, ਥੈਂਕ ਯੂ ਵੀਰ ਜੀ। ਬੜੀ ਖੂਬਸੂਰਤੀ ਨਾਲ ਜਮਾਂ ਦੀ ਸਰਕਾਰ ਕਿਸ ਤਰ੍ਹਾਂ ਦੂਰ ਹੁੰਦੀ ਹੈ ਤੇ ਸੱਚ ਦੀ ਸਰਕਾਰ ਕਿਸ ਤਰ੍ਹਾਂ ਅੰਦਰ ਆ ਕੇ ਰੂਲ ਕਰਨ ਲੱਗ ਪੈਂਦੀ ਹੈ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਬੜੀ ਖੂਬਸੂਰਤੀ ਨਾਲ ਆਪ ਜੀ ਨੇ ਬਿਆਨ ਕੀਤਾ ਹੈ। ਧੰਨਵਾਦ ਵੀਰ ਜੀ। ਹਾਂ, ਵੀਰ ਜੀ ਨੇ ਜੁਆਇਨ ਕੀਤਾ ਜੀ। ਆਇਆਂ ਨੂੰ प्लीज वीर जी आप जी विचार दिया जाए। आप जी दी ऑडियो ऑफ है भूपिंदर वीर जी। हाँ जी वीर जी, इकबाल वीर जी ने भी ज्वाइन किया है, इकबाल वीर जी ने भी विचार देने हैं जी। भूपिंदर वीर जी। हाँ जी, वाहिगुरू जी का खालसा वाहिगुरू जी की फतेह। फतेह वीर जी। कल तक असी जदों उत्थे पहुंचे सी ना 13वें पदे च, ਤਾਂ ਉਹ ਰਿਅਲਾਈਜ਼ ਕਰਦਾ ਹੈ ਮਨ ਜਿਹੜਾ ਸਤਿਗੁਰ ਨਾਲ ਮਰਜ ਹੋ ਗਿਆ ਹੈ। ਹੁਣ ਉਹ ਆਪਣੇ ਸਾਰੇ ਅੰਗਾਂ ਨੂੰ ਜੋ ਵੀ ਮੈਸੇਜ ਦਿੰਦਾ ਉਹ ਸਤਿਗੁਰ ਦਾ ਹੀ ਮੈਸੇਜ ਦਿੰਦਾ। ਮਨ ਉਹ ਸਤਿਗੁਰ ਹੀ ਬੋਲਦਾ ਹੈ, ਮਨ ਨਹੀਂ ਬੋਲਦਾ। ਸੋ ਅਸੀਂ ਉਹਨੂੰ ਮਰਜ ਮਨ, ਵਨਨੈਸ ਵਾਲੇ ਮਨ ਦੀ ਅਵਸਥਾ ਕਾਊਂਟ ਕਰਦੇ ਹਾਂ। ਉੱਥੇ ਨਾ ਇੱਕ ਬਿਲਕੁਲ ਕਲੀਅਰ ਹੋ ਗਿਆ, ਦੋ ਦਰ ਨੇ। ਇੱਕ ਸੋਦਰ ਵਾਲਾ ਦਰ ਹੈ, ਇੱਕ ਸੋਦਰ ਵਾਲਾ ਦਰ ਰੱਬੀ ਸਿਫਤਾਂ ਵਾਲਾ ਦਰ ਹੈ, ਜੋ ਅਸੀਂ ਜਪਜੀ ਸਾਹਿਬ ਜਾਂ ਰਾਸਾ ਵੇਲੇ ਸੋਦਰ ਦੀ ਪੌੜੀ ਪੜ੍ਹਦੇ ਹਾਂ। ਸਾਰਾ ਉੱਥੇ ਚੰਗੇ ਗੁਣਾਂ ਦੀ ਸੰਭਾਲ ਕੀਤੀ ਜਾਂਦੀ ਹੈ ਔਰ ਉੱਥੇ ਸਾਰੇ ਰੱਬੀ ਗੁਣ ਗਾਏ ਜਾਂਦੇ ਨੇ। ਵਰਸਿਸ ਦੂਜਾ ਦਰ ਹੈ ਜਮਦਰ। ਸੋ ਜਦੋਂ ਜਮਦਰ ਹੈ ਤਾਂ ਮਾਨੋ ਵਾਈਸਿਸ ਦੇ ਗੁਣ ਗਾਉਂਦੇ ਹਾਂ, ਵਾਈਸਿਸ ਵਾਲੇ ਅਸੀਂ ਬਣ ਜਾਂਦੇ ਹਾਂ, ਅਵਗੁਣੀ ਸੋਚ ਵਾਲੇ ਬਣ ਜਾਂਦੇ ਹਾਂ। ਸੋ ਇਹ ਕੰਟਰਾਸਟ ਸਾਨੂੰ ਸਮਝਾਇਆ। ਜਦੋਂ ਜਮਦਰ ਦੇ ਬਦਲੇ ਸਤਿਗੁਰ ਦੀ ਮੱਤ ਲੈ ਕੇ ਉਹ ਸਤਿਗੁਰ ਦੇ ਨਾਲ ਇਕਮਿਕ ਹੈ ਔਰ ਰੱਬੀ ਗੁਣਾ ਦੀ ਉਹ ਪਾਉਂਦਾ, ਤਾਂ ਦਰ ਸੱਚਾ ਸ਼ੋਭਾ ਪਾਇੰਦਾ। ਉੱਥੇ ਸੀ ਜਮਦਰ ਬਾਂਦਾ, ਇੱਥੇ ਹੈ ਦਰ ਸੱਚਾ ਸ਼ੋਭਾ ਪਾਇੰਦਾ। ਫਿਰ ਉਹਨੂੰ ਆਪ ਤੇ ਉਹਦੇ ਸਾਰੇ ਗੁਣਾ ਅੰਗਾਂ ਨੂੰ, ਸਾਰੀ ਸ੍ਰਿਸ਼ਟੀ ਨੂੰ ਉਹ ਵਾਲੀ ਮੱਤ ਪ੍ਰਾਪਤ ਹੁੰਦੀ ਹੈ। ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ। ਸੋ ਜਿਸਨੇ ਇਸ ਨੂੰ ਫੋਲੋ ਕੀਤਾ ਉਹ ਆਪ ਮਿਲਿਆ ਔਰ ਉਹਦੇ ਵਾਲੀ ਮੱਤ ਜਿਹੜਾ ਅੰਗ ਸ੍ਰਿਸ਼ਟੀ ਚੋਂ ਲੈਂਦਾ ਹੈ ਨਾ, ਸੁਰਤ ਮਤ ਬੁੱਧ ਆਲ ਥੀਸ, ਉਹ ਵੀ ਸਾਰੇ ਟਿਊਨਡ ਹੋ ਜਾਂਦੇ ਨੇ। ਇੱਥੇ ਆ ਕੇ ਨਾ ਇੱਕ ਬੜਾ ਬਹੁਤ ਹੀ ਮਜ਼ੇਦਾਰ ਪੁਆਇੰਟ ਆਇਆ, ਮਮਤਾ ਕਾਟ ਸੱਚ ਲਿਵ ਲਾਏ। ਮਮਤਾ ਕੀ ਹੈ? ਅਸੀਂ ਜਦੋਂ ਵੀ ਗੱਲ ਕਰਦੇ ਹਾਂ ਨਾ, ਕਾਮ, ਕ੍ਰੋਧ, ਲੋਭ, ਮੋਹ, ਇਹ ਮੋਹ ਜਿਹੜਾ ਹੈ ਨਾ, ਇਹ ਮੋਹ ਉਹੀ ਮਮਤਾ ਹੈ ਜਿਹਨੂੰ ਅਸੀਂ ਬਾਰ-ਬਾਰ ਕਹਿੰਦੇ ਹਾਂ ਮਨ ਕੀ ਮੱਤ। ਮਨ ਕੀ ਮੱਤ ਦੇ ਨਾਲ ਜਿਹੜੀ ਅਟੈਚਮੈਂਟ ਹੈ ਨਾ, ਗੁਰਮਤ ਉਹਨੂੰ ਮਨਾ ਕਰਦੀ ਹੈ। ਇੱਕ ਮਾਂ ਪਿਓ ਦਾ ਬੱਚੇ ਦੇ ਨਾਲ ਜਿਹੜਾ ਪਿਆਰ ਹੈ, ਉਸ ਮੋਹ ਨੂੰ ਮਨਾ ਨਹੀਂ ਕਰਦੀ। ਸੋ ਮਨ ਕੀ ਮੱਤ ਦੇ ਨਾਲ ਜਿਹੜਾ ਮੋਹ ਹੈ ਨਾ, ਮਮਤਾ, ਇਹੀ ਮਾਇਆ ਹੈ। ਮਾਇਆ, ਮਮਤਾ, ਮੋਹਣੀ ਇਹੀ ਹੈ। ਇਹਦੇ ਬਾਰੇ ਉਹਨੂੰ ਸਮਝ ਨਹੀਂ ਸੀ। ਜਦੋਂ ਅਸੀਂ ਉਹ ਸ਼ਬਦ ਪੜਿਆ ਸੀ ਨਾ, ਅਰਬਤ ਨਰਬਤ ਤੰਦੂਕਾਰਾ, ਸੋ ਜਦੋਂ ਉਹਨੇ ਸਤਿਗੁਰ ਦੀ ਮੱਤ ਨੂੰ ਲੈ ਲਿਆ ਸੀ ਤਾਂ ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਫਿਰ ਉਹਨੇ ਆਪਣਾ ਨਵੀਂ ਸ੍ਰਿਸ਼ਟੀ ਸਾਜੀ ਨਾ, ਮਨ ਨੇ ਸਤਿਗੁਰ ਦੀ ਮੱਤ ਲੈ ਕੇ, ਤਾਂ ਫਿਰ ਉਹਨੂੰ ਵਿਜ਼ਡਮ ਵਾਲਾ ਗਗਨ ਪ੍ਰਾਪਤ ਹੋਇਆ, ਬਾਜ ਕਲਾ ਡਾਂਡ ਰਹਾਇਆ। ਉਸ ਵੇਲੇ ਨਾ ਉਹਦੇ ਅੰਦਰ ਇਹ ਬਾਹਰ ਵਾਲੇ ਜਿਹੜੇ ਦੁਨੀਆ ਮੰਦੀ ਹੈ ਨਾ, ਸੋ ਕਾਰਡ ਕਹਾਣੀਆਂ ਵਾਲੇ ਬ੍ਰਹਮਾ ਵਿਸ਼ਨੂੰ ਮਹੇਸ਼, ਉਹਦੇ ਬਦਲੇ ਉਹਨੇ ਆਪਣੇ ਅੰਦਰ ਦੇ ਸਾਰੇ ਗੁਣ ਸਮਝੇ। ਉਤਪत्ति ਦਾ ਗੁਣ ਔਰ ਪਾਲਣ ਪੋਸ਼ਣ ਦਾ ਗੁਣ, ਕਿ ਕਿਸ ਤਰ੍ਹਾਂ ਸੰਤੋਖ ਦਾ ਰਿਜ਼ਕ ਦਿੱਤਾ ਜਾਂਦਾ ਹੈ। ਤਾਂ ਮਹੇਸ਼ ਵੀ ਸਮਝਿਆ। ਮਹੇਸ਼ ਇਜ਼ ਸ਼ਿਵ ਸ਼ਕਤ,
शिव शक्ति इज ਈਵਲ ਥਾਟਸ ਦੇ ਨਾਲ ਜਿਹੜੀ ਪਲ ਪਲ ਮਨ ਦੀ ਮੱਤ ਮਾਰੀ ਜਾਂਦੀ ਹੈ, ਜਿਹਨੂੰ ਅਸੀਂ ਪਹਿਲਾਂ ਲਫ਼ਜ਼ ਵਰਤਦੇ ਹੁੰਦੇ ਸੀ ਨਾ, ਆਤਮਕ ਮੌਤ। ਹੁਣ ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਸਾਡੀਆਂ ਲਿਖਤਾਂ 'ਚ ਵੀ ਹੈ ਤੇ ਅਸੀਂ ਬੋਲਣ ਵੇਲੇ ਵੀ ਇੰਝ ਬੋਲਦੇ ਹਾਂ। ਸੋ ਆਤਮਕ ਮੌਤ ਦੇ ਬਦਲੇ ਹੁਣ ਨਵਾਂ ਵਰਡ ਫਰੇਜ਼ ਕਰ ਰਿਹਾ, ਜਿਸ ਦਿਨ ਦਾ ਸੁਖਵਿੰਦਰ ਜੀ ਨੇ ਉਹ ਧਿਆਨ ਦਵਾਇਆ ਸੀ। ਮਨ ਕੀ ਮੱਤ ਜਿਹੜੀ ਪਲ ਪਲ ਮਰਦੀ ਹੈ ਉਹ ਸ਼ਿਵ ਸ਼ਕਤ ਹੁੰਦੀ ਹੈ। ਉਹੀ ਮਨ ਕੀ ਮੱਤ ਨੂੰ ਡੀਮਨ ਥਾਟਸ ਕਹਿੰਦੇ ਨੇ। ਉਹਦੇ ਨਾਲ ਹਮੇਸ਼ਾ ਸਾਨੂੰ ਹਰ ਆਪਣੇ ਭੈੜੇ ਅਵਗੁਣ ਦੇ ਨਾਲ, ਭੈੜੀ ਅਕਲ ਦੇ ਨਾਲ ਅਟੈਚਮੈਂਟ ਬੜੀ ਹੁੰਦੀ ਹੈ। ਉਹਨੂੰ ਛੋੜਨਾ ਬੜਾ ਮੁਸ਼ਕਿਲ ਹੁੰਦਾ ਹੈ। ਉਸ ਪਾਸੋਂ ਮਰਨਾ, ਜਿਸ ਮਰਨੇ ਤੇ ਜਗ ਡਰੇ, ਸਾਰਾ ਜਗ ਡਰਦਾ, ਸਾਰੀ ਦੁਨੀਆ ਡਰਦੀ ਹੈ ਕਿ ਮੈਂ ਮਨ ਕੀ ਮਤ, ਓਏ ਮੈਂ ਆਪਣਾ ਰੋਬ ਰੱਖਿਆ ਹੋਇਆ, ਮੈਂ ਚਾਰ ਬੰਦਿਆਂ ਦੇ ਸਾਹਮਣੇ ਉੱਚਾ ਬੋਲ ਲੈਂਦਾ ਹਾਂ, ਮੈਨੂੰ ਬੜੀ ਅਕਲ ਹੈ, ਮੈਂ ਫਲਾਣੇ ਨੂੰ ਚੁੱਪ ਕਰਾ ਸਕਦਾ, ਮੇਰੇ ਅੱਗੇ ਕੋਈ ਟਿਕਦਾ ਨਹੀਂ ਹੈ, ਮੈਂ ਇਹਦੀ ਬੋਲਤੀ ਬੰਦ ਕਰਾ ਦਿੱਤੀ। ਅਸੀਂ ਐਸੇ ਬੜੇ ਸਾਰੀਆਂ ਸਟੇਟਮੈਂਟਸ ਦਿੰਦੇ ਹਾਂ ਕਿਉਂਕਿ ਆਪਣੇ ਅਵਗੁਣ ਤੇ, ਆਪਣੇ ਉੱਚੇ ਬੋਲ ਤੇ, ਆਪਣੇ ਭੈੜੇ ਐਟੀਟਿਊਡ ਤੇ ਮਾਣ ਹੰਕਾਰ ਹੁੰਦਾ ਹੈ। ਸੋ ਉਹਨੂੰ ਆਪਣਾ ਮਹੇਸ਼ ਵੀ ਸਮਝ ਆ ਗਿਆ ਔਰ ਉਹ ਵਾਲੀ ਅਵਸਥਾ ਸਮਝ ਆ ਗਈ ਜਿਸ ਵੇਲੇ ਮਾਇਆ ਦਾ ਮੋਹ ਵਧਾਉਂਦਾ ਸੀ। ਇਹਦੇ ਬਾਰੇ ਸਮਝ ਆ ਗਈ। ਜੇ ਮੈਨੂੰ ਆਪਣੀ ਮਨ ਕੀ ਮੱਤ ਦੇ ਨਾਲ ਅਟੈਚਮੈਂਟ ਬਾਰੇ ਸਮਝ ਹੀ ਨਹੀਂ ਆਏਗੀ ਤਾਂ ਮੈਂ ਉਹਨੂੰ ਛੱਡਦਾ ਨਹੀਂ ਆ। ਪਰ ਸਮਝ ਆ ਗਈ, ਭੁਪਿੰਦਰ ਸਿੰਘ ਤੈਨੂੰ ਯੂ ਟਰਨ ਲੈਣਾ ਪਏਗਾ, ਭੁਪਿੰਦਰ ਸਿੰਘ ਤੈਨੂੰ ਇਹ ਨੈਗੇਟਿਵ ਥਾਟਸ ਦੀ ਅਟੈਚਮੈਂਟ ਛੋੜਨੀ ਪਏਗੀ, ਭੁਪਿੰਦਰ ਸਿੰਘ ਤੈਨੂੰ ਇਸ ਪਾਸੋਂ ਹਰ ਹਾਲਤ ਵਿੱਚ ਆਪਣਾ ਪੈਰਾਡਿਮ ਸ਼ਿਫਟ ਕਰਨਾ ਪਏਗਾ, ਭੁਪਿੰਦਰ ਸਿੰਘ ਤੈਨੂੰ ਮੂੰਹ ਫੇਰ ਕੇ ਸਤਿਗੁਰ ਅੱਗੇ ਰੱਖਣਾ ਪਏਗਾ, ਭੁਪਿੰਦਰ ਸਿੰਘ ਤੈਨੂੰ ਆਪਣੇ ਹੰਕਾਰ ਦੀ ਪਿੱਠ ਸਿੱਧੀ ਕਰਕੇ ਸਤਿਗੁਰੂ ਵੱਲ ਮੁਖ ਕਰਨਾ ਪਏਗਾ। ਜੇ ਮੁਖ ਕਰੇਗਾ फिर दिया देवरा नामे को तेरा हो जाएगा। कदों जो जो नामा हर गुण उचरे, जो जो रब्बी गुण करेगा तेरा मुंह फिर जाएगा, तेरा पैराडिम शिफ्ट हो जाएगा। वो माया ममता नू कट के रख दिंदा है। जदों रियलाइज किया जदों और तदों, उस दिन एक सज्जणा ने क्वेश्चन पूछा सी कि तद दा मैना की हुंदा है। सो तद दा मैना हुंदा है जिस वेले मैं अज्ञानता दे हनेरे विच हाँ, जिस वेले मेरा मन अज्ञानता दे हनेरे धुंधुकार करता है, उस वेले जिस कहते ना नानक जित वेला विसरे मेरा स्वामी, तित वेला मर जाए जियो मेरा। ओदा ना की रखोगे, पास्ट टेंस रखोगे, प्रेजेंट टेंस रखोगे? वो तो कहेंगे अरे यार मैं यार बड़ा मूर्ख था यार, मैं गलत बातों पर ध्यान रखता था, अब मेरे को समझ में आ गई है। वर्सेस एज भी कह सकते हैं, मैं जिस वेले अज्ञानता दे नेरे च हुंदा हां, उस वेले जमा दे वस पै जांदा हां, उस वेले मेरे मत मर जाती है। सो तद दे मैंने असी प्रेजेंट टेंस विच भी लावांगे और अपनी पुरानी वाली मंदी आदत बारे भी लावांगे, ताई उहदे नाल अटैचमेंट दे नाल डिटैचमेंट कर पावांगे। कहंदे ममता काट सच लिव लाए, मन की मत डीमन थॉट्स वाइसिस थॉट्स दे नाल कट लिया। कदों जदों अंदर दे ब्रह्मा विष्णु महेश समझ आ गए, उन्हें जदों अपना नवा जगत बनाया सी ना, तां सो इत्थे कहंदे ने सतगुरु नो सेवे तिस आप मिलाए, ममता काट सच लिव लाए। सारे अंगां नूं भी कह दिता तुसी भी मन की मत दे नाल अपनी अपनी जिहड़ी मर्जियां करदे सी ना, वो छड्डो सारे, हुण सीधे पासे पै जाओ। तां हुण वो कहंदे ने ममता काट सच लिव लाए, सदा सच बनन जै। कौन? सारे इंद्रिय ज्ञानेंद्रे, सारे अंदर दे अंग, सारे मन नूं आके निमरता नाल कहंदे ने शाह व्यापारी द्वारे आए। लो जी, हमने अपनी मन की मत छोड़ दिया, हम सारे तुम्हारे द्वारे पे आए हैं। शाह व्यापारी द्वारे आए, वक्र काटो, अपनी अक्ल दो जी सर, हमें तुमने जो अंदर से रब जी से खजाना लिया है ना चंगे गुणों का, वो हमें भी दो। शाह व्यापारी द्वारे आए, वक्र काटो, सौदा कराए, अब हमारे साथ ना ये चंगे गुणों का सौदा करो, हमें भी अक्ल दो। सारे ट्यून्ड, सारे समर्पित, पूरी सृष्टि जो बोलत है बनमीन पखेरु सो हर बिन जापत है नहीं, और अंदर दे सारे खिड़िया रहा बाग हो रहा है, हरियावल हो रही है सारी, अंदर मन खिड़िया रहा बाग को लेके हर का नाम ते आए के वो
वो हरिया पाई हो रहा है। कितना जबरदस्त ये गुरु साहब सच दा वणंजे दा व्यापार करते हुए समझाते ने। सदा सच वणंजे, प्लूरल है वणंजे। व्यापारी नामो लाहा पाइंदा, ਉਹਦੇ ਨਾਲ ਲਾਹਾ ਹੀ ਲਾਹਾ ਹੈ, ਉਹਦੇ ਨਾਲ ਲਾਸ ਹੈ ਹੀ ਨਹੀਂ। ਲਾਸ ਵਰਸਿਸ ਲਾਹਾ, ਟੋਟਾ ਵਰਸਿਸ ਪ੍ਰੋਫਿਟ। क्या बात गुरु साहब ने वाइसिस ਦੇ ਨਾਲ ਅਟੈਚਮੈਂਟ ਰੱਖਦਾ ਹੈ, ਟੋਟਾ ਨੁਕਸਾਨ ਹੀ ਨੁਕਸਾਨ। ਸੱਚ ਲੈ ਲੈ ਫਾਇਦਾ ਹੀ ਫਾਇਦਾ, ਕੂੜ ਦਾ ਵਪਾਰ ਨੁਕਸਾਨ ਹੀ ਨੁਕਸਾਨ। ਜਦੋਂ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਤਾਂ ਸਾਰਾ ਨੁਕਸਾਨ। कूड़ बोल कर है हार ता सारा नुकसान। शर्म धर्म का डेरा दूर, नानक कूड़ रहा भरपूर, नुकसान ही नुकसान। तेरी पर्सनैलिटी नेगेटिव बन जाएगी। किस तरह इस शब्द राही प्रैक्टिकल जीवन जात समझाइए कि सारे सारे अंग भी ट्यून्ड होके सच का व्यापार करते हैं और मन की मत दे नाल मोह कट लेंदे ने। हाँ जी, थैंक यू। थैंक यू वीर जी, बड़े आनंदमयी तरीके दे नाल आप जी ने पूरा इंज समझिए कि हुक्मी वरसन लागे में मीह वरसन लग गया, बदल जे रहे बिल्कुल आनंद दी वरसा होने लग गई। साजन संत मिल नाम जपिया, शीतल शांत सहज सुख पाया, खांड पाई प्रभ आपे जियो। जी आप जी ने तद नू पास्ट टेंस ते प्रेजेंट टेंस नाल जोड़ के समझाना किया बड़ी अच्छे तरीके दे नाल। मेरे ख्याल नाल टेंस किसी भी ਉਹਦੇ ਵਿੱਚ ਇਸਤੇਮਾਲ ਹੋ ਸਕਦੀ ਹੈ। ਫਿਊਚਰ ਟੈਂਸ ਵਿੱਚ ਵੀ ਅਸੀਂ ਲੈ ਸਕਦੇ ਹਾਂ, ਜਦੋਂ ਤੂੰ ਇਹ ਕਰੇਗਾ ਤਦੋਂ ਤੈਨੂੰ ਪ੍ਰਾਪਤੀ ਹੋ ਜਾਏਗੀ। ਤੇ ਮੇਰੇ ਖਿਆਲ ਨਾਲ ਉਹ ਚੀਜ਼ ਗੁਰੂ ਸਾਹਿਬ ਨੇ ਤਿੰਨੋਂ ਪਾਸੇ ਹੀ ਵਰਤਾਈ ਹੈ, ਤਿੰਨੋਂ ਪਾਸੇ ਹੀ ਸਮਝਾਈ ਹੈ ਕਿ ਜਦੋਂ ਤੂੰ ਕਰੇਗਾ ਤਾਂ ਤੈਨੂੰ ਇਹ ਪ੍ਰਾਪਤ ਹੋ ਜਾਏਗਾ। ਜਦ ਤੂੰ ਕਰ ਰਿਹਾ ਤੈਨੂੰ ਪ੍ਰਾਪਤ ਹੋ ਗਿਆ, ਪ੍ਰੈਜ਼ੈਂਟ ਹੋ ਗਈ। ਜੇ ਤੂੰ ਕਰਦਾ ਪਾਸਟ ਟੈਂਸ ਵਿੱਚ ਚਲੇ ਗਏ, ਤੂੰ ਇਹ ਕੀਤਾ ਤੇ ਤੈਨੂੰ ਇਹ ਪ੍ਰਾਪਤ ਹੋਇਆ। ਤੇ ਤਿੰਨੋਂ ਹੀ ਸੈਂਸਿਸ ਵਿੱਚ ਮੇਰੇ ਖਿਆਲ ਨਾਲ ਉਸ ਚੀਜ਼ ਤੇ ਸਵਾਲ ਵੀ ਕਈ ਵਾਰੀ ਆ ਰਹੇ ਸੀਗੇ। ਮੇਰੇ ਖਿਆਲ ਉਸ ਚੀਜ਼ ਤੇ ਸਾਨੂੰ ਜ਼ਿਆਦਾ ਨਹੀਂ ਹੋਣਾ ਚਾਹੀਦਾ। ਬਹੁਤ ਖੂਬਸੂਰਤੀ ਨਾਲ ਆਪ ਜੀ ਨੇ ਵਿਚਾਰ ਦਿੱਤੇ। ਧੰਨਵਾਦ ਆਪ ਜੀ ਦਾ। ਜੀ ਬਾਲਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਬਦ ਆਪੇ ਕਰੇ, ਸ਼ਬਦ ਹੈ ਸਤਿਗੁਰੂ ਨੂੰ ਸੇਵੇ ਜਿਸ ਆਪ ਮਿਲਾਏ। ਸਤਿਗੁਰ ਨੂੰ ਸੇਵੇ, ਜਿਹੜਾ ਜੀਵ ਸਤਿਗੁਰ ਦੇ ਉਪਦੇਸ਼ ਸਿੱਖਿਆ ਗੁਣ ਨੂੰ ਧਾਰਨ ਕਰਕੇ ਸੇਵੇ ਸਿਮਰਦਾ, ਉਹਦੇ ਉੱਪਰ ਚੱਲਦਾ, ਕਾਰ ਕਰਦਾ। ਕਾਰ ਕਰਨਾ ਹੀ ਸਿਮਰਨਾ ਹੈ। ਸਤਿਗੁਰ ਦੀ ਦੱਸੀ ਕਾਰ ਤੇ ਚੱਲਣਾ ਹੀ ਸਿਮਰਨਾ ਹੈ। ਸਤਿਗੁਰ ਨੂੰ ਸੇਵੇ ਸਿਮਰਦਾ ਹੈ ਜਿਸ ਆਪ ਮਿਲਾਏ। ਜਿਹੜਾ ਸਿਮਰਦਾ ਹੈ ਉਹੀ ਮਿਲ ਸਕਦਾ ਦੂਜਾ ਨਹੀਂ। ਉਹਨੂੰ ਆਪਣੇ ਚਰਨਾਂ ਵਿੱਚ, ਆਪਣੇ ਗੁਣਾਂ ਵਿੱਚ, ਆਪਣੀ ਸਿੱਖਿਆ ਨਾਲ ਆਪਣੇ ਆਪ ਵਿੱਚ ਇੱਕ ਮਿਕ ਕਰ ਲੈਂਦਾ ਹੈ, ਮਿਲਾ ਲੈਂਦਾ ਹੈ। ਪਰਮਾਤਮਾ ਜਿਹੜਾ ਗੁਣ ਦੇ ਕੇ, ਗੁਣ ਬਖਸ਼ ਕੇ ਉਸ ਸੇਵਕ ਦੀ ਸੇਵਾ ਤੋਂ ਖੁਸ਼ ਹੋ ਕੇ ਉਸਨੂੰ ਸੱਚੀ ਸੇਵਾ ਦਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰੂ ਦਾ ਮਨ ਮੰਨੇ। ਸਤਿਗੁਰ ਦਾ ਜਦੋਂ ਮਨ ਮੰਨਦਾ ਹੈ ਸੇਵਕ ਦੀ ਕੀਤੀ ਹੋਈ ਸੇਵਾ ਦੇ ਪਰ ਤੋਂ ਆਪਣੇ ਨਾਲ ਮਿਲਾ ਲੈਂਦਾ, ਇੱਕ ਕਰ ਲੈਂਦਾ, ਵਿਵੇਕ ਬੁੱਧ ਦੀ ਦਾਤ ਬਖਸ਼ ਦਿੰਦਾ ਹੈ। ਮਮਤਾ ਕਾਟ, ਮਮਤਾ ਕੀ ਹੈ? ਲਾਲਸਾ, ਤ੍ਰਿਸ਼ਨਾ। ਇਹ ਹੈ ਮਮਤਾ। ਮੋਹ ਨੂੰ ਮਮਤਾ ਲੱਗਦੀ ਹੈ। ਮਮਤਾ ਕਾਟ ਉਹ ਜਿਹੜੀ ਪਦਾਰਥਾਂ ਦੀ ਜਾਂ ਮੋਹ ਦੀ ਜਾਂ ਪਕੜ ਦੀ ਲਾਲਸਾ ਹੈ। ਮਮਤਾ ਕਾਟ ਸੱਚ ਲਿਵ ਲਾਏ, ਸੱਚ ਦੇ ਵਿੱਚ ਸਦਾ ਥਿਰਨ ਨਾਮ ਦੇ ਵਿੱਚ ਸਿਹਾਰੀ ਹੈ ਚੱਚੇ ਨੂੰ। ਸੱਚ ਲਿਵ ਲਾਏ, ਸਦਾ ਥਿਰਨ ਨਾਮ ਨੂੰ ਕਹਿੰਦੇ ਸੱਚ ਲਿਵ ਲਾ। ਸੱਚ ਦੇ ਵਿੱਚ ਫਿਰ ਉਹਦੀ ਜਿਹੜੀ ਹੈ ਸੁਰਤੀ ਹੈ ਉਹ ਸਦਾ ਜੁੜੀ ਰਹਿੰਦੀ ਹੈ। ਭਾਵ ਉਸ ਸੱਚ ਦੀ ਹੀ ਦੱਸੀ ਹੋਈ ਕਾਰ ਜੀਵ ਕਰਦਾ। ਸੱਚ ਲਿਵ ਲਾਏ, ਲਿਵ ਸੁਰਤ ਹਮੇਸ਼ਾ ਉਹਦੀ ਜਿਹੜੀ ਹੈ ਕਰਨੀ ਹੈਗੀ ਆ ਉਹ ਗੁਣਾ ਭਰਪੂਰ ਰਹਿੰਦੀ ਹੈ। ਲਾਲਸਾ ਜਿਹੜੀ ਆ ਉਹ ਛੁੱਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸਦਾ ਸੱਚ ਵਣੰਜੈ,
ਸਦਾ ਸੱਚ। ਭਾਈ ਜਿਹੜਾ ਜੀਵ ਹਮੇਸ਼ਾ ਆਪਣੀ ਸੁਰਤੀ ਨੂੰ ਸੱਚ ਹਰੀ ਪ੍ਰਮਾਤਮਾ ਦੇ ਨਾਮ ਵਿੱਚ ਜੋੜੀ ਰੱਖਦਾ ਹੈ, ਉਹ ਹਰਨਾਮ ਦਾ ਵਣਜ ਵਪਾਰ ਸੌਦਾ, ਨਾਮ ਵਸ ਦਾ ਸੌਦਾ ਕਰਦਾ ਹੈ ਵਪਾਰੀ ਬਣ ਕੇ, ਨਾਮੋ ਲਾਹਾ ਪਾਏਂਦਾ। ਫਿਰ ਉਹ ਨਾਮ ਦੇ ਵਿੱਚ ਜੁੜਿਆ ਹੋਇਆ ਹੈ, ਸਦਾ ਆਨੰਦ ਸੁਖ ਸਹਿਜ ਸਬਰ ਸੰਤੋਖ ਆਤਮਿਕ ਦੌਲਤਾਂ ਮਾਣਦਾ ਹੋਇਆ ਲਾਹਾ ਪ੍ਰਾਪਤ ਕਰਦਾ। ਭਾਵ ਸੱਚ ਦੇ ਗੁਣਾਂ ਵਿੱਚ ਜੁੜ ਕੇ ਆਪਣੀ ਸੁਰਤ ਨੂੰ ਜੋੜ ਕੇ ਨਾਮ ਦੇ ਵਪਾਰ ਕਰਦਿਆਂ ਜੀਵਨ ਦਾ ਮਨੋਰਥ ਪ੍ਰਾਪਤ ਕਰ ਲੈਂਦਾ, ਲਾਹਾ ਪ੍ਰਾਪਤ ਕਰ ਲੈਂਦਾ। ਹਾਂਜੀ, हाँ धन्यवाद इकबाल भी जी। हाँ, नाम जपदे जपदे जीवन दा मनोरथ पूरा कर लेंदा। धन्यवाद। हाँ, अच्छी तरह बड़ी खूबसूरती नाल एक्सप्लेन किया आप जी ने। वीर जी थोड़ी जी आप जी दे पिछों आवाज घट है और हल्की डिस्टर्बेंस भी आती है, तब तक तुसी नेक्स्ट उस दे पदे तक आप जी नेटवर्क से चेक कर लिया जाए। आपे करे कराए करता, शब्द मरै सोई जन मुक्ता, नानक नाम वसै मन अंतर, नामो नाम ध्यानदा। आपे करे कराए करता, करण वाला भी वो परमात्मा है ते कराउन वाला भी वो परमात्मा है। आपे करे, आप ही सारे सब कुछ कर रहे हैं, करता पुरुष करण वाला परमात्मा आप ही है। सारिया जीवां विच मौजूद होके करवाण वाला भी वो करता है। आपे करे कराए करता, शब्द मरै सोई जन मुक्ता। शब्द मरै, शब्द दे राही मर जाए, शब्द मरै। देखो शरीरिक मौत ते साडी इक्को वारी होंदी है, शरीर साडा इक्को वारी मौत हो जाती है, ਅਸੀਂ ਕਹਿੰਦੇ ਆ ਪ੍ਰਾਣੀ ਚਲਾ ਗਿਆ। ਲੇਕਿਨ ਉਸ ਤਰੀਕੇ ਦੇ ਨਾਲ ਐਂ ਸਮਝੀਏ ਵਿਕਾਰਾਂ ਦੇ ਅੰਦਰ ਅਸੀਂ ਰੋਜ਼ਾਨਾ ਮਰਦੇ ਰਹਿੰਦੇ ਆ। ਪਰ ਗੁਰੂ ਸਾਹਿਬ ਕਹਿ ਰਹੇ ਨੇ ਆ ਮੈਂ ਤੈਨੂੰ ਸਮਝਾਵਾਂ, ਜੇ ਤੂੰ ਸ਼ਬਦ ਦੇ ਰਾਹੀਂ ਆਪਣੇ ਵਿਕਾਰਾਂ ਨੂੰ ਮਾਰ ਲਵੇਂ, ਸ਼ਬਦ ਦੇ ਰਾਹੀਂ ਤੇ ਮਨ ਦੇ ਵਿੱਚੋਂ ਤੂੰ ਮੈਲ ਨੂੰ ਕੱਢ ਦਵੇਂ, ਸ਼ਬਦ ਮਰੈ ਸੋਈ ਜਨ ਮੁਕਤਾ। ਕਹਿੰਦੇ ਫਿਰ ਉਹ ਦਾਸ ਉਹ ਭਗਤ ਮੁਕਤ ਹੋ ਜਾਂਦਾ ਹੈ, ਜਨ ਮੁਕਤਾ। ਉਹ ਜਨ ਫਿਰ ਮੁਕਤ ਹੋ ਜਾਂਦਾ ਹੈ, ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਸ਼ਬਦ ਦੇ ਰਾਹੀਂ ਮਨ ਦੇ ਵਿੱਚੋਂ ਜੋ ਹਉਮੈ ਨੂੰ ਮਾਰ ਲਵੇ, ਜੋ ਆਪਾ ਭਾਵ ਨੂੰ ਮਾਰ ਲਵੇ, ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਨਾਨਕ ਨਾਮ ਵਸੈ ਮਨ ਅੰਤਰ, ਹੈ ਨਾਨਕ ਨਾਮ ਵਸੈ ਮਨ ਅੰਤਰ। ਨਾਮ ਜਦ ਜਿਸ ਦੇ ਮਨ ਦੇ ਵਿੱਚ ਵਸ ਜਾਏ, ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਇਂਦਾ। ਨਾਮੋ ਨਾਮ ਧਿਆਇਂਦਾ ਕਹਿੰਦੇ ਜਿਸ ਦੇ ਅੰਦਰ ਨਾਮ ਵਸਿਆ। ਅਜੇ ਸਾਡੇ ਅੰਦਰ ਕੂੜ ਵਸਿਆ, ਅਜੇ ਸਾਡੇ ਅੰਦਰ ਵਿਕਾਰ ਵਸਿਆ। ਜਦੋਂ ਵਿਕਾਰ ਵਸੇ ਹੁੰਦੇ ਨੇ ਤੇ ਅਸੀਂ ਕੀ ਬੋਲਦੇ ਹਾਂ? ਜੋ ਜਿਸ ਚੀਜ਼ ਦਾ ਪ੍ਰਭਾਵ ਜ਼ਿਆਦਾ ਹੋਏ ਸਾਡੀ ਜ਼ੁਬਾਨ ਉਹੀਓ ਬੋਲਦੀ ਹੈ, ਉਹੀਓ ਸੁਣਨਾ ਪਸੰਦ ਕਰਦੀ ਹੈ, ਉਹੀਓ ਤੱਕਣਾ ਅਸੀਂ ਪਸੰਦ ਕਰਦੇ ਹਾਂ, ਉਹੀਓ ਕਾਰ ਵਿਹਾਰ ਕਰਨਾ ਪਸੰਦ ਕਰਦੇ ਹਾਂ, ਕਿਉਂਕਿ ਅੰਦਰ ਕੂੜ ਵਸਿਆ ਸੀ। ਹੁਣ ਗੁਰੂ ਸਾਹਿਬ ਕਹਿ ਰਹੇ ਨੇ, ਸਮਝਾਣਾ ਕਰ ਰਹੇ ਨੇ, ਨਾਨਕ ਹੈ ਨਾਨਕ ਨਾਮ ਵਸੇ ਮਨ ਅੰਤਰ। ਮਨ ਵਿੱਚ ਜਿੱਦਾਂ ਨਾਮ ਵਸ ਹੈ, ਹੁਣ ਸੱਚ ਵਸ ਗਿਆ। ਹੁਣ ਸੱਚ ਵਸ ਗਿਆ ਤੇ ਤੱਕਣੀ ਵਿੱਚ ਵੀ ਸੱਚ ਆ ਗਿਆ। ਨਾਮੋ ਨਾਮ ਧਿਆਇਂਦਾ ਕਹਿੰਦੇ ਨੂੰ ਨਾਮ ਧਿਆ ਰਿਹਾ, ਹੁਣ ਨਾਮ ਦੇ ਚਾਨਣ ਦੇ ਵਿਚਕਾਰ ਵਿਹਾਰ ਕਰ ਰਿਹਾ। ਹੁਣ ਜ਼ਬਾਨ ਤੋਂ ਵੀ ਸੱਚ ਨਿਕਲ ਰਿਹਾ, ਕਰਨੀ ਵਿੱਚ ਵੀ ਸੱਚ ਆ ਗਿਆ। ਕੇਵਲ ਜ਼ਬਾਨ ਤੇ ਨਾਮ ਨਹੀਂ ਰਹਿ ਗਿਆ, ਹੁਣ ਕਰਮਾਂ ਵਿੱਚ ਵੀ ਨਾਮ ਆ ਗਿਆ, ਮਨ ਵਿੱਚ ਵੀ, ਬਚਨਾਂ ਵਿੱਚ ਵੀ ਤੇ ਕਰਮਾਂ ਵਿੱਚ ਵੀ ਸੱਚ ਆ ਗਿਆ। ਨਾਮੋ ਨਾਮ ਧਿਆਇਂਦਾ, ਫਿਰ ਕੇਵਲ ਤੇ ਕੇਵਲ ਨਾਮ ਨੂੰ ਜਪਣਾ ਕਰਦਾ ਹੈ, ਧਿਆਉਣਾ ਕਰਦਾ। ਜੀ ਹਰਵਿੰਦਰ ਵੀਰ ਜੀ। ਜੀ ਸਾਰਾ ਜੀਵਨ ਪਿੱਛੋਂ ਦੇਖੀ ਆ ਰਹੇ ਹਾਂ ਬਈ ਮਾਲਕ ਦਾਤਾ ਹੈ, ਉਹਨੇ ਫਿਰ ਸਾਡੇ ਜੀਵਨ ਵਿੱਚ ਗੁਰੂ ਦੀ ਇੰਪੋਰਟੈਂਸ ਸਾਨੂੰ ਬਹੁਤ ਸਾਰੇ ਜਿਹੜੇ ਪਦਿਆਂ ਦੇ ਰਾਹੀਂ ਸਾਨੂੰ ਸਮਝਾਉਂਦੇ ਪਏ ਨੇ। ਫਿਰ ਇੱਥੇ ਆ ਕੇ ਗੁਰੂ ਸਾਨੂੰ ਕਹਿੰਦੇ ਪਏ ਨੇ, ਕਹਿੰਦੇ ਨੇ ਆਪੇ ਕਰੇ ਕਰਾਏ ਕਰਤਾ। ਇਹ ਸਾਰੀ ਖੇਡ ਹੀ ਉਸ ਪਰਮਾਤਮਾ ਦੀ ਹੈ। ਤੂੰ ਆਪੇ ਖੇਲ ਕਰੈ ਸਭ ਕਰਤੇ। ਇਹ ਉਸ ਮਾਲਕ ਨੇ ਇੱਕ ਖੇਡ ਜਿਹੜੀ ਹੈ ਨਾ, ਕਹਿੰਦੇ ਬੱਬੇ ਬਾਜੀ ਖੇਲਣ ਲਾਗਾ, ਚੌਪੜ ਕੀਤੇ ਚਾਰ ਜੁਗਾ, ਜੀ ਜੰਤ ਸਭ ਕੀਤੀ ਸਾਰੀ, ਪਾਸਾ ਢਾਲਨ
ਆਪ ਲਗ ਇਹ ਉਸ ਜੀ ਜੰਤ ਸਭ ਤੇਰਾ ਖੇਲ। ਇਹ ਉਸ ਮਾਲਕ ਨੇ, ਇਹ ਨਿਯਮ ਵੀ ਉਹਦੇ ਨੇ, ਗੇਮ ਵੀ ਉਹਦੀ ਹੈ, ਫੈਸਲੇ ਵੀ ਉਹਦੇ ਨੇ। ਇਹ ਉਸ ਮਾਲਕ ਦੀ ਸਾਰੀ ਆਪਣੀ ਖੇਡ ਰਚੀ ਹੋਈ ਹੈ। ਉਹ ਕਿਸੇ ਨੂੰ ਪੁੱਛਦਾ ਨਹੀਂ, ਉਹ ਕਿਸੇ ਕੋਲ ਸਲਾਹ ਨਹੀਂ ਲੈਂਦਾ। ਉਸ ਪਰਮਾਤਮਾ ਜਿਹੜਾ ਹੈ ਉਹਨੇ ਇਹ ਸਾਰੀ ਖੇਡ ਰਚੀ ਹੋਈ ਹੈ। ਫਿਰ ਇਹਦੇ ਵਿੱਚੋਂ ਜਿਹੜਾ ਕਹਿ ਰਹੇ ਨੇ ਕਿ ਵੀ ਜਿਹੜਾ ਗੱਲ ਚੱਲੀ ਆ ਰਹੀ ਸੀ ਵੀ ਗੁਰੂ ਦੇ ਸਿਧਾਂਤ ਨੂੰ ਲੈ ਕੇ ਇੱਕ ਸੁੰਦਰ ਜੀਵਨ ਬਣਾਉਣ ਦਾ, ਇੱਕ ਉਹ ਜੀਵਨ ਜੋ ਪ੍ਰਵਾਨ ਹੋ ਸਕੇ। ਕਹਿੰਦਾ ਸ਼ਬਦ ਮਰੈ ਸੋਈ ਜਨ ਮੁਕਤਾ। ਜਿਹੜਾ ਜੀਵਨ ਦਾ ਟਾਰਗੇਟ ਸੀ ਨਾ, ਅਸੀਂ ਜੋ ਕਹਿੰਦੇ ਵੀ ਕਹਿੰਦੇ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ। ਜਿਸਨੇ ਸ਼ਬਦ ਦੇ ਰਾਹੀਂ ਆਪਣੇ ਮਨ, ਕਹਿੰਦੇ ਵੀ ਅੰਤ ਕਾਲ ਜੋ ਲੜਕਾ ਸਿਮਰੇ ਐਸੀ ਚਿੰਤਾ ਮੇਜੇ ਮਰੇ, ਅੰਤ ਕਾਲ ਜੋ ਇਸਤਰੀ ਸਿਮਰੇ। ਜੇ ਗੁਰੂ ਸ਼ਬਦ ਨੂੰ ਲੈ ਲਿੱਤਾ ਹੁੰਦਾ ਆਪਣੇ ਨਾਲ, ਕਹਿੰਦੇ ਫਿਰ ਤੋਂ ਉਸ ਜਿਸ ਬੰਧਨ ਵਿੱਚ ਪੈ ਜਾਣਾ ਸੀ ਨਾ ਤੂੰ, ਤੇਰੇ ਜ਼ਿੰਦਗੀ ਦਾ ਜੋ ਕਾਰਜ ਸੀ, ਤੂੰ ਆਇਆ ਸੀ ਇੱਥੇ ਰੱਬ ਸਰੂਪ ਹੋਣ ਨੂੰ, ਤੇ ਜੇ ਤੂੰ ਗੁਰੂ ਦਾ ਸ਼ਬਦ ਲੈ ਕੇ ਉਸ ਟਾਈਮ ਤੇ ਕੰਮ ਕਰ ਲੈਂਦਾ। ਇੱਥੇ ਕਹਿੰਦੇ ਵੀ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਨਿਆ। ਤੇ ਮਰਨ ਵਾਲੀ ਜਿਹੜੀ ਗੱਲ ਚੱਲਦੀ ਪਈ ਨਾ, ਵੀ ਆਪਣੇ ਜ਼ਮੀਰ ਨੂੰ ਨਾ, ਉਹ ਵਾਲਾ ਸ਼ਬਦ ਵੀ ਅੰਤ ਕਾਲ ਜੋ ਲੜਕਾ ਸਿਮਰੇ, ਅੰਤ ਕਾਲ ਲਾਸਟ ਵਿੱਚ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੇ ਮਰੇ। ਅੰਦਰ ਵੀ ਪਹਿਲਾ ਜਿਹੜਾ ਨਾ ਵੀ ਤੂੰ ਸਾਰੇ ਮਾੜੇ ਪਹਿਲੇ ਜਿਹੜੇ ਨੇ ਵੀ ਉਹ ਜਿਹੜਾ ਮਨ ਨੂੰ ਮਾਰ ਲੈ, ਫਿਰ ਲਾਸਟ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੇ ਮਰੇ, ਬਦਤ ਤੇ ਲੋਚਨ ਤੇ ਨਰ ਮੁਕਤਾ ਪਿਤਾੰਬਰ ਵਾਂਕੇ ਹਿਰਦੇ ਵਸੈ। ਜਿਸਨੇ ਆਪਣੇ ਮਨ ਨੂੰ ਮਾਰਨ ਦੀ ਜਾਚ ਸਿੱਖ ਲਿੱਤੀ ਨਾ, ਕਹਿੰਦੇ ਨੇ ਐਸੇ ਮਰੋ ਜੇ ਬਹੁਰ ਨਾ ਮਰਨਾ। ਮਨ ਮਾਰਨ ਦਾ ਉਹ ਤਰੀਕਾ ਸਿੱਖ ਲੈ ਗੁਰੂ ਕੋਲੋਂ, ਜਿਸ ਨਾਲ ਤੈਨੂੰ ਘੜੀ ਜਿਹੜਾ ਹੈ ਨਾ, ਉਹ ਪਲ ਮਰਨਾ ਨਹੀਂ ਪਏਗਾ। ਨਾਨਕ ਜੀਵਤਿਆਂ ਮਰ ਰਹੀਏ ਐਸਾ ਜੋਗ ਕਮਾਈਏ। ਵਾਜੇ ਬਾਜੋ ਸਿੰਘੀ ਵਾਜੈ ਤੋ ਨਿਰਭਉ। ਵਾਜੇ ਬਾਜੋ ਗੁਰਮਤਿ ਦਾ ਸਿਧਾਂਤ ਤੇਰੇ ਦਿਮਾਗ ਵਿੱਚ ਹਮੇਸ਼ਾ ਚੱਲਦਾ ਰਹੇ। ਕਹਿੰਦੇ ਬਿਨ ਵਜਾਏ ਕਿੰਗੁਰੀ ਵਾਜੇ ਜੋਗੀ। ਗੁਰਮਤਿ ਸਿਧਾਂਤਾਂ ਦੀ ਕਿੰਗੁਰੀ, ਗੁਰਮਤਿ ਸਿਧਾਂਤਾਂ ਦੇ ਵਾਜੇ, ਇਹ ਤੇਰੇ ਅਸੀਂ ਸਿਮਰਨ ਕਿਹਨੂੰ ਕਹਿੰਦੇ ਪਿਆ? ਕੀਪਿੰਗ ਇਟ ਇਨ ਦ ਬੈਕ ਆਫ ਦੀ ਮਾਈਂਡ, ਸਮਰਨ ਕਰਨਾ। ਇਹ ਤੇਰੇ ਦਿਮਾਗ ਅੰਦਰ ਹਮੇਸ਼ਾ ਚੱਲਦਾ ਰਹੇ। ਗੁਰ ਕੇ ਸ਼ਬਦ ਮਰੈ ਮਨ ਮਾਰੈ ਸੁੰਦਰ ਜੋਗਾ ਧਾਰੀ। ਜਿਸਨੇ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਮਾਰਨ ਦੀ ਜਾਚ ਸਿੱਖ ਲਿੱਤੀ ਨਾ, ਗੱਲ ਚੱਲੀ ਆਂਦੀ ਵੀ ਸਾਰਾ ਵੀ ਰੱਬ ਦਾ ਖੇਡ ਹੈ। ਰੱਬ ਨੇ ਗੁਰੂ ਨਾਲ ਤੇਰਾ, ਗੁਰੂ ਦੇ ਮਿਲਾਪ ਤੋਂ ਬਿਨਾ ਤੇਰੇ ਜੀਵਨ ਦੀ ਗਤੀ ਨਹੀਂ ਹੈ। ਇੱਥੇ ਵੀ ਕਹਿੰਦੇ ਵੀ ਜੇ ਗੁਰੂ ਨੂੰ ਮਿਲ ਕੇ ਜੇ ਤੂੰ ਆਪਣੇ ਮਨ ਨੂੰ ਮਾਰਨ ਦਾ, ਤੇਰਾ ਜਿਹੜਾ ਜੀਵਨ ਦਾ ਪਰਪਸ ਸੀ ਨਾ, ਵੀ ਇਹ ਮੁਕਤ ਹੋਣਾ, ਵੀ ਕਮਨ ਕਾਜ ਸਿਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ। ਤੇਰੇ ਜੀਵਨ ਦਾ ਏਮ ਕੀ ਸੀ? ਕਹਿੰਦੇ ਵੀ ਉਹ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੂੰ ਉਹ ਪਰਮਾਤਮਾ ਸਰੂਪ ਬਣਨ ਨੂੰ ਆਇਆ ਸੀ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ। सोई फिर के तू हुआ जाको कहता, और तू करता तू हुआ। पिता जात तब होई है कुर तुठा करे पसाओ। तुद ਨੂੰ ਸੇਵੈ ਸੇ ਤੁਝੇ ਸਮਾਵੈ। ਇਹ ਸਾਡੇ ਜੋ ਜੀਵਨ ਦਾ ਏਮ ਸੀ ਨਾ, ਅਸੀਂ ਉਸ ਪਰਮਾਤਮਾ ਦਾ ਸਰੂਪ ਬਣ ਜਾਣਾ ਸੀ ਇਹਦੇ ਅੰਦਰ। ਇਹ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਮਾਰ ਕੇ, ਹੋਰ ਇਹ ਕਾਰਜ ਜਿਉਂਦਿਆਂ ਜੀ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਇਹ ਕਾਰਜ ਸਵਰਨ ਵਾਲਾ ਨਹੀਂ ਹੈ ਤੇਰਾ। ਜਿਉਂਦਿਆਂ ਜੀ ਗੁਰੂ ਸ਼ਬਦ ਦੇ ਰਾਹੀਂ ਤੂਨੇ ਆਪਣੇ ਮਨ ਨੂੰ ਮਾਰ ਕੇ ਉਸ ਪਰਮਾਤਮਾ ਦਾ ਸਰੂਪ ਉਹਦੇ ਵਿੱਚ ਲੀਨ ਹੋ ਜਾਣਾ। ਤਨੇ ਬਹੁਰਮ ਕਾਹੇ ਆਵੇਂਗੇ ਆਵਨ ਜਾਣਾ ਹੁਕਮ ਤਿਸੇ ਕਾ। ਵੀ ਜੇ ਅਸੀਂ ਹੁਕਮ ਨੂੰ ਬੁੱਝ ਗਏ, ਅਸੀਂ ਉਹਦੇ ਉਹ ਵਾਲਾ ਜੀਵਨ ਜਿਹੜਾ ਹੈ ਨਾ, ਵੀ ਉਹ ਜਿਹੜਾ ਜੀਵਨ ਬਣ ਗਿਆ। ਕਹਿੰਦੇ ਨਾਨਕ ਨਾਮ ਵਸੈ ਮਨ ਅੰਤਰ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰੱਬੀ ਨਿਯਮ, ਅਸੀਂ ਕਹਿੰਦੇ ਹਰ ਨਾਮ ਹਮਾਰਾ ਪ੍ਰਭ, ਰੱਬੀ ਸਿਧਾਂਤ ਹੀ ਸਾਡੇ ਵਾਸਤੇ ਰੱਬ ਦਾ ਸਰੂਪ ਨੇ। ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਇਂਦਾ। ਉਹ ਹਰ, ਅਸੀਂ ਕਹਿੰਦੇ ਵੀ ਜ਼ਿੰਦਗੀ ਦੇ ਹਰ ਕਾਰਜ ਵਾਸਤੇ ਡਿਫਾਈਨ ਨਾ ਕਰੀ। ਜਿਨ੍ਹਾਂ ਸਿਮਰਤੀਆਂ ਸ਼ਾਸਤਰੀਆਂ ਦੇ ਪ੍ਰਥਾਈ ਗੁਰੂ ਸਾਹਿਬ ਕਹਿੰਦੇ ਪਏ ਨੇ ਵੀ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਨਹੀਂ, ਤੂੰ ਕਿਸੇ ਅਸੀਂ ਫਿਰ ਕਹਿ ਲਈਏ ਕਿ ਇਹ ਗੁਰਮਤ ਵਿੱਚ ਅੱਛਾ ਮਾਰਨਾ ਪ੍ਰਵਾਨ ਹੈ, ਦਾਨ ਦੇਣਾ ਅੱਛਾ ਹੈ, ਮਾੜਾ। ਗੁਰੂ ਕਹਿੰਦੇ ਨਹੀਂ, ਤਤ ਸਾਰ ਗੁਰੂ ਕੋਲੋਂ ਲੈ ਲੈ। ਵਿਵੇਕ ਬੁੱਧੀ ਹੈ ਕੀ, ਇੰਟੈਲੈਕਚੁਅਲ ਮਾਈਂਡ ਕੀ ਹੈ। ਡਾਕਟਰ ਨੂੰ ਇੱਕ ਯੂ ਹੈਵ ਟੂ ਗਿਵ ਹਿਮ ਕੰਪਲੀਟ ਡਿਸਟਿੰਕਟ। ਜਦੋਂ ਤੂੰ ਕੋਈ ਸਰੀਰ ਦਾ ਆਪਰੇਸ਼ਨ ਕਰਨਾ ਹੈ, ਚੀਰ ਪਾੜ ਕੀਤੀ ਹੋਈ ਨਾ, ਯੂ ਹੈਵ ਟੂ ਟੇਕ, ਕਿਉਂਕਿ ਹਰ ਕੇਸ ਅਲੱਗ ਆਉਣ ਵਾਲਾ ਹੈ। ਜੇ ਤੂੰ ਡਿਫਾਈਨ ਕਰ ਦਿੱਤਾ ਨਾ ਕਿ ਇਹਨੂੰ ਇਹ ਕੰਮ ਕਰਨਾ ਪੁੰਨ ਦਾ ਕੰਮ, ਅੱਛਾ ਇਹ ਸਦ ਗੁਣ ਰਜ ਗੁਣ ਤਮ ਗੁਣ ਹੈ, ਹੋ ਸਕਦਾ ਕਿਸੇ ਨੂੰ ਮਾਰਨਾ ਸੱਤ ਦਾ ਕੰਮ ਅੱਛਾ ਕੰਮ ਹੋ ਜਾਵੇ।
ਕੱਲ ਵੀ ਗੱਲ ਕਰਦੇ ਨੇ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਜਿਹੜੀ ਚੌਥੀ ਪਦਵੀ ਹੈ ਨਾ, ਚੌਥੀ ਪਦਵੀ ਗੁਰਮੁਖ ਉੱਚੀ, ਉਹ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਪੁੱਕ ਹੈ। ਗੁਰੂ ਕਹਿੰਦੇ ਨਹੀਂ, ਇਹ ਤ੍ਰੈ ਗੁਣ ਤੋਂ ਉੱਤੇ ਜਿਹੜੀ ਚੌਥੀ ਪਦਵੀ ਨਾ, ਗੁਰਮੁਖ ਹੱਸੈ ਗੁਰਮੁਖ ਰੋਵੇ, ਜੇ ਗੁਰਮੁਖ ਕਰੇ। ਗੁਰੂ ਕੋਲੋਂ ਹਰ ਗੱਲ ਦੀ ਅਗਵਾਈ ਲੈ ਲਈ। ਜ਼ਿੰਦਗੀ ਵਿੱਚ ਇਹ ਨਾਮ ਤੇਰੇ ਮਨ ਵਿੱਚ ਟਿਕਾ ਲੈ। ਨਾਮ ਇੱਕੋ ਨਾਮ ਹੁਕਮ ਹੈ। ਕਹਿੰਦੇ ਹੋਰ ਕੇਵਲ ਨਾਮ ਨੂੰ ਹੀ ਪੁੱਛ ਕੇ ਹਰ ਕੰਮ ਕਰੀ। ਜ਼ਿੰਦਗੀ ਦਾ ਜੋ ਕੰਮ ਕਰਨਾ ਹੈ, ਅੱਜ ਕੱਲ੍ਹ ਵੀ ਕਰਕੇ ਤੁਸੀਂ ਦਾਨ ਗੁਰੂ ਕੋਲੋਂ ਪੁੱਛ ਲਈ। ਇੱਕ ਪਾਸੇ ਗੁਰੂ ਕਹਿੰਦਾ ਪਿਆ ਵੀ ਉਹ ਹਰੀਚੰਦ ਦਾਨ ਕਰੇ ਜਸ ਲੇਵੇ, ਬਿਨ ਗੁਰ ਪੁੱਛੇ ਜਾਏ ਪੇਵੇ। ਹਰੀਚੰਦ ਨੇ ਕੀਤਾ ਤੇ ਦਾਨ ਹੀ ਸੀ ਨਾ, ਲੇਕਿਨ ਕਹਿੰਦਾ ਗੁਰੂ ਨੂੰ ਪੁੱਛਣ ਤੋਂ ਬਿਨਾਂ ਕੀਤਾ ਸੀ ਉਹ। ਕਈ ਐਸੇ ਸ਼ਬਦ ਨੇ, ਇੱਕ ਪਾਸੇ ਗੁਰੂ ਕਹਿੰਦਾ ਵੀ ਬੋਲਣਾ ਨਹੀਂ, ਇੱਕ ਪਾਸੇ ਕਹਿੰਦੇ ਨੇ ਵੀ ਉਹ ਵਿਚਕਾਰ ਉਹ ਸ਼ਬਦਾਂ ਦੀ ਸਾਂਝ ਪਾਉਂਦੇ ਸੀ ਵੀ ਉਹ ਆਪਨ ਹੱਥੀ ਆਪ ਨਾ ਆਪੇ ਹੀ ਕਾਜ ਸਵਾਰੀ। ਦੂਜੇ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਵੀ ਉਹ ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ। ਐਸੇ ਬਹੁਤ ਸਾਰੇ ਸ਼ਬਦ ਨੇ, ਤੇ ਗੁਰੂ ਤੁਹਾਨੂੰ ਇੱਕ ਤੁਹਾਨੂੰ ਗਾਈਡਲਾਈਨਸ ਦੇ ਦਿੰਦਾ ਹੈ, ਔਰ ਉਹਦੇ ਵਿੱਚ ਫਿਰ ਤੁਸੀਂ ਆਪਣੀ ਵਿਵੇਕ ਬੁੱਧੀ ਨੂੰ ਯੂਜ਼ ਕਰਕੇ ਤੇ ਯੂ ਹੈਵ ਟੂ ਮੂਵ। ਹਾਂਜੀ ਥੈਂਕ ਯੂ ਵੀਰ ਜੀ। ਔਰ ਜੀ ਗੁਰਬਾਣੀ ਤੋਂ ਉਦਾਹਰਨ ਦੇ ਕੇ ਬੜੀ ਖੂਬਸੂਰਤੀ ਨਾਲ ਸਮਝਾਣਾ ਕਰਦੇ ਹੋ। ਥੈਂਕ ਯੂ ਸੋ ਮਚ ਜੀ। ਇਕਬਾਲ ਵੀਰ ਜੀ। ਹੈਲੋ ਜੀ ਜੀ ਵੀਰ ਜੀ, ਵਿਚਾਰ ਦਿਓ ਜੀ। ਆਪੇ ਕਰੇ ਕਰਾਏ ਕਰਤਾ। ਕੌਣ ਕਰਦਾ ਜੀ? ਕਰਤਾ ਆਪੇ ਹੀ ਕਰਦਾ ਹੈ। ਕੀ ਕਰਦਾ? ਉਹ ਕਰੇ ਵੀ, ਕਰਦਾ ਵੀ, ਕਰਾਏ ਵੀ, ਕਰਾਉਂਦਾ ਵੀ। ਕਰਤਾ ਕੌਣ? ਜਿਹੜਾ ਕਾਰ ਕਰਦਾ ਹੈ, ਸੰਸਾਰ ਦੀ ਕਾਰ ਕਰਦਾ, ਉਹ ਕਰਤਾ ਹੈ। ਸੰਸਾਰ ਦੀ ਕਾਰ ਕੌਣ ਕਰਦਾ? ਉਹ ਇੱਕ ਹੈ, ਓੰਗ। ਇੱਕ ਓੰਗ ਰੱਬ ਪਰਮਾਤਮਾ, ਪਰਮੇਸ਼ਰ, ਪ੍ਰਭੂ, ਅੱਲਾਹ, ਰਾਮ, ਹਰ, ਉਹ ਇੱਕ ਹੈ ਜਿਹੜਾ ਉਹ ਇੱਕ ਸਾਰੇ ਸੰਸਾਰ ਦੀ ਕਾਰ ਕਰਦਾ। ਤਾਂ ਹੀ ਗੁਰਬਾਣੀ ਨੇ, ਗੁਰੂ ਨੇ ਮੂਲ, ਜਿਹੜਾ ਮੂਲ ਤੱਤ ਸਾਰ ਉਹਦਾ ਨਾਮ ਇੱਕ ਓੰਕਾਰ ਲਿਖਿਆ। ਉਹ ਇੱਕ ਓੰਗ ਜਿਹੜਾ ਸਾਰੇ ਸੰਸਾਰ ਦੀ ਕਾਰ ਕਰਦਾ। ਆਪੇ ਕਰੇ, ਉਹ ਆਪ ਹੀ ਕਰਦਾ, ਕਿਸੇ ਕੋ ਪੁੱਛਦਾ ਨਹੀਂ ਹੈ, ਕਿਸੇ ਦੀ ਸਲਾਹ ਨਹੀਂ ਲੈਂਦਾ, ਕਿਸੇ ਦੇ ਗੁਣਾ ਨਿਯਮ ਸਿਧਾਂਤ ਦੇ ਉੱਪਰ ਨਹੀਂ ਚੱਲਦਾ। ਉਹਦੇ ਆਪਣਾ ਹੀ ਸਾਰਾ ਕੁਛ ਹੈ। ਆਪ ਕਰੇ ਕਰਾਏ ਆਪੇ ਆਪ, ਉਹ ਆਪ ਹੀ ਕਰਨ ਵਾਲਾ ਹੈ ਸਾਰਾ ਕੁਛ। ਆਪੇ ਕਰੇ ਕਰਾਏ, ਉਹ ਸੰਸਾਰ ਤੋਂ ਵੀ ਕਰਾ ਲੈਂਦਾ ਹੈ। ਸੰਸਾਰ ਨੂੰ ਨਿਯਮਾਂ ਵਿੱਚ ਬੰਨ੍ਹ ਕੇ, ਸੰਸਾਰ ਨੂੰ ਹੁਕਮ ਦੇ ਕੇ, ਸੰਸਾਰ ਨੂੰ ਸਿਧਾਂਤ ਦੇ ਕੇ ਉਹ ਕਾਰ ਕਰਾਉਂਦਾ। ਜੀਵਨ ਦਾ ਮਨੋਰਥ, ਜੀਵਨ ਦੀ ਕਾਰ ਕਰਾਏ ਕੌਣ ਜੀ? ਕਰਤਾ। ਉਹ ਇੱਕ ਓੰਕਾਰ ਇਹ ਸਾਰੀ ਕਾਰ ਕਰਦਾ ਹੈ ਤੇ ਸਾਰੀ ਕਾਰ ਕਰਵਾਉਂਦਾ ਹੈ। ਸ਼ਬਦ ਮਰੇ ਸੋਈ ਜਨ ਮੁਕਤਾ। ਹੁਣ ਕਾਰ ਕੀ ਕਰਾਉਂਦਾ ਜੀਵਾਂ ਪਾਸੋਂ ਜੀ? ਉਹ ਗੁਰੂ ਦੇ ਨਾਲ ਜੋੜ ਕੇ, ਗੁਰੂ ਦੇ ਰਾਹੀਂ ਸ਼ਬਦ ਦੇ ਕੇ ਮਰੈ। ਜੀਵਾਂ ਦੇ ਅੰਦਰਲਾ ਆਪਾ ਭਾਵ ਮੈਂ, ਮੇਰੀ, ਹੋਂ, ਹੰਗਤਾ ਉਹ ਮਾਰ ਦਿੰਦਾ ਜੀ। ਹਮਰੇ ਵਸ ਕਿਛ ਨਹੀਂ। ਇਸੇ ਕਰਕੇ ਕਿਹਾ ਵੀ ਜੀਵ ਦੇ ਕਿਛ ਵਸ ਨਹੀਂ ਹੈ। ਪਰਮਾਤਮਾ ਜੀਵ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਵਿਕਾਰਾਂ ਨੂੰ ਮਾਰ ਦਿੰਦਾ ਹੈ, ਮਰੈ। ਉਹ ਆਪਣੀ ਹੋ ਹੰਗਤਾ ਮਾਰ ਲੈਂਦਾ। ਜਿਹੜਾ ਜੀਵ ਹੋ ਹੰਗਤਾ ਮਾਰ ਲੈਂਦਾ ਸੋਈ ਜਨ। ਉਹ ਜਿਹੜਾ ਸੇਵਕ ਆ, ਭਗਤ ਆ, ਜਨ ਕੋਈ ਵਿਰਲਾ ਮੁਕਤਾ, ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਮੈਂ ਮੇਰੀ ਨਹੀਂ ਕਰਦਾ, ਨਿਮਰਤਾ ਦੇ ਪਲ 'ਚ ਰਹਿੰਦਾ, ਸਹਿਜ ਸਬਰ ਸੰਤੋਖ ਵਿੱਚ ਜਿਉਂਦਾ, ਗੁਰੂ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ, ਨਿਮ ਨਿਮ ਕੇ ਰਹਿੰਦਾ, ਨਿਮ ਨਿਮ ਲਾਗੋਂ ਪਾਓ ਜਿਉ। ਨਿਮਰਤਾ ਦੇ ਤਲ ਤੇ ਮੈਂ ਨਹੀਂ ਕਰਦਾ, ਭਾਵ ਮੈਂ ਜਾਣ ਲਿਆ, ਮੈਂ ਪਛਾਣ ਲਿਆ, ਮੈਂ ਬੁੱਝ ਲਿਆ, ਨਹੀਂ, ਤੂੰ ਜਣਾਏ। ਉਹ ਇਹੀ ਕਹਿੰਦਾ ਵੀ ਤੂੰ ਜਣਾ ਮੈਨੂੰ। ਇਹ ਸਤਿਗੁਰ ਜੀ, ਤੇਰੀ ਬਖਸ਼ੀ ਹੋਈ ਸਿੱਖਿਆ ਨੇ, ਤੇਰੀ ਬਖਸ਼ਿਆ ਹੋਇਆ ਉਪਦੇਸ਼ ਨੇ ਮੈਨੂੰ ਇਹ ਸੋਝੀ ਦੇ ਦਿੱਤੀ, ਮੇਰੀ ਕੋਈ ਪਾਇਆ ਨਹੀਂ। ਤੂੰ ਕਰਤਾ ਕਰਣਾ, ਮੈਂ ਨਹੀਂ ਹੈ, ਤੂੰ ਹੈ। ਉਹ ਜੀਵ ਹੈ, ਤੂੰ ਕਰਦਾ ਹੈ।
ਸ਼ਬਦ ਮਰੇ, ਉਹ ਸ਼ਬਦ ਦੇ ਰਾਹੀਂ ਮੈਂ ਮਿਟਾ ਲੈਂਦਾ, ਸੋਈ ਜਨ ਮੁਕਤ ਵਿਕਾਰਾਂ ਰਹਿਤ ਬਣ ਜਾਂਦਾ ਹੈ, ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਨਾਨਕ, ਇਹ ਨਾਨਕ ਨਾਮ ਵਸਮਨ, ਜਿਸ ਮਨੁੱਖ ਦੇ ਮਨ ਦੇ ਅੰਦਰ, ਮਨ ਦਾ ਜਿਹੜਾ ਔਂਕੜਾ ਉਹ ਅੰਤਰ ਆਉਣ ਦੇ ਕਰਕੇ, ਇਹ ਲੁਪਤ ਸੰਬੰਧਕ ਦੇ ਮਨ ਦੇ ਅੰਦਰ ਆਉਣ ਕਰਕੇ ਮੁਕਤਾ ਜਿਹੜਾ ਉਹ ਚੱਕ ਹੋ ਗਿਆ, ਮੁਕਤਾ ਰਹਿਤ ਬਣ ਗਿਆ। ਨਾਮ ਵਸੈ, ਜਿਸ ਦੇ ਅੰਦਰ ਗੁਣਾਂ ਦੀ ਸਾਂਝ, ਨਾਮ ਪਦਾਰਥ, ਸਿਧਾਂਤ, ਸੱਚ, ਦ੍ਰਿੜਤਾ ਅੰਦਰ ਬਣ ਜਾਂਦੀ ਹੈ, ਉੱਤਰ ਗੁਣਾਂ ਵਾਲਾ ਹੋ ਜਾਂਦਾ ਹੈ, ਵਿਕਾਰਾਂ ਰਹਿਤ ਬਣ ਜਾਂਦਾ ਹੈ। ਸ਼ਬਦ ਦੇ ਰਾਹੀਂ ਉਹ ਆਪਣੇ ਮਨ ਦੇ ਅੰਦਰ, ਨਾਮ ਵਸੇ ਮਨ ਅੰਤਰ, ਮਨ ਦੇ ਅੰਦਰ ਵੀ ਗੁਣ ਟਿਕਾ ਲੈਂਦਾ ਹੈ। ਹਮੇਸ਼ਾ ਹੀ ਉਹਨਾਂ ਗੁਣਾਂ ਨੂੰ ਖਾਵੋ ਖਰਚੋ ਵਾਲੇ ਮਿਲ ਭਾਈ, ਖਾਂਦਾ ਖਰਚਦਾ ਪੁੰਚਦਾ, ਨਾਮੋ ਨਾਮ ਧਿਆਇਂਦਾ। ਫਿਰ ਉਹਨਾਂ ਗੁਣਾਂ ਦੇ ਨਾਲ ਲਿਪਤ ਹੋਇਆਂ ਹੀ, ਜੁੜਿਆ ਰਹਿੰਦਿਆਂ ਹੀ ਪਰਮਾਤਮਾ ਨੂੰ ਧਿਆਉਂਦਾ ਹੈ, ਸੇਵਦਾ, ਸਿਮਰਦਾ, ਉਹਦੇ ਉੱਪਰ ਚੱਲਦਾ। ਭਾਵ ਕਿ ਗੁਰੂ ਦੀ ਰਾਹੀਂ ਦੱਸੀ ਹੋਈ ਕਾਰ, ਦੱਸੇ ਹੋਏ ਗੁਣ ਉਪਦੇਸ਼, ਸਿੱਖਿਆ ਨੂੰ ਨਿਰੰਤਰ ਜਾਰੀ ਰੱਖਦਾ, ਚੱਲਦਾ ਜੀ। ਧੰਨਵਾਦ ਵੀਰ ਜੀ, ਆਪ ਜੀ ਨੇ ਬਰੀਕੀਆਂ ਦੇ ਨਾਲ ਸਮਝਾਣਾ ਕੀਤਾ। ਇਹ ਗੱਲ ਧਿਆਨ ਦੇਣ ਦੀ ਹੈ, ਜਿਸ ਤਰ੍ਹਾਂ ਵੀਰ ਜੀ ਨੇ ਵੀ ਠਹਿਰਾਵ ਦਿੱਤਾ, ਬਾਕੀਆਂ ਨੇ ਵੀ ਠਹਿਰਾਵ ਦਿੱਤਾ, ਨਾਨਕ ਅੱਖਰ ਤੇ ਠਹਿਰਾਵ ਦੇ ਕੇ ਚੱਲਣਾ ਹੈ। ਅਰਥ ਵੀ ਵੀਰ ਜੀ ਨੇ ਬਿਲਕੁਲ ਠੀਕ ਸਮਝਾਣੇ ਕੀਤੇ ਹਨ। ਹੈ ਨਾਨਕ, ਅਗਰ ਅਸੀਂ ਠਹਿਰਾਵ ਨਹੀਂ ਦੇਵਾਂਗੇ, ਨਾਨਕ ਨਾਮ ਇਕੱਠਾ ਪੜ੍ਹ ਲਵਾਂਗੇ ਤੇ ਕਿਧਰੇ ਨਾ ਕਿਧਰੇ ਅਰਥ ਇਹ ਬਣਨਗੇ ਕਿ ਨਾਨਕ ਦਾ ਨਾਮ ਵਸੇ ਮਨ ਅੰਤਰ। ਉੱਥੇ ਨਾਨਕ ਦਾ ਨਾਮ ਨਹੀਂ ਅਰਥ ਬਣ ਰਹੇ, ਇੱਥੇ ਬਣ ਰਹੇ ਹੈ ਨਾਨਕ, ਜਿਸ ਦੇ ਵਿੱਚ ਸੱਚ ਵਸ ਹੈ, ਜਿਸ ਦੇ ਵਿੱਚ ਪਰਮਾਤਮਾ ਦੇ ਗੁਣ ਵਸ ਹਨ। ਨਾਨਕ ਨਾਮ ਵਸੇ ਮਨ ਅੰਤਰ, ਤੇ ਨਾਨਕ ਦੇ ਠਹਿਰਾਵ ਦੇ ਕੇ ਅਸੀਂ ਪਾਠ ਕਰਨਾ। ਬਿਲਕੁਲ ਠੀਕ ਜਗ੍ਹਾ ਆਪ ਜੀ ਨੇ ਵੀਰ ਜੀ ਸਮਝਾਣਾ ਕੀਤਾ, ਬਹੁਤ ਚੰਗੇ ਤਰੀਕੇ ਨਾਲ ਜੀ। ਭੂਆ ਜੀ, ਆਪੇ ਕਰੇ ਕਰਾਏ ਕਰਤਾ, ਸ਼ਬਦ ਮਰੈ ਸੋਈ ਜਨ ਮੁਕਤਾ। ਪਿਛਲੇ ਪਦ ਵਿੱਚ ਕੀ ਕਹਿੰਦੇ ਨੇ, ਨਾਮੋ ਲਾਹਾ ਪਾਏਦਾ। ਇਹ ਕਿਹੜਾ ਲਾਹ ਸੀ, ਇਹ ਕਿਹੜਾ ਲਾਭ ਸੀ? ਜਿਹੜਾ ਮਨ ਟੋਟਲੀ ਇਨਟਿਊਨਡ ਹੋ ਗਿਆ, ਜਦੋਂ ਉਹ ਕਰਤਾ, ਜਦੋਂ ਉਹ ਇੱਕ ਉਹਦੇ ਗੁਣ, ਉਹਦਾ ਸਿੱਖਿਆ, ਉਹ ਹੁਕਮ ਜਦੋਂ ਮਨ ਦੇ ਅੰਦਰ ਪੂਰੀ ਤਰ੍ਹਾਂ ਬੈਠ ਗਿਆ, ਭਿੱਜ ਗਿਆ, ਟਿਊਨਡ ਹੋ ਗਿਆ, ਤੇ ਫਿਰ ਉਹ ਮਨ ਦੇ ਅੰਦਰ ਹੀ ਉਹੀ ਕਰਤਾ ਫਿਰ ਸਾਰਾ ਕੁਝ ਹੀ ਕਰਾਂਦਾ ਹੈ, ਕਰਦਾ ਵੀ ਤੇ ਕਰਾਂਦਾ ਵੀ ਹੈ। ਹੁਣ ਕੀ ਕਰਾਂਦਾ ਹੈ? ਉਹ ਕਰਤਾ ਜਿਹੜਾ ਹੈ, ਉਹ ਸ਼ਬਦ ਮਰੇ ਸੋਈ ਜਨ ਮੁਕਤਾ। ਉਹ ਆਪਣੇ ਸ਼ਬਦ, ਆਪਣੇ ਗੁਣਾ, ਆਪਣੇ ਸਿੱਖਿਆ ਦੇ ਨਾਲ ਸਾਰੇ ਜਿਤਨੇ ਵੀ ਸਾਡੇ ਅੰਦਰ ਦੇ ਅਵਗੁਣ ਹਨ, ਜਿਤਨੇ ਵੀ ਵਾਈਸਸ ਹਨ, ਉਹਨਾਂ ਤੋਂ ਛੁਟਕਾਰਾ ਪਾ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਨਾਨਕ, ਹੈ ਨਾਨਕ ਨਾਮ ਵਸੇ ਮਨ ਅੰਤਰ, ਕਿ ਜਿਹੜਾ ਮਨ ਉਸ ਦੇ ਨਾਲ ਭਿੱਜ ਗਿਆ ਹੈ, ਤੇ ਕਹਿੰਦੇ ਨੇ ਕਿ ਉਸ ਦੇ ਅੰਦਰ ਟੋਟਲੀ ਇਨਟਿਊਨਡ ਹੋ ਗਿਆ ਹੈ, ਤੇ ਨਾਮੋ ਨਾਮ ਧਿਆਇਂਦਾ। ਸੋਚ ਲਓ ਕਿ ਜੋਤੀ ਜੋਤ ਰਲੀ ਹੈ, ਮਨ ਟੋਟਲੀ ਇਨਟਿਊਨਡ ਹੋ ਗਿਆ ਹੈ, ਮਨ ਨੇ ਪੂਰੀ ਤਰ੍ਹਾਂ ਇਸ ਨੂੰ ਸਮਝ ਕੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਜਿਹੜਾ ਮਨ ਸੀ ਉਹ ਟੋਟਲੀ ਉਸ ਤੇ ਜੋਤ ਨਾਲ ਜੋਤ ਰਲ ਗਈ ਹੈ, ਇਸ ਦਾ ਮਤਲਬ ਕਿ ਇਟ ਹੈਜ਼ ਬੀਨ ਟਿਊਨ ਬਿਹਾਈਂਡ। ਹਾਂਜੀ, ਥੈਂਕ ਯੂ ਭੂਆ ਜੀ, ਬਿਲਕੁਲ ਟੂ ਦਾ ਪੁਆਇੰਟ, ਬਿਲਕੁਲ ਛੋਟੀ ਜਿਹੀ ਆਪ ਜੀ ਨੇ ਵਿਚਾਰ ਦਿੱਤੇ ਹਨ ਜੀ। ਭੁਪਿੰਦਰ ਵੀਰ ਜੀ। ਹਾਂਜੀ, ਹੁਣ ਇਹ ਜਿਹੜਾ ਅਸੀਂ 15ਵੇਂ ਪਦੇ ਤੱਕ ਪੜ੍ਹ ਕੇ ਆਏ ਆ ਨਾ, ਜਿਸ ਮਨ ਦੀ ਅਵਸਥਾ ਜਿਸਨੇ ਸਤਿਗੁਰ ਦੀ ਮੱਤ ਲੈ ਲਈ ਹੈ, ਸਤਿਗੁਰ ਨਾਲ ਆਪ ਇੱਕ ਮਿਕ ਹੈ, ਸਾਰੀ ਸ੍ਰਿਸ਼ਟੀ ਉਹਦੀ ਇੱਕ ਮਿਕ ਹੈ, ਮੰਦੀਆਂ ਸੋਚਾਂ ਵਾਲੇ ਮਨ ਕੀ ਮੱਤ ਦੇ ਨਾਲ ਉਹਨੇ ਜਾਂ ਮੱਤ ਨਾਲ ਆਪਣੀ ਅਟੈਚਮੈਂਟ ਕੱਟ ਲਈ ਹੈ, ਸੱਚ ਦਾ ਵਪਾਰ ਕਰਦਾ ਹੈ। ਉਹ ਇਸ ਸਾਰੀ ਸ੍ਰਿਸ਼ਟੀ ਦਾ ਆਪ ਕਰਤਾ ਹੈ, ਆਪੇ ਕਰੇ ਕਰਾਏ ਕਰਤਾ। ਉਹ ਮਨ ਇਸ ਆਪਣੀ ਸ੍ਰਿਸ਼ਟੀ ਦਾ ਕਰਤਾ, ਉਹਦੇ ਕੋਲ ਆਪਣੀ ਮਨ ਕੀ ਮੱਤ ਵਾਲੀ ਅਕਲ ਸੀ ਨਾ, ਤਾਂ ਸਾਰੀ ਸ੍ਰਿਸ਼ਟੀ ਉਜਾੜ ਦਿੰਦਾ ਸੀ, ਜਿਹਨੂੰ ਬਾਰ-ਬਾਰ ਪੜ੍ਹਦੇ ਆ ਨਾ ਅਸੀਂ, ਕੂੜ ਰਾਜਾ ਕੂੜ ਪ੍ਰਜਾ ਬਣਦਾ ਸੀ। ਸੋ ਹੁਣ ਆਤਮ ਤੀਰਥ ਕਰੇ ਨਿਵਾਸ ਕਰਦਾ, ਸੱਚ ਤਾਂ ਪਰ ਜਾਣੀਏ, ਜਦ ਆਤਮ ਤੀਰਥ ਕਰੇ ਨਿਵਾਸ। ਹੁਣ ਇਹ ਵਾਲਾ ਮਨ ਆਪਣਾ ਥੀ, ਆਪਣਾ ਆਪੇ ਹੀ ਕਾਜ ਸਵਾਰੀਏ ਵਾਲਾ ਕਾਜ ਕਰਦਾ ਹੈ, ਆਪੇ ਕਰੇ ਕਰਾਏ ਕਰਤਾ ਸਭ ਕੁਝ। ਹੁਣ ਆਪਣੀ ਸਾਰੀ ਸ੍ਰਿਸ਼ਟੀ ਨੂੰ ਜਿਹੜਾ ਉਸਨੇ ਨਾਮੋ ਲਾਹਾ ਪਾਇੰਦਾ, ਸੱਚ ਦਾ ਵਪਾਰ ਕਰਦਾ, ਸਤਿਗੁਰ ਦੀ ਗੱਲ ਨਾਲ ਮਰਜ ਹੋ ਚੁੱਕਾ ਹੋਇਆ ਹੈ। ਸ਼ਬਦ ਮਰਿਆ ਕਿਉਂਕਿ ਉਹਨੇ ਆਪਣੀ ਮਨ ਕੀ ਮੱਤ ਨੂੰ ਤੇ ਮਾਰ ਲਿਆ।
ਇਸ ਸਾਰਾ ਕੰਟੈਕਸਟ ਵਿੱਚ ਉਹੀ ਮਨ ਵਿਜ਼ਡਮ ਦੇ ਨਾਲ ਆਪਣੀ ਮਨ ਕੀ ਮਤ ਵੱਲੋਂ ਮਰ ਚੁੱਕਾ ਹੋਇਆ ਹੈ, ਪੂਰੀ ਤਰ੍ਹਾਂ ਮਰਜ ਹੈ। ਉਹ ਅਵਗੁਣਾ ਤੋਂ ਔਰ ਵਾਈਸਿਸ ਦੀਆਂ ਥਾਟਸ ਤੋਂ ਮੁਕਤ ਹੈ। ਨਾਨਕ ਨਾਮ ਵਸੈ ਮਨ ਅੰਤਰ, ਐਸੇ ਵਾਲੇ ਹੀ ਮਨ ਦੀ ਗੱਲ ਕੀਤੀ ਗਈ ਹੈ ਜਿਹੜਾ ਉੱਪਰ ਅਸੀਂ ਦੂਜੀ ਪੰਕਤੀ 'ਚ ਜਨ ਹੈ, ਜਿਹੜਾ ਪਿਛਲੀ ਪੰਕਤੀ ਵਿੱਚ ਜਿਸਨੇ ਸੱਚ ਦਾ ਲਾਹਾ ਪਾਉਂਦਾ ਹੈ, ਜਿਸਨੇ ਸੱਚ ਦੇ ਨਾਲ ਲਿਵ ਲਾਈ ਸੀ, ਔਰ ਫਿਰ ਉਹੀ ਕਰਤਾ ਬਣ ਕੇ ਮੁਕਤਾ ਬਣ ਕੇ ਨਾਮੋ ਨਾਮ ਤੇ ਆਇਂਦਾ ਉਹਦੇ ਮਨ ਅੰਦਰ ਭਾਵ ਉਹਦੀ ਜਿਹੜਾ ਥਾਟ ਪ੍ਰੋਸੈਸ ਹੈ ਉਹ ਮਰਜ ਵੀ। ਜਿਹੜਾ ਭੂਆ ਜੀ ਨੇ ਪੰਕਤੀ ਬੋਲੀ ਉਹ ਸੋਹਣਾ ਸਿੰਪਲ ਐਗਜ਼ਾਮਪਲ ਹੈ, ਜੋਤੀ ਜੋਤ ਰਲੀ, ਉਹ ਵਨੈਸ ਵਿੱਚ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹ ਉਹਦੇ ਨਾਲ ਇਕਮਿਕ ਹੈ। ਤਾਂ ਨਾਮੋ ਨਾਮ ਤੇ ਆਇਂਦਾ ਉਹ ਇਸੀ ਨੂੰ ਧਿਆਉਂਦਾ ਹੈ। ਧਿਆਉਣਾ ਮੀਨਸ ਉਹਦਾ ਜੀਵਨ ਦਾ ਲਕਸ਼ ਇਹੀ ਹੈ ਕਿ ਮੈਂ ਹਮੇਸ਼ਾ ਵਿਜ਼ਡਮ ਵੱਲ ਹੀ ਮੁੱਖ ਰੱਖਣਾ ਹੈ, ਵਿਜ਼ਡਮ ਨਾਲ ਹੀ ਟਿਊਨਡ ਰਹਿਣਾ ਹੈ। ਇਹ ਉਸਦੀ ਜੀਵਨ ਜਾਂਚ ਜੀ। ਥੈਂਕ ਯੂ ਵੀਰ ਜੀ। ਆਪ ਜੀ ਨੇ ਮਨ ਨਾਲ ਰਿਲੇਟ ਕਰਕੇ ਪੂਰਾ ਮਨ ਕਰਤਾ ਬਣ ਕੇ ਕਿਸ ਤਰ੍ਹਾਂ ਅੰਦਰ ਨੂੰ ਸਵਾਰਦਾ ਹੈ ਸਮਝਾਣਾ ਕੀਤਾ ਹੈ। ਬੜੀ ਤੇਰਾ ਇੱਕ ਪੁਆਇੰਟ ਹੋਰ ਵੀ ਹੈ, ਜਦੋਂ ਉਹ ਦਰ ਤੇ ਪਹੁੰਚ ਗਿਆ ਨਾ ਤਾਂ ਉਹ ਦਰ ਤੇ ਸਿਰਫ ਬਾਹਰ ਹੀ ਨਹੀਂ ਪਿਆ ਰਹਿੰਦਾ ਵੀ ਇਹ ਤੁਸੀਂ ਹੋ ਤੇ ਇਹ ਮੈਂ ਤੁਹਾਡੇ ਦਰ ਤੇ ਪਿਆ ਹੋਇਆ, ਉਦਾਂ ਤਾਂ ਮਰ ਹੀ ਗਿਆ। मोह मरने का चाहो मरो तो हर के द्वार, माथर पूछे कौन है परा हमारे बार। सो वो तो हर जन ऐसा चाहिए जैसा हारी होए। वो तो फिर जो ही मरता है ना, कबीर साहब कहते हैं जा दिन हो मुआ पाछे पे आनंद मोह मिलियो प्रभ अपना, वो वन्यासी हो गई ना। वो दर तक पिया नहीं रहता, दर दे अंदर ही बढ़ जाता है। गुर ते महल प्राप्त हो जाते ने, गुर ते महल प्राप्त होके उत्थे दा सच्चा पातशाह ही बन जाता, ताई ते करता बन पांदा अपनी सृष्टि का। ਉਹਦੇ ਕੋਲ ਇਸ ਵੇਲੇ ਹੋਮੈ ਵਾਲੀ ਅਕਲ ਮਤ ਨਹੀਂ ਹੈ ਬਿਲਕੁਲ, ਉਹਦੇ ਨਾਲ ਤੇ ਡਿਟੈਚ ਪਿਛਲੇ ਪਦੇ ਚ ਕਰ ਚੁੱਕਾ ਹੋਇਆ। ਠੀਕ ਹੈ ਜੀ ਜੀ ਬੂੰਦ ਸਾਗਰ ਨਾਲ ਮਿਲ ਕੇ ਸਾਗਰ ਹੀ ਹੋ ਗਈ। ਅਸੀਂ ਸੋਚੀਏ ਨਾ ਅਸੀਂ ਇੱਕ ਬੂੰਦ ਹੈ ਤੇ ਇੱਕ ਬੂੰਦ ਦੀ ਸਾਗਰ ਦੇ ਸਾਹਮਣੇ ਕੀ ਹਸਤੀ ਹੈ, ਪਰ ਉਹ ਬੂੰਦ ਸਾਗਰ ਵਿੱਚ ਮਿਲ ਜਾਏ ਤੇ ਸਾਗਰ ਹੀ ਬਣ ਗਈ। ਗੁਰੂ ਸਾਹਿਬ ਸਾਨੂੰ ਸਾਗਰ ਬਣਾ ਰਹੇ ਤੇ ਅਸੀਂ ਬੂੰਦ ਤੇ ਟਿਕੇ ਹੋਏ ਹਾਂ। ਅਸੀਂ ਬੂੰਦ ਦੀ ਹੋਂਦ ਨੂੰ ਨਹੀਂ ਛੱਡਣਾ ਚਾਹ ਰਹੇ। ਜਦੋਂ ਬੂੰਦ ਸਾਗਰ ਵਿੱਚ ਮਿਲੇਗੀ ਤਈਓ ਸਾਗਰ ਬਣੇਗੀ। ਧੰਨਵਾਦ ਵੀਰ ਜੀ। ਜੀ ਸੁਖਿੰਦਰ ਵੀਰ ਜੀ। ਸੁਖਿੰਦਰ ਵੀਰ ਜੀ ਆਡੀਓ ਆਫ ਹੈ ਆਪ ਜੀ ਦੀ। सुखविंदर वीर जी लगता लेफ्ट हो गए सन, इसलिए को होस्ट तो हट गए ने, मैं बनाता दोबारा तो। वीर जी हुन ऑन करे थे जी। ਵੀਰ ਜੀ ਉਹ ਹੋਸਟ ਅਲਾਉਡ ਨਹੀਂ ਸੀ ਕਰ ਰਹੇ, ਉਹ ਅਨਮਿਊਟ ਕਰਨ ਦਾ ਤਾਂ ਹੀ ਹੋ ਜੀ ਪਲੀਜ਼। ਵੀਰ ਜੀ ਦੇਖੋ ਇੱਥੇ ਨਾ ਸ਼ਬਦ ਦੀ ਸਮਾਪਤੀ ਹੋ ਰਹੀ ਹੈ ਸਤਿਗੁਰੂ ਵੱਲੋਂ। ਜਿੱਥੇ ਸਤਿਗੁਰੂ ਜੀ ਸਾਨੂੰ ਲਿਆਉਣਾ ਚਾਹ ਰਹੇ ਸਨ ਨਾ, ਜਿੱਥੇ ਸਾਡਾ ਕੀ ਕਹਿੰਦੇ ਜਿਸ ਨੂੰ ਕਹਿੰਦੇ ਨੇ ਨਾ ਕਾਰਜ ਸਵਾਰਨਾ, ਇੱਥੇ ਉਹ ਅਵਸਥਾ ਬਿਆਨ ਕੀਤੀ ਜਾ ਰਹੀ ਹੈ ਕਿ ਜਿਸ ਕਾਰਜ ਲਈ ਅਸੀਂ ਸਤਿਗੁਰੂ ਜੀ ਕੋਲ ਆਉਂਦੇ ਹਾਂ, ਉਹ ਕਾਰਜ ਸਾਨੂੰ ਸਟੈਪ ਬਾਈ ਸਟੈਪ ਸਤਿਗੁਰੂ ਜੀ ਲੈ ਕੇ ਜਾਂਦੇ ਨੇ। ਦੇਖੋ ਗੁਰਬਾਣੀ ਸ਼ੁਰੂ ਕਿੱਥੋਂ ਹੁੰਦੀ ਹੈ, ਸਾਡਾ ਜਿਹੜਾ ਸਵਾਲ ਸੀ ਨਾ, ਇਹ ਸਤਿਗੁਰੂ ਜੀ ਯਾਤਰਾ ਕਿਸ ਦੇ ਨਾਲ ਸ਼ੁਰੂ ਕਰਦੇ ਨੇ, ਕਿਸ ਨੂੰ ਇਹ ਯਾਤਰਾ ਸ਼ੁਰੂ ਕਰਾਉਂਦੇ ਨੇ, ਜਿਹੜਾ ਆ ਕੇ ਇਹ ਪੁੱਛਦਾ ਸਤਿਗੁਰੂ ਜੀ ਕਿਵ ਸਚਿਆਰਾ ਹੋਈ। ਸਚਿਆਰ ਸਤਿਗੁਰੂ ਜੀ ਮੈਂ ਤੁਹਾਨੂੰ ਹੁਣ ਸਚਿਆਰ ਇਹ ਨਹੀਂ ਪੁੱਛਣ ਆ ਰਿਹਾ ਕਿ ਮੈਂ ਤੁਹਾਡਾ ਸੇਵਕ ਕਿਵੇਂ ਬਣਾ, ਮੈਂ ਤੁਹਾਨੂੰ ਇਹ ਪੁੱਛਣ ਆ ਰਿਹਾ ਕਿ ਸਚਿਆਰ ਕਿਵੇਂ ਬਣਾ। ਸਚਿਆਰ ਸਤਿਗੁਰੂ ਜੀ ਨੇ। ਕਰਤਾ ਸ਼ਬਦ ਹੈ, ਕਰਤਾ ਨਾਮ ਨੂੰ ਆਖਿਆ ਜਾਂਦਾ ਹੈ, ਨਾਮ ਹੀ ਕਰਤਾ ਹੈ। ਗੁਰਦੇਵ ਕਰਤਾ ਸਭ ਪਾਪ ਹਰਤਾ। ਫਿਰ ਕਹਿੰਦੇ ਨੇ ਗੁਰ ਕਰਤਾ, ਗੁਰ ਕਰਨਾ ਜੋਗ, ਗੁਰ ਪਰਮੇਸ਼ਰ। ਉੱਥੇ ਸਤਿਗੁਰੂ ਜੀ ਕੋਲ ਆ ਕੇ, ਸਚਿਆਰ ਸਤਿਗੁਰੂ ਜੀ ਕੋਲ ਆ ਕੇ, ਸਚਿਆਰ ਪਰਮੇਸ਼ਰ ਜੀ ਕੋਲ ਆ ਕੇ ਇਹ ਨਹੀਂ ਪੁੱਛਿਆ ਜਾ ਰਿਹਾ, ਇਹ ਨਹੀਂ ਮੰਗਿਆ ਜਾ ਰਿਹਾ ਕਿ ਸਤਿਗੁਰੂ ਜੀ ਸਚਿਆਰ ਸਤਿਗੁਰੂ ਪਰਮੇਸ਼ਰ ਜੀ ਮੈਂ ਤੁਹਾਡੇ ਕੋਲ ਆਇਆ, ਮੈਨੂੰ ਆਪਣਾ ਸੇਵਕ ਬਣਾ ਲਓ ਨਾ। ਪਹਿਲਾ ਸਵਾਲ ਹੀ ਦੇਖੋ ਅਸੀਂ ਕੀ ਗੁਰਬਾਣੀ ਕਿੱਥੋਂ ਸਟਾਰਟ ਕਰਦੀ ਯਾਤਰਾ। ਕਹਿੰਦੇ ਨੇ ਇਹ ਸਤਿਗੁਰੂ ਜੀ ਮੈਨੂੰ ਇਹ ਦੱਸੋ ਕਿ ਸਚਿਆਰਾ ਹੋਈ ਹੈ, ਤੁਸੀਂ ਸਚਿਆਰ ਹੋ, ਮੈਂ ਤੁਹਾਡੇ ਵਰਗਾ ਬਣਨਾ ਚਾਹੁੰਦਾ ਹਾਂ, ਮੈਂ ਸਚਿਆਰ ਹੋਣਾ ਚਾਹੁੰਦਾ ਹਾਂ।
ਮੈਂ ਇੱਥੇ ਸਚਿਆਰੇ ਦੀ ਸਿਰਫ ਸੇਵਾ ਕਰਨ, ਸਿਰਫ ਚੇਲਾ ਬਣਨ ਨਹੀਂ ਆ ਰਿਹਾ। ਸਤਿਗੁਰੂ ਜੀ, ਮੈਂ ਤੁਹਾਡੇ ਵਰਗਾ ਸਚਿਆਰ ਦੇ ਵਿੱਚ ਲੀਨ ਹੋਣ ਆਇਆ ਵਾ, ਮਰਜ ਹੋਣ ਆਇਆ, ਆਪਣਾ ਆਪਾ ਭਾਵ ਖਤਮ ਕਰਨ ਆਇਆ। ਫਿਰ ਸਤਿਗੁਰੂ ਜੀ ਅਗਲੀ ਤੁਕ ਚ ਉੱਥੇ ਕਹਿੰਦੇ ਹੁਕਮ ਰਜ਼ਾਈ ਚੱਲਣਾ। ਬਸ ਹੁਕਮ ਵਿੱਚ, ਰਜ਼ਾਈ ਵਿੱਚ ਰਾਜ਼ੀ ਹੋ ਕੇ ਚੱਲਣਾ, ਕਹਿੰਦੇ ਆਹੀ ਸਚਿਆਰ ਹੋਣਾ, ਇਹ ਹੀ ਕਰਤਾ ਬਣਨਾ ਹੈ, ਇਹੀ ਨਾਮ ਦੀ ਪ੍ਰਾਪਤੀ ਹੈ, ਇਹੀ ਹੁਕਮ ਵਿੱਚ ਰਾਜ਼ੀ ਹੋ ਕੇ ਚੱਲਣਾ। ਇਸੇ ਨੂੰ ਹੀ ਜਪਜੀ ਸਾਹਿਬ ਦੇ ਵਿੱਚ ਅਖੀਰਲੇ ਸੱਚਖੰਡ ਵਾਲੇ ਬੰਦੇ ਕਹਿੰਦੇ ਅੱਛਾ ਹੁਕਮ ਰਜ਼ਾਈ ਚੱਲਣਾ ਤੋਂ ਗੱਲ ਸ਼ੁਰੂ ਹੋਈ ਸੀ, ਕਹਿੰਦੇ ਹੁਣ ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਸਚਿਆਰਾ ਹੋ ਗਏ। ਹੁਕਮ ਵਿੱਚ ਹਰ ਕੋਈ ਜਦੋਂ ਚੱਲਣਾ ਸਟਾਰਟ ਕਰ ਦਿੰਦਾ ਹੈ, ਪਹਿਲਾਂ ਚੱਲਦਾ ਹੈ ਮਨ, ਮਨ ਨਹੀਂ ਸੀ ਹੁਕਮ ਵਿੱਚ ਚੱਲਦਾ। ਨਾਮ ਦੇਖੋ ਕਰਤਾ ਹੈ ਸ਼ਬਦ, ਇਸੇ ਬੰਦ ਦੇ ਵਿੱਚ ਸਤਿਗੁਰੂ ਜੀ ਨੇ 2 ਵਾਰੀ ਇਹ ਸ਼ਬਦ ਯੂਜ਼ ਕੀਤਾ। ਇੱਕ ਵਾਰੀ ਯੂਜ਼ ਕੀਤਾ ਸ਼ਬਦ, ਫਿਰ ਅੱਗੇ ਯੂਜ਼ ਕੀਤਾ ਨਾਮ। ਉਸੇ ਨੂੰ ਉੱਪਰ ਕਰਤਾ ਆਖਿਆ ਜਾ ਰਿਹਾ। ਕਰਤਾ ਹੈ ਸ਼ਬਦ, ਕਰਤਾ ਹੈ ਨਾਮ, ਔਰ ਨਾਮ ਨੂੰ ਹੀ ਗੁਰੂ ਤੇ ਪਰਮੇਸ਼ਰ ਆਖਦੇ ਨੇ। ਲੇਕਿਨ ਦੇਖੋ ਆਪ ਹੀ ਸਤਿਗੁਰੂ ਜੀ ਸਮਝਾ ਰਹੇ ਨੇ ਅਖੀਲੀ ਤੁਕ ਵਿੱਚ ਕਿ ਨਾਮ ਮਨ ਦੇ ਅੰਦਰ ਆ ਕੇ ਵਸ ਗਿਆ। ਭਾਵ ਸ਼ਬਦ ਪਰਮੇਸ਼ਰ ਜਿਸਨੂੰ ਅਸੀਂ ਕਰਤਾ ਕਹਿੰਦੇ ਆ ਨਾ, ਉਹ ਕਰਤਾ ਹੁਣ ਆਪ ਮਨ ਵਿੱਚ ਆ ਗਿਆ। ਮਨ ਗਾਇਬ, ਮਨ ਖਤਮ, ਮਨ ਤਾਂ ਮਰ ਗਿਆ, ਜਿਸਨੂੰ ਆਖਦੇ ਨਾ ਸ਼ਬਦ ਮਰੈ, ਸ਼ਬਦ ਦੇ ਦੁਆਰਾ ਤਾਂ ਮਨ ਮਰ ਗਿਆ, ਮਨ ਤਾਂ ਗਾਇਬ। ਹੁਣ ਉੱਥੇ ਕਦੇ ਵੀ ਲਫ਼ਜ਼ ਮਨ ਨਹੀਂ ਆਏਗਾ। ਜਦੋਂ ਇਸ ਤਰ੍ਹਾਂ ਦੀ ਅਵਸਥਾ ਹੋਏਗੀ ਨਾ ਵੀ ਸ਼ਬਦ ਮਰੈ, ਫਿਰ ਜੀਵੋ ਸਦਹੀ, ਜੀਵ ਦਾ ਕੌਣ ਹੈ ਉਹ ਫਿਰ ਹੁਣ ਹਮੇਸ਼ਾ ਲਈ ਸਤਿਗੁਰੂ ਵਿੱਚ ਮਰਜ ਹੋ ਗਿਆ। ਫਿਰ ਉੱਥੇ ਹਮੇਸ਼ਾ ਸੱਚਾ ਲਫ਼ਜ਼ ਆਏਗਾ, ਕਰਤਾ ਲਫ਼ਜ਼ ਆਏਗਾ, ਆਪ ਲਫ਼ਜ਼ ਆਏਗਾ। ਭਾਵ ਉੱਥੇ ਇਹ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਤੂੰ ਸਚਿਆਰਾ ਬਣ ਰਿਹਾ ਸੀ ਨਾ, ਕਹਿੰਦੇ ਹੁਣ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ, ਜਿਸਨੂੰ ਇੱਥੇ ਕਹਿੰਦੇ ਆਪੇ ਕਰੇ ਕਰਾਏ ਕਰਦਾ, ਉਸੇ ਨੂੰ ਜਪਜੀ ਸਾਹਿਬ ਕਹਿੰਦੇ ਆਪੇ ਸਚਿਆਰ। ਸਮਝ ਲਓ ਹੁਣ ਸਭ ਜਗ੍ਹਾ ਤੇ ਸਚਿਆਰ ਦਾ ਹੁਕਮ ਹੀ ਚੱਲ ਰਿਹਾ। ਸਚਿਆਰ ਮਨ ਆਪ ਹੁਕਮ ਵਿੱਚ ਚੱਲ ਕੇ ਹੁਕਮੀ ਕਰਤਾ ਨਾਮ ਦੇ ਵਿੱਚ ਸਮਾ ਗਿਆ ਸੀ, ਤੇ ਹੁਣ ਅੰਦਰ ਸਾਡੇ ਅੰਦਰ ਜਿਹੜਾ ਸਾਡਾ ਥਾਟ ਪ੍ਰੋਸੈਸ ਹੈ, ਅਸੀਂ ਹੋਰ ਈਜ਼ੀਲੀ ਸਮਝ ਲਈਏ। ਜੋ ਸਾਡਾ ਪਹਿਲਾ ਬੁਰਾ ਥਾਟ ਪ੍ਰੋਸੈਸ ਸੀ, ਮਾੜਾ ਥਾਟ ਪ੍ਰੋਸੈਸ ਹੁੰਦਾ ਹੈ ਹਉਮੈ ਵਾਲਾ, ਉਹ ਖਤਮ ਹੋ ਕੇ ਸਿਰਫ ਸੱਚ ਹੀ ਸੱਚ ਸਾਡੇ ਅੰਦਰ ਚੱਲਦਾ ਹੈ। ਸੱਚ ਦੇ ਖਿਆਲ ਹੀ ਅਸੀਂ ਸੁਣਦੇ ਹਾਂ, ਸੱਚ ਦੇ ਖਿਆਲ ਹੀ ਅਸੀਂ ਮੰਨਦੇ ਹਾਂ, ਸੱਚ ਦੇ ਵਿੱਚ ਹੀ ਸਾਡਾ ਸੱਚੋ ਸੱਚ ਵਣੰਜਿਆ ਕਰਦੇ ਹਾਂ, ਹਰ ਪਲ ਸੱਚ ਦਾ ਵਪਾਰ ਹੀ ਕਰਦੇ ਹਾਂ। ਸਾਡੇ ਕਰਮਾਂ ਵਿੱਚ ਵੀ, ਮਨ ਬਚ ਕਰਮਾਂ ਵਿੱਚ ਸੱਚ ਹੀ ਸੱਚ ਸਮਾ ਜਾਂਦਾ ਹੈ। ਐਸੇ ਨੂੰ ਕਹਿ ਰਹੇ ਨੇ ਆਪੇ ਆਪ ਕਰਾਏ ਕਰਤਾ। ਮਨ ਆਪ ਕਰਦਾ ਸੀ, ਇਹ ਹੁਕਮ ਵਿੱਚ ਚੱਲਿਆ ਸੀ, ਆਪ ਉਸਨੇ ਕੀਤਾ। ਦੇਖੋ ਰੱਬ ਜੀ ਦੀ ਨਾ, ਰੱਬ ਜੀ ਦੀ ਜਿਹੜੀ ਕਾਰ ਚੱਲ ਰਹੀ ਹੈ, ਉਸਨੇ ਆਪ ਕਾਰ ਵਿੱਚ ਕੁਝ ਨਹੀਂ ਕਰਨਾ ਹੁੰਦਾ, ਆਪ ਨਹੀਂ ਇਹ ਕਾਰ ਕਰਨੀ ਹੁੰਦੀ। ਰੱਬ ਦੀ ਕਾਰ ਚੱਲ ਰਹੀ ਹੈ, ਹਮੇਸ਼ਾ ਤੋਂ ਚੱਲ ਰਹੀ ਹੈ। ਉਹਨੂੰ ਕਹਿੰਦੇ ਨੇ ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਲੇਕਿਨ ਮਨ ਇਹ ਕਾਰ ਕਰਦਾ ਨਹੀਂ ਸੀ ਪਹਿਲਾਂ, ਉਸ ਨੂੰ ਕਹਿ ਰਿਹਾ ਆਪੇ ਕਰੇ। ਹੁਣ ਪਹਿਲਾਂ ਆਪ ਕਰਦਾ, ਦੈਨ ਪੂਰੀ ਬੋਡੀ ਦੇ ਵਿੱਚ ਸਿਸਟਮ ਹੈ ਰੱਬ ਜੀ ਦਾ। ਇਹੀ ਰੱਬੀ, ਇਸੇ ਨੂੰ ਹੀ ਰੱਬੀ ਹੁਕਮ ਕਹਿੰਦੇ ਨੇ, ਰੱਬੀ ਸਿਸਟਮ। ਇਹ ਸਿਸਟਮ ਹੈ ਕਿ ਜੋ ਕੁਝ ਮਨ ਕਰੇਗਾ ਬਾਕੀ ਬੋਡੀ ਦੇ ਵਿੱਚ ਉਹੀ ਕੁਝ ਹੋਏਗਾ। ਮਨ ਨੇ ਅੱਛਾ ਖਿਆਲ ਸੋਚਿਆ, ਪੂਰੀ ਬੋਡੀ ਦੇ ਵਿੱਚ ਅੱਛੇ ਖਿਆਲ ਦਾ ਇੱਕ ਤਰ੍ਹਾਂ ਨਾਲ ਅਸੀਂ ਕਈ ਵਾਰ ਕਹਿੰਦੇ ਸਾਡੇ ਰੋਮ ਖੜੇ ਹੋ ਜਾਂਦੇ। ਕਈ ਵਾਰ ਗੁਰਬਾਣੀ ਦੇ ਵਿਚਾਰ ਸੁਣਦੇ ਐਵੇਂ ਦੀ ਗੱਲ ਕਿਸੇ ਦੇ ਮੂੰਹ ਤੋਂ ਨਿਕਲ ਜਾਂਦੀ ਹੈ, ਇੱਕਦਮ ਰੋਮ ਖਿਲ ਜਾਂਦਾ। ਉਹ ਰੋਮ ਐਵੇਂ ਲੱਗਦਾ ਇੱਕਦਮ ਅਸੀਂ ਤਾਜ਼ੇ ਹੋ ਗਏ, ਬਿਲਕੁਲ ਖਿਲ ਗਏ, ਹਰੇ ਹੋ ਗਏ। ਉਹੀ ਹੈ ਜਦੋਂ ਸੱਚ ਸਾਡੇ ਅੰਦਰ ਵਰਤਦਾ ਹੈ, ਮਨ ਦੇ ਅੰਦਰ ਵਰਤਦਾ, ਸਾਡੀ ਅੰਦਰਲੀ ਸ੍ਰਿਸ਼ਟੀ ਰੋਮ ਦੇ ਵਿੱਚ ਸੱਚ ਦਾ ਇੱਕ ਤਰ੍ਹਾਂ ਦਾ ਪੂਰਾ ਸਾਰਾ ਸੱਚ ਹੀ ਸੱਚ ਵਰਤ ਜਾਂਦਾ ਹੈ। ਸਤਿਗੁਰੂ ਇੱਥੇ ਕਹਿੰਦੇ ਨੇ ਆਪੇ ਕਰੇ। ਜਦੋਂ ਇਹ ਆਪ ਅਸੀਂ ਸੱਚ ਨੂੰ ਆਪਣੇ ਮਨ 'ਚ ਵਸਾਉਂਦੇ ਆ, ਜਿਹਨੂੰ ਕਹਿੰਦੇ ਨਾਮ ਵਸੈ ਮਨ ਅੰਤਰ, ਫਿਰ ਨਾਮ ਨੂੰ ਧਿਆਉਂਦੇ ਆ ਤਾਂ ਸਾਰੇ ਅੰਦਰਲੇ ਰੋਮ ਇੰਦਰੇ ਗਿਆਨ ਇੰਦਰੇ ਇੱਕ ਚੀਜ਼ ਸਾਡੇ ਅੰਦਰ ਕੀ ਚੀਜ਼ ਹੈ? ਗੁਰਬਾਣੀ ਕਹਿੰਦੀ ਸਭ ਕੁਛ ਕਾਇਆ ਦੇ ਅੰਦਰ ਹੀ ਹੈ, ਕਾਇਆ ਤੋਂ ਬਾਹਰ ਕੁਝ ਵੀ ਨਹੀਂ ਹੈ। ਕਾਇਆ ਅੰਦਰ ਖੰਡ ਮੰਡਲ ਪਾਤਾਲਾ ਹੋ, ਸਭ ਕੁਝ ਕਹਿੰਦੇ ਕਾਇਆ ਦੇ ਅੰਦਰ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਵੀ ਸਤਿਗੁਰੂ ਜੀ ਨੇ ਕਾਇਆ ਵਿੱਚ ਰੱਖਤਾ। ਸਭ ਕੁਝ ਕੀ ਆਪਣਾ ਆਪ ਵੀ ਕਾਇਆ ਅੰਦਰ ਰੱਖਿਆ, ਲੇਕਿਨ ਮਨ ਉਹਦੀ ਸੰਗਤ 'ਚ ਨਹੀਂ ਰਹਿੰਦਾ ਸੀ। ਉਸਨੂੰ ਮਨ ਉਹਦੇ ਹੁਕਮਾਂ ਵਿੱਚ ਅੰਦਰਲੇ ਵਸਦੇ ਰੱਬੀ ਹੁਕਮਾਂ ਵਿੱਚ ਨਹੀਂ ਚੱਲਦਾ। ਰੱਬੀ ਹੁਕਮਾਂ 'ਚ ਆਪ ਚੱਲਣ ਲੱਗੇ, ਉਹਨੂੰ ਕਹਿੰਦੇ ਆਪੇ ਕਰਦਾ। ਹੁਣ ਆਪ ਵੀ ਉਹ ਕਾਰ ਕਰਦਾ ਰੱਬੀ ਹੁਕਮਾਂ ਵਾਲੀ, ਅੰਦਰ ਪੂਰੀ ਬੋਡੀ ਤੋਂ ਵੀ ਉਹ ਕੰਮ ਕਰਵਾਉਂਦਾ ਹੈ। ਬੋਡੀ ਤਨ ਨੂੰ ਹੀ ਅੰਦਰਲਾ ਸੰਸਾਰ ਕਹਿੰਦੇ। ਇਹ ਨਵਾਂ ਸ੍ਰਿਸ਼ਟੀ ਜਿਹੜੀ ਅੰਦਰਲਾ ਤਨ ਖਤਮ ਨਹੀਂ ਹੋਏਗਾ, ਚੇਂਜ ਹੋ ਜਾਂਦਾ ਹੈ। ਪਹਿਲਾਂ ਮਾਇਆ ਦਾ ਹੁਕਮ ਚੱਲਦਾ ਸੀ ਅੰਦਰ ਮਨ ਤੇ ਵੀ ਤੇ ਬੋਡੀ ਤੇ ਵੀ, ਹੁਣ ਮਾਇਆ ਦੀ ਮਮਤਾ ਤਾਂ ਕੱਟੀ ਗਈ,
ਹੁਣ ਨਾਮ ਦਾ ਹੁਕਮ ਹੀ ਚੱਲਦਾ ਹੈ ਅੰਦਰ, ਮਨ ਤੇ ਵੀ ਤੇ ਪੂਰੀ ਬੋਡੀ ਤੇ। ਇਸੀ ਨੂੰ ਕਹਿੰਦੇ ਨੇ ਇਹ ਕਰਤਾ, ਜਿਹੜਾ ਨਾਮ ਹੀ ਕਰਤਾ ਹੈ। ਨਾਮ ਕਰਤੇ ਨੇ ਅੰਦਰ ਕੀ ਕਰਤਾ, ਸਾਰਿਆਂ ਨੂੰ ਨਾਮ 'ਚ ਚਲਾਤਾ, ਸਾਰੇ ਨੂੰ ਨਾਮ, ਸਾਰੇ ਨਾਮ ਵਿੱਚ ਕਾਰ ਕਰਨ ਲੱਗ ਗਏ। ਇਹੀ ਕਹਿੰਦੇ ਨੇ ਮੁਕਤਾ, ਸੋਈ ਜਨ ਮੁਕਤਾ। ਮੁਕਤਾ ਅਸੀਂ ਕਿਸ ਤੋਂ ਹੋਣਾ? ਆਪਣੇ ਵਿਚਾਰਾਂ ਤੋਂ, ਬੁਰੇ ਥਾਟ ਪ੍ਰੋਸੈਸ ਤੋਂ, ਆਪਣੇ ਭੈੜੇ ਸੁਭਾਅ ਤੋਂ, ਆਪਣੇ ਅਵਗੁਣਾ ਤੋਂ ਮੁਕਤ ਹੋਣਾ। ਅਵਗੁਣਾ ਤੋਂ ਮੁਕਤ ਹੋਣਾ ਹੀ ਗੁਣਾ ਵਿੱਚ ਜੀਉਣਾ ਹੈ। ਗੁਣਾ 'ਚ ਜਿਉਣਾ ਹੋਣਾ ਹੀ ਗੁਣੀ ਰੱਬ ਵਿੱਚ ਸਮਾਣਾ ਹੈ। ਗੁਣਾ ਵਿੱਚ ਜਿਉਣਾ ਹੀ ਰੱਬ ਵਿੱਚ ਸਮਾਣਾ ਹੈ। ਇਸੇ ਨੂੰ ਹੀ ਨਾਮ ਵਸੈ ਘਟ ਅੰਤਰ ਕਹਿੰਦੇ ਨੇ, ਮਨ ਅੰਤਰ। ਮਨ ਗੁਣ ਹੀ ਨਾਮ ਹੈ, ਨਾਮ ਹੀ ਗੁਣ ਹੈ। ਔਰ ਗੁਣ ਪ੍ਰਾਪਤ ਕਿਤੋਂ ਹੁੰਦੇ ਨੇ? ਬਾਣੀ ਵਿੱਚੋਂ। ਇਹ ਨਾਮ ਵਿੱਚ ਜੀਣਾ, ਗੁਣਾ ਵਿੱਚ ਜੀਣਾ ਹੀ ਰੱਬ ਨੂੰ ਪ੍ਰਾਪਤ ਕਰਨਾ ਹੈ। ਇਹ ਕੋਈ ਅਲੱਗ ਚੀਜ਼ ਨਹੀਂ ਹੈ ਕਿ ਰੱਬ ਜੀ ਸਾਹਮਣੇ ਆ ਕੇ ਸਾਡੇ ਖੜੇ ਹੋ ਜਾਣਗੇ, ਇਸ ਤਰ੍ਹਾਂ ਨਹੀਂ ਹੈ। ਗੁਣਾ ਵਿੱਚ ਜੀਣਾ ਹੀ, ਰੱਬੀ ਨਿਯਮਾਂ ਦੇ ਵਿੱਚ ਆਪਣੇ ਜੀਵਨ ਨੂੰ ਲਿਆਉਣਾ ਹੀ ਨਾਮ ਵਸੈ ਮਨ ਅੰਤਰ ਕਹਿੰਦੇ। ਜੋ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਉਸ ਨੂੰ ਕਹਿੰਦੇ ਨੇ ਸਤ ਸਤ ਕਰ ਜਾਣੋ ਗੁਰਸਿੱਖੋ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਇਸ ਨੂੰ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ। ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਆਪ ਅੰਦਰ ਬੈਠ ਕੇ ਸਤਿਗੁਰੂ ਜੀ ਬੋਲਦੇ ਹਨ ਤੇ ਇਸ ਮੂੰਹ ਤੋਂ ਅਸੀਂ, ਸਾਡੇ ਮੂੰਹ ਤੋਂ ਆਪ ਨਿਕਲਦਾ ਹੈ, ਉਹ ਆਪ ਕਰਤਾ ਬੋਲ ਰਿਹਾ। ਇਸੇ ਨੂੰ ਉਰੇ ਆਖਰੇ ਨੇ ਨਾਨਕ ਨਾਮ। ਗੁਰਬਾਣੀ ਵਿੱਚ ਨਾਮ ਨੂੰ ਹੀ ਨਾਨਕ ਆਖਿਆ ਗਿਆ, ਸੱਚ ਨੂੰ ਹੀ ਨਾਨਕ ਆਖਿਆ ਗਿਆ। ਸੱਚ ਵਾਸਤੇ, ਨਾਮ ਵਾਸਤੇ ਨਾਨਕ ਲਫ਼ਜ਼ ਗੁਰਬਾਣੀ ਵਿੱਚ ਯੂਜ਼ ਕੀਤਾ ਗਿਆ। ਕਿਤੇ ਨਾਨਕ ਵਾਸਤੇ ਗੁਰ ਲਫ਼ਜ਼ ਵੀ ਆਉਂਦਾ, ਨਾਨਕ ਗੁਰ ਤੇ ਗੁਰ ਹੋਆ। ਨਾਨਕ ਸੱਚ ਧਿਆਇਨ ਸੱਚ, ਨਾਨਕ ਨਾਮ ਵੀ ਆਖਿਆ ਗਿਆ। ਇਹ ਗੁਰਬਾਣੀ ਦੇ ਵਿੱਚ ਇਹ ਜਿਹੜਾ ਲਫ਼ਜ਼ ਹੈ ਨਾ, ਇਹ ਸਤਿਗੁਰੂ ਜੀ ਦੇ ਅੰਦਰਲੀ ਜਿਹੜੀ ਸ੍ਰਿਸ਼ਟੀ ਵਿੱਚ ਬਹੁਤ ਹੀ ਬਾ ਕਮਾਲ ਹੈ। ਸਾਨੂੰ ਸਿਰਫ ਆਪਣੇ ਥੋਟ ਪ੍ਰੋਸੈਸ ਨੂੰ ਗੁਰਬਾਣੀ ਦੇ ਥੋਟ ਪ੍ਰੋਸੈਸ ਦੇ ਨਾਲ ਮਿਲਾਣਾ ਹੈ। ਉਹਦੇ ਨਾਲ ਕੀ ਹੋਏਗਾ? ਸਾਡੇ ਅੰਦਰ ਨਾਮੋ ਨਾਮ ਤੇ ਆਂਦਾ, ਸਾਡਾ ਥੋਟ ਪ੍ਰੋਸੈਸ ਵੀ ਨਾਮ ਵਿੱਚ ਚੱਲੇਗਾ ਤਾਂ ਉਹਦੇ ਅਕੋਰਡਿੰਗ ਹੀ ਸਾਡੇ ਇੱਕ ਇੱਕ ਇੰਦਰਾ, ਗਿਆਨ ਇੰਦਰਾ ਵੀ ਨਾਮ ਵਿੱਚ ਜੀਵਨ ਬਤੀਤ ਕਰੇਗਾ। ਇਸੇ ਨੂੰ ਹੀ ਕਹਿੰਦੇ ਨੇ ਜਿਵ ਜਿਵ ਹੁਕਮ ਤਿਵੈ ਤਿਵ ਕਾ। ਇਹੀ ਸੱਚਖੰਡ ਵਾਲੀ ਅਵਸਥਾ ਹੈ। ਔਰ ਇਸੇ ਨੂੰ ਕਹਿੰਦੇ ਨੇ ਕੀਤਾ ਪਸਾਓ ਇੱਕੋ ਗਵਾਓ। ਇਹ ਇੱਕ ਵਿੱਚ ਅੰਦਰਲਾ ਜਿਹੜਾ ਪਸਾਓ ਇੱਕ ਨਾਮ ਵਿੱਚ ਹੀ ਕੀਤਾ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਜੀ ਅੰਦਰ ਹੀ ਵਸਦੇ। ਉਹ ਕਹਿੰਦੇ ਤੂੰ ਅੰਦਰਲਾ ਸੱਚੀ ਕੁਦਰਤ ਬਣਾਉਣੀ ਹੈ ਤਾਂ ਸੱਚੀ ਕੁਦਰਤ ਸਿਰਫ ਸੱਚ ਨਾਲ ਹੀ ਬਣਾਈ ਜਾ ਸਕਦੀ ਹੈ। ਅੰਦਰਲੀ ਤੇਰੀ ਜਿਹੜੀ ਹੁਣ ਭੈੜੀ ਕੁਦਰਤ ਹੈ ਉਹ ਤੂੰ ਕੂੜ ਦੇ ਨਾਲ ਬਣਾਈ ਹੈ। ਅੰਦਰਲੀ ਕੁਦਰਤ ਬਦਲਣਾ ਚਾਹੁੰਦਾ ਹੈ, ਨਵੀਂ ਕੁਦਰਤ ਸਾਜਣਾ ਚਾਹੁੰਦਾ ਤਾਂ ਨਵੀਂ ਕੁਦਰਤ ਲਈ ਤੈਨੂੰ ਸੱਚ ਲੈਣਾ ਪਏਗਾ। ਸੱਚ ਨਾਲ ਹੀ ਸੱਚੀ ਕੁਦਰਤ, ਜਿਸ ਨੂੰ ਕਹਿੰਦੇ ਨੇ ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਸੱਚ ਹੀ ਪਾਤਸ਼ਾਹ ਹੈ। ਸੱਚ ਦੇ ਨਾਲ ਹੀ ਅੰਦਰਲੀ ਕੁਦਰਤ ਦੀ ਕਾਰ ਬਦਲੀ ਜਾ ਸਕਦੀ ਹੈ। ਸੱਚ ਨੂੰ ਅਸੀਂ ਲੈਣਾ ਹੈ, ਉਸੇ ਨੂੰ ਨਾਮ ਜਾਂ ਸ਼ਬਦ ਆਖਦੇ ਨੇ। ਉਸ ਨੂੰ ਲੈ ਕੇ ਅੰਦਰਲੀ ਕੁਦਰਤ ਦਾ ਅਸੀਂ ਸਿਸਟਮ ਚੇਂਜ ਕਰ ਸਕਾਂਗੇ। ਹਾਂਜੀ ਜੀ ਵੀਰ ਜੀ, ਅਵਗੁਣਾ ਤੋਂ ਗੁਣਾ ਵਿੱਚ ਕਿਸ ਤਰ੍ਹਾਂ ਮਨੁੱਖ ਆਪਣੇ ਮਨ ਨੂੰ ਬਦਲ ਸਕਦਾ? ਬੜੀ ਡਿਟੇਲਿੰਗ ਵਿੱਚ ਆਪ ਜੀ ਨੇ ਸਮਝਾਣਾ ਕੀਤਾ ਹੈ। ਧੰਨਵਾਦ ਆਪ ਜੀ ਦਾ। ਆਓ ਅੱਜ 2 ਪਦਿਆਂ ਦਾ ਪਾਠ ਹੋਇਆ। ਆਓ 2 ਪਦਿਆਂ ਦਾ ਪਾਠ ਕਰ ਲਈਏ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ। ਉਪਰੰਤ ਸਵਾਲ ਜਵਾਬ ਹੋਣੇ। ਸਤਿਗੁਰ ਨੋ ਸੇਵੇ ਤਿਸ ਆਪ ਮਿਲਾਏ, ਮਮਤਾ ਕਾਟ ਸੱਚ ਲਿਵ ਲਾਏ। ਸਦਾ ਸੱਚ ਵਣਜੇ ਵਾਪਾਰੀ, ਨਾਮੋ ਲਾਹਾ ਪਾਇੰਦਾ। ਆਪੇ ਕਰੇ ਕਰਾਏ ਕਰਤਾ ਸ਼ਬਦ ਮਰੈ, ਸੋਈ ਜਨ ਮੁਕਤਾ। ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਇਂਦਾ। ਨਾਨਕ ਨਾਮ ਵਸੈ ਮਨ ਅੰਤਰ, ਨਾਮੋ ਨਾਮ ਧਿਆਇਂਦਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਜੀ ਤਜਿੰਦਰ ਵੀਰ ਜੀ ਸਵਾਲ ਲੈ ਲਿਆ ਜੇ। ਵੀ ਜੀ ਅਸਲ ਵਿੱਚ ਨਾ ਸਕਰੀਨ ਹਰਪ੍ਰੀਤ ਵੀ ਜੀ ਦੀ ਨਾ ਅੱਜ ਕੰਮ ਨਹੀਂ ਕਰ ਰਹੀ ਤੇ ਸਕਰੀਨ ਤੇ ਡਿਸਪਲੇ ਨਹੀਂ ਹੋ ਪਾਏਗਾ ਸ਼ਬਦ, ਕਿਉਂਕਿ ਉਹਨਾਂ ਦੇ ਕੁਝ ਨੈਟਵਰਕ ਵਿੱਚ ਔਰ ਥੋੜੇ ਲੈਪਟਾਪ ਵਿੱਚ ਪ੍ਰੋਬਲਮ ਹੈ ਹਰਪ੍ਰੀਤ ਵੀ ਜੀ ਦੇ। ਤੇ ਇੱਕ ਜਸਪਾਲ ਵੀ ਜੀ ਨੇ ਮੈਸੇਜ ਵਿੱਚ ਪਾਇਆ ਸੀਗਾ, ਮੈਂ ਹੁਣੇ ਪਹਿਲੇ ਉਹ ਪਾ ਦੇਣਾ ਜੀ। ਉਹਨਾਂ ਦਾ ਮੈਸੇਜ ਸੀਗਾ ਕਿ ਪਰਮ ਆਤਮਾ ਪਰਮਾਤਮਾ ਸ਼ਬਦ ਦੀ ਸਹੀ ਡੈਫੀਨੇਸ਼ਨ ਵੀ ਐਕਸਪਲੇਨ ਕਰ ਦੇਣਾ ਵੀ ਸੁਖਵਿੰਦਰ ਜੀ ਔਰ ਭੁਪਿੰਦਰ ਵੀਰ ਜੀ। ਅਤੇ ਆਤਮ ਅਤੇ ਆਤਮਾ ਪਰਮਾਤਮਾ ਵਿੱਚ ਫਰਕ ਵੀ ਡਿਫਾਈਨ ਕਰ ਦੇਣਾ ਜੀ। ਭੁਪਿੰਦਰ ਵੀਰ ਜੀ ਆਪ ਜੀ ਵਿਚਾਰ ਆਰੰਭ ਕਰ ਰਹੇ थे।
ਸਵਾਲ ਸੁਖਿੰਦਰ ਵੀਰ ਜੀ ਤੋਂ ਭੁਪਿੰਦਰ ਵੀਰ ਜੀ ਨੂੰ ਹੈ ਤੇ ਵੀਰ ਜੀ ਆਤਮਾ ਤੇ ਮੈਸੇਜ ਪਰਮਾਤਮਾ ਬਾਕਸ ਦੇ ਵਿੱਚ ਪਾਤਾ ਮੈਂ ਵੀਰ ਜੀ, ਉਹ क्वेश्चन मैसेज बॉक्स ਵਿੱਚ पाता ਵੀਰ जी। स्क्रीन ਤੇ डिस्प्ले नहीं हो पाएगा, सॉरी। मैं मैसेज चैट बॉक्स ਵਿੱਚ ਪਾਤਾ ਜੀ ਭੁਪਿੰਦਰ ਜੀ ਆਪ ਜੀ ਨੇ ਵਿਚਾਰ ਦੇਣਾ। ਹਾਂਜੀ, ਜਦੋਂ ਗੁਰਬਾਣੀ ਅੰਦਰ ਅਸੀਂ ਪੜ੍ਹਦੇ ਆ ਤਾਂ ਗੁਰਬਾਣੀ 'ਚ ਲਫ਼ਜ਼ ਪਰਮਾਤਮਾ ਦੇਖਣ ਨੂੰ ਨਹੀਂ ਮਿਲਦਾ, ਪਰ ਜਦੋਂ ਅਸੀਂ ਸ਼ਬਦ ਪੜ੍ਹਦੇ ਆ ਆਤਮਾ ਪਰ ਆਤਮਾ ਇੱਕੋ ਕਰੇ, ਤਾਂ ਜੇ ਉਹ ਅਸੀਂ ਸੁਚੇਤ ਹੋ ਕੇ ਨਾ ਪੜ੍ਹੀਏ ਤਾਂ ਮੋਸਟਲੀ ਅਸੀਂ ਉਹਦਾ ਉਚਾਰਨ ਗਲਤ ਕਰ ਜਾਂਦੇ ਸੀ। ਅਸੀਂ ਪੜ੍ਹ ਦਿੰਦੇ ਸੀ ਆਤਮਾ ਪਰ ਆਤਮਾ ਪਰਮਾਤਮਾ ਇੱਕੋ ਕਰੇ। ਆਤਮਾ ਪਰਮਾਤਮਾ ਨਹੀਂ ਹੈ, ਉੱਥੇ ਲਫ਼ਜ਼ ਹੈ ਆਤਮਾ ਪਰ ਆਤਮਾ। ਸੋ ਉੱਥੇ ਆਤਮਾ ਹੈ ਮੇਰੇ ਅੰਦਰ ਕੌਨਸ਼ੀਅਸ ਵਿੱਚ ਵਸਦੇ ਰੱਬ ਜੀ, ਔਰ ਪਰ ਆਤਮਾ ਹੈ ਮੇਰੇ ਮਨ ਕੀ ਮਤ। ਇਹਨਾਂ ਨੂੰ ਮਰਜ ਕਰਨ ਦੀ ਗੱਲ ਸਮਝਾਈਏ। ਆਤਮਾ ਪਰ ਆਤਮਾ ਏਕੋ करे, फायदा ਕੀ ਹੋਏਗਾ? ਡੁਅਲਿਟੀ ਖਤਮ। ਡੁਅਲਿਟੀ ਖਤਮ ਹੀ ਤਾਂ ਨਾਨਕ ਪਦ ਦੀ ਅਵਸਥਾ ਸ਼ੁਰੂ ਹੁੰਦੀ ਹੈ। ਡੁਅਲਿਟੀ ਖਤਮ, ਆਤਮਾ पर आत्मा एको करे, अंतर की दुविधा अंतर मरे, दुविधा रही नहीं, अद्वैत हो गया, नानक पाद की अवस्था स्टार्ट्स। साडे चों कोई भी मनुख गुरु नानक साहब दी ये बाणी जिहड़ा पूरे गुरु ग्रंथ साहिब विच दर्ज कीती गई है ना, कबीर जी दी, फरीद जी दी, नामदेव जी दी, तो हुण कबीर जी भी कहंदे ने को कबीर मैं सो गुर पाया जां का ना विवेको। ਤਾਂ ਗੁਰੂ ਸਾਹਿਬ ਸਾਨੂੰ ਬਾਣੀ ਰਾਹੀਂ ਅਲਟੀਮੇਟਲੀ ਵਿਵੇਕ ਬੁੱਧੀ ਦੇ ਕੇ ਕਹਿੰਦੇ ਨੇ ਤੂੰ ਨਿਖੇੜਾ ਕਰ ਲੈ। ਇੱਕ ਪਾਸੇ ਹੈ ਮੰਦੀ ਬੁੱਧੀ ਹੈ, ਇੱਕ ਪਾਸੇ ਚੰਗੀ ਬੁੱਧੀ ਹੈ। ਮੰਦੀ ਬੁੱਧੀ ਬਾਰੇ ਤੈਨੂੰ ਹੰਸ ਬਿਰਤੀ ਚਾਹੀਦੀ ਹੈ ਤਾਂ ਕਿ ਉਹਨੂੰ ਨਿਖੇੜ ਸਕੇ। ਉਹ ਜੋ ਹੀ ਛੋੜੀ ਵਿਵੇਕ ਬੁੱਧ ਦੇ ਨਾਲ ਡੁਅਲਿਟੀ ਖਤਮ ਹੋ ਗਈ, ਨਾਨਕ ਪਦ ਸਟਾਰਟ। ਸੋ ਗੁਰੂ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੀ ਇਹ ਬੜੀ ਵਿਲੱਖਣ ਗੱਲ ਹੈ। ਬਾਣੀ ਉਚਾਰਦੇ ਨੇ ਨਾਨਕ ਦਾਸ, ਨਾਨਕ ਗਰੀਬ, ਦਾਸਨ ਦਾਸ ਨਾਨਕ, ਤੇਰੇ ਚਾਕਰਾ ਪਾ ਖਾਕ ਨਾਨਕ। ਆਪਣੇ ਆਪ ਨੂੰ ਗੁਰੂ ਨਹੀਂ ਕਹਿੰਦੇ ਨੇ। ਐਸੇ ਲਫ਼ਜ਼ ਇਤਨੀ ਨਮਰਤਾ ਨਾਲ ਵਰਤਦੇ ਨੇ ਕਿ ਦੁਨੀਆ ਦਾ ਕੋਈ ਵੀ ਮਨੁੱਖ ਇਸ ਬਾਣੀ ਨੂੰ ਫਸਟ ਪਰਸਨ ਦੀ ਲੈਂਗੁਏਜ ਵਿੱਚ ਪੜ੍ਹ ਕੇ ਆਪਣੇ ਤੇ ਅਪਲਾਈ ਕਰੇਗਾ, ਉਹਦੀ ਦੁਬਿਧਾ ਖਤਮ ਹੋ ਜਾਏਗੀ। ਉਹ ਨਾਨਕ ਪਦ ਤੇ ਆ ਕੇ ਵਿਰਾਜਮਾਨ ਹੋ ਗਿਆ। ਨਾਨਕ ਪਾਤਸ਼ਾਹ ਬਿਲਕੁਲ ਆਪਣੇ ਵਰਗਾ ਬਣਾ ਦੇਣਾ ਚਾਹੁੰਦੇ ਨੇ ਸਾਨੂੰ, ਵੀ ਅਦਵੈਤ ਹੋ ਜਾ। ਸੋ ਆਤਮਾ ਪਰ ਆਤਮਾ, ਪਰ मतलब डीमन थॉट्स वाली मन की मत वाले ख्याल विचारधारा। आत्मा रब जी की विचारधारा, रब जी की विचारधारा मेरी कॉन्शियंस, मेरे अंदर वसदा रब, जिसनू जिथों जड़ी भी गल आंदी है उन्होंने असीं कहंदे गुरमुख नादं गुरमुख वेदं। जिथों जड़ी गल आंदी है उन्होंने असीं तुर की बाणी कहंदे आ। ਉਹ ਗੱਲ ਬੇਪਰਵਾਹ ਕਰ ਦਿੰਦੀ ਹੈ, ਉਹ ਗੱਲ ਸਾਨੂੰ ਨਾਨਕ ਭਗਤਾਂ ਸਦਾ ਵਿਕਾਸ ਕਰਾ ਦਿੰਦੀ ਹੈ। ਉਹ ਗੱਲ ਹੀ ਵੇਖਿਆ ਵਿਕਸਿਆ ਬੇਪਰਵਾਹ ਦੀ ਅਵਸਥਾ ਦਿੰਦੀ ਹੈ, ਉਹ ਵਾਲੀ ਮਤ। ਸੋ ਨਿਜਕਰ ਅੰਦਰ ਜਿਹੜੀ ਮਤ ਹੈ ਉਹਨੂੰ ਆਤਮਾ ਕਹਿੰਦੇ ਨੇ, ਮਨ ਕੀ ਮਤ ਨੂੰ ਪਰਾਤਮਾ ਕਹਿੰਦੇ ਨੇ। ਦੋਨੋਂ ਇੱਕ ਕਰ ਲੈ, ਡੁਅਲਿਟੀ ਖਤਮ ਕਰ ਲੈ ਤਾਂ ਤੇਰੀ ਖੇਡ ਬਣ ਜਾਏਗੀ। ਦੂਜਾ ਲਫ਼ਜ਼ ਇਹਨਾਂ ਨੇ ਉਸ ਤੋਂ ਇਲਾਵਾ ਕੀ ਪੁੱਛਿਆ? ਆਤਮਾ ਪਰ ਆਤਮਾ ਤੋਂ ਇਲਾਵਾ ਵੀ ਜੀ ਇਹਨਾਂ ਦਾ ਪਰਮ ਆਤਮਾ ਨੂੰ ਵੀ ਇਹ ਕਹਿ ਰਹੇ ਸੀ ਡਿਫਾਈਨ ਕਰ ਦਿਓ ਜੇ ਪਰਮ ਮੀਨਸ ਕੀ ਹੈਗਾ, ਔਰ ਪਰਮ ਆਤਮਾ ਕੀ ਬਿਲਕੁਲ ਠੀਕ ਸੰਧੀ ਚੇਤ ਹੈ। ਪਰਮ ਪਲਸ ਆਤਮਾ ਇਹਨੂੰ ਇਸ ਤਰ੍ਹਾਂ ਹੀ ਲੈਣਾ, ਔਰ ਪਰਮ ਤੋਂ ਕੀ ਪਾਵੇ ਉਹ ਵੀ ਥੋੜਾ ਜਿਹਾ ਉਹਨਾਂ ਨੇ ਸਵਾਲ। ਹਾਂਜੀ, ਜਦੋਂ ਮੇਰੇ ਮਨ ਕੀ ਮਤ ਦੇ ਨਾਲ ਮੈਂ ਰਹਿੰਦਾ ਹਾਂ ਤਾਂ ਜਿਹੜੀ ਮੇਰੀ ਉਹ ਪਰ ਆਤਮਾ ਹੈ ਨਾ, ਉਸ ਪਰ ਆਤਮਾ ਨੂੰ ਸਤਿਗੁਰ ਦੀ ਮਤ ਦੇ ਕੇ ज्योति ज्योत रली करके परमात्मा बनाना है। परमात्मा मीन्स वननेस विद गॉड, परमात्मा हो गई। जदों तक परमात्मा नहीं बनती है ना मेरे मन की मत तो हट के, जिन्हों असी पर आत्मा कह रहे हैं और पर आत्मा तो बाद आत्मा च मर्ज हो गए, जो तक वो नहीं होंगे ना ता तक दुखी रहते हैं, ता तक अपसेट रहते हैं, ता तक मन की मत नाल अटैचमेंट रहती है।
ਤਾਂ ਇਹਨੂੰ ਕਹਿਣਾ ਪੈਂਦਾ ਇਹ ਮਨ ਪਿਆਰਾ ਤੂੰ ਸਦਾ ਨਹੀਂ ਇਹ ਮਨ ਚੰਚਲਾ परमात्मा नहीं बनया ना ता इनू कहना पै रहा ये मन चंचला चतराई की ना पाया ऐ नहीं होएगा तो तेनों अपनी डीमन थॉट्स वाली चंचलता ही छोड़नी पी सो मन एट प्रेजेंट जदों असीं कहांगे जीर एट 1 नंबर ते ओदी स्टेज है वो जिहड़ी स्टेज मन की मत वाली है उस वेले ओनू आत्मा कहा है और वो जदों अपने आप नू एक्मी ऑफ स्पिरिचुअल लेवल अचीव कर लेंदा है वननेस विद गॉड कर लेंदा है तो परमात्मा बन गया जी दो थर्ड अखर की सी एक सेकंड जी वो हुक्म के बारे में कुछ जिक्र कर रहे थे एक सेकंड करता हुक्म या नियम रूप है जो मनुख ने समझना ते उस करता पुरख पाओ सर्वव्यापी नियम विच कोई भी कार करनी गुरबाणी दा उपदेश है ए मेरे को वो विचार दे रहे सन मेन सवाल की उन्हां दा हो गया मेन उन्हां दा तो सवाल मैनू जितनी समझ है उस हिसाब नाल मैं आंसर कीता है आई थिंक उन्हां दा क्वेश्चन आंसर हो गया होना नहीं ते बाकी सारे सज्जन अपनी विचार साझ करेंगे जी सुखविंदर वीर जी को भी उन्होंने विचार लेने चाहे सुखविंदर वीर जी आप जी भी विचार दे जी प्लीज हाँ जी वीर जी ये विचार करने तो पहला मैं सिर्फ 1 मिनट जिहड़ा दुनिया दे विच डाउट है ना जो साडे सारिਆਂ ਦੇ ਵਿੱਚ डाउट है ਅਸੀਂ ਉਹ क्लीयर करें कि गुरबाणी ना दुनिया आखदी है कि ना जिहड़ी आत्मा है ना ਇਹ ਇੱਕ ਦਿਨ ਮਰ ਜਾਂਦੀ ਹੈ ਤੇ ਪਰਮਾਤਮਾ ਰੱਬ ਜੀ ਦੇ ਅੱਗੇ ਜਾ ਕੇ ਇਹ ਪੇਸ਼ ਹੁੰਦੀ ਹੈ ਤੇ ਇਹਦਾ ਲੇਖਾ ਹੁੰਦਾ ਹੈ ਇਹ ਦੁਨੀਆ ਸਮਝਦੀ ਹੈ ਵੀ ਆਤਮਾ ਪਲ ਪਲ ਮਰਦੀ ਹੈ ਗੁਰਬਾਣੀ ਨਾ ਆਤਮਾ ਵੈਸੇ ਇਹ ਵਾਲੇ ਖਿਆਲ ਬਿਲਕੁਲ ਨਹੀਂ ਰੱਖਦੀ ਗੁਰਬਾਣੀ ਕਹਿੰਦੀ ਹੈ ਆਤਮਾ ਰੱਬ ਜੀ ਦੇ ਅੱਗੇ ਪੇਸ਼ ਨਹੀਂ ਹੁੰਦੀ ਆਤਮਾ ਹੀ ਰੱਬ ਹੈ ਜਿਸ ਨੂੰ ਅੰਦਰ ਵਸਦੇ ਹੁਕਮ ਨਿਯਮ ਵੀ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਹੀ ਗੁਰਬਾਣੀ ਆਤਮਾ ਤੋਂ ਆਤਮਕ ਅੰਦਰਲੇ ਵਸਦੇ ਨਿਯਮਾਂ ਵਿੱਚ ਜਿਹੜੀ ਸਾਡੀ ਸ੍ਰਿਸ਼ਟੀ ਅੰਦਰਲੀ ਸਰੀਰ ਚੱਲ ਰਿਹਾ ਉਸ ਨੂੰ ਆਤਮਾ ਲਫ਼ਜ਼ ਗੁਰਬਾਣੀ ਨੇ ਯੂਜ਼ ਕੀਤਾ ਸੀ ਦੁਨੀਆ ਨੇ ਲੇਕਿਨ ਗੁਰਬਾਣੀ ਨੇ ਇਸ ਨੂੰ ਐਕਸਪਲੇਨ ਕੀਤਾ ਹੈ ਗੁਰਬਾਣੀ ਦੁਨੀਆ ਕਹਿੰਦੀ ਸੀ ਕਿ ਰਾਮ ਹੈ ਕ੍ਰਿਸ਼ਨ ਹੈ ਰੱਬ ਗੁਰਬਾਣੀ ਕਹਿੰਦੀ ਹੈ ਆਤਮਾ ਵਾਸੁਦੇਵ ਗੁਰਬਾਣੀ ਕਹਿੰਦੀ ਸੀ ਰਾਮ ਰੱਬ ਹੈ ਗੁਰਬਾਣੀ ਕਹਿੰਦੀ ਆਤਮ ਰਾਮ ਹੈ ਆਤਮ ਗੁਰਬਾਣੀ ਨੇ ਇਹ ਨਹੀਂ ਕਿਹਾ ਦੁਨੀਆ ਵਾਲੀ ਦੁਨੀਆ ਕਹਿੰਦੀ ਸੀ ਕਿ ਆਤਮਾ ਇੱਕ ਦਿਨ ਮਰੇਗੀ ਤੇ ਰੱਬ ਜੀ ਅੱਗੇ ਪੇਸ਼ ਗੁਰਬਾਣੀ ਕਹਿੰਦੀ ਨਹੀਂ ਆਤਮਾ ਹੀ ਰਾਮ ਹੈ ਆਤਮਾ ਹੀ ਅੰਦਰ ਚੱਲ ਰਹੇ ਜਿਹੜੇ ਨਿਯਮ ਵਾਲਾ ਹੁਕਮਾਂ ਵਾਲਾ ਜਿਹੜੇ ਅੰਦਰ ਕਾਰ ਚੱਲ ਰਹੀ ਹੈ ਉਸ ਪੂਰੇ ਸਿਸਟਮ ਦਾ ਨਾਮ ਆਤਮਾ ਹੈ ਔਰ ਕਹਿੰਦੇ ਇਹ ਪਲ ਪਲ ਲੇਖਾ ਅੰਦਰ ਵਸਦਾ ਮਨ ਦਾ ਲੈਂਦੇ ਹੈ ਮਨ ਦੇ ਕਰਮ ਜਿਸਨੂੰ ਕਹਿੰਦੇ ਨੇ ਨਾ ਕਰਮੀ ਆਪੋ ਆਪਣੀ ਇਹ ਅੰਦਰ ਇਹ ਅੰਦਰ ਚੱਲ ਰਿਹਾ ਸਿਸਟਮ ਆਟੋਮੈਟਿਕਲੀ ਇਹ ਅੰਦਰ ਕਰਮ ਕਿਹੜੇ ਕਰਦੇ ਆ ਅਸੀਂ ਜੋ ਅਸੀਂ ਸੋਚਦੇ ਹਾਂ ਉਸ ਅਕੋਰਡਿੰਗ ਜੋ ਕਰਮ ਕਰਦੇ ਉਹਦਾ ਅੰਦਰ ਆਟੋਮੈਟਿਕਲੀ ਨਾਲ ਨਾਲ ਲੇਖਾ ਅੰਦਰ ਲਿਖਾ ਜਾ ਰਿਹਾ ਆਤਮਾ ਇਹ ਅੰਦਰ ਜਿਹੜਾ ਸਿਸਟਮ ਉਸੇ ਨੂੰ ਆਤਮਾ ਕਹਿੰਦੇ ਔਰ ਇਸ ਸਿਸਟਮ ਦੇ ਵਿੱਚ ਹੀ ਨਾਲ ਦੀ ਨਾਲ ਲੇਖਾ ਚੱਲ ਰਿਹਾ ਹੈ ਗੁਰਬਾਣੀ ਇਹ ਵੀ ਨਹੀਂ ਮੰਨਦੀ ਕਿ ਆਤਮਾ ਮਰਦੀ ਹੈ ਬਿਲਕੁਲ ਨਹੀਂ ਮੰਨਦੀ ਗੁਰਬਾਣੀ ਇਹ ਵੀ ਨਹੀਂ ਕਹਿੰਦੀ ਕਿ ਪਲ ਪਲ ਵੀ ਆਤਮਾ ਮਰਦੀ ਹੈ ਨਾ ਪਲ ਪਲ ਵੀ ਆਤਮਕ ਮੌਤ ਨਹੀਂ ਹੁੰਦੀ ਤੇ ਨਾ ਆਤਮਾ ਦੀ ਕਦੀ ਮੌਤ ਹੁੰਦੀ ਹੈ ਪਲ ਪਲ ਸਾਡਾ ਥਾਟ ਪ੍ਰੋਸੈਸ ਮਰਦਾ ਹੈ ਸਾਡੀ ਮਤ ਬੁਰੇ ਖਿਆਲ ਮਰਦੇ ਆ ਚੰਗੇ ਖਿਆਲ ਆਉਂਦੇ ਆ ਚੰਗੇ ਖਿਆਲ ਮਰਦੇ ਆ ਬੁਰੇ ਖਿਆਲ ਆਉਂਦੇ ਆ ਮਤ ਤੇ ਸਾਡੀ ਬੁੱਧੀ ਮਰਦੀ ਰਹਿੰਦੀ ਹੈ ਅਸੀਂ ਵੀ ਕਈ ਵਾਰ ਕਹਿੰਦੇ ਨੇ ਤੇਰੀ ਮਤ ਮਰ ਗਈ ਹੈ ਤੂੰ ਇਹ ਕੰਮ ਕਰਕੇ ਆਇਆ ਹੈ ਸਾਡੀ ਮਤ ਮਰਦੀ ਹੈ ਸਾਡੇ ਖਿਆਲ ਮਰਦੇ ਆ ਆਤਮਾ ਨਹੀਂ ਮਰਦੀ ਕਦੀ ਵੀ ਹੁਣ ਜਿਹੜਾ ਵੀਰ ਜੀ ਨੇ ਕੁਐਸਚਨ ਪੁੱਛਿਆ ਹੋਇਆ ਨਾ ਇਹ ਦੋ ਅਵਸਥਾਵਾਂ ਨੇ ਦੇਖੋ ਆਤਮਾ ਤਾਂ ਅੰਦਰ ਵਸਤੇ ਰੱਬ ਜੀ ਨੂੰ ਗੁਰਬਾਣੀ ਆਖਦੀ ਹੈ ਆਤਮ ਰਾਮ ਹੈ ਆਤਮ ਸਭ ਆਤਮ ਰਾਮ ਪਸਾਰਿਆ ਸੁਆਮੀ ਆਤਮਾ ਵਾਸੁਦੇਵ ਗੁਰਬਾਣੀ ਆਤਮਾ ਨੂੰ ਅੰਦਰ ਵਸਦੇ ਰੱਬ ਜੀ ਕਰਕੇ ਹੀ ਅੰਦਰ ਵਸਦੇ ਜਿਹੜਾ ਸਿਸਟਮ ਚੱਲ ਰਿਹਾ ਉਹ ਸਾਰੇ ਸਿਸਟਮ ਦਾ ਨਾਮ ਆਤਮਾ ਰੱਖਦੀ ਹੈ ਅੱਗੇ ਇਹਦੇ ਵਿੱਚ ਜਿਹੜੀ ਦੋ ਲਫ਼ਜ਼ ਹੈ ਨਾ ਪਰਾਤਮਾ ਤੇ ਪਰਮਾਤਮਾ ਇਹ ਦੋ ਅਵਸਥਾਵਾਂ ਨੇ ਮਨ ਦੀ ਪਰਾਤਮਾ ਦਾ ਮਤਲਬ ਜਦੋਂ ਮਨ ਆਤਮਾ ਤੋਂ ਤਾਂ ਪਰੇ ਹੁੰਦਾ ਤੇ ਮੈਂ ਦੇ ਨੇੜੇ ਹੁੰਦਾ ਹੈ ਮੈਂ ਵਿੱਚ ਜ਼ਿੰਦਗੀ ਬਤੀਤ ਕਰਦਾ ਜਿਸ ਨੂੰ ਆਪਾਂ ਹਉਮੈ ਦੂਜਾ ਭਾਵ ਵੀ ਕਹਿੰਦੇ ਨੇ ਉਸ ਨੂੰ ਕਹਿੰਦੇ ਨੇ ਪਰ ਆਤਮਾ ਮਨ ਆਤਮਾ ਰੂਪੀ ਰੱਬ ਜੀ ਤੋਂ ਤਾਂ ਦੂਰ ਹੈ ਪਰ ਮੈਂ ਦੇ ਬੜਾ ਨੇੜੇ ਆ ਹਉਮੈ ਦੇ ਬੜਾ ਨੇੜੇ ਆ ਦੂਜੇ ਪਾਸੇ ਅਗਲਾ ਜਿਹੜੀ ਅਵਸਥਾ ਹੈ ਜਦੋਂ ਮਨ ਅੰਦਰ ਵਸਦੇ ਰੱਬ ਜੀ ਦੀ ਆਤਮਾ ਜੀ ਦੀ ਆਵਾਜ਼ ਸੁਣ ਕੇ ਉਸ ਦੇ ਅਕੋਰਡਿੰਗ ਕਾਰ ਕਰਨ ਲੱਗ ਜਾਂਦਾ ਹੈ ਉਸ ਅਵਸਥਾ ਨੂੰ ਕਹਿੰਦੇ ਨੇ ਹੁਣ ਪਰਮ
ਹੁਣ ਮਨ ਮੈਂ ਤੋਂ ਪਰੇ ਹੈ ਤੇ ਆਤਮਾ ਦੇ ਨੇੜੇ ਹੈ। ਉਹਨੂੰ ਕਹਿੰਦੇ ਨੇ ਪਰੇ ਮੈਂ, ਪ੍ਰੇਮ ਜਿਹੜਾ ਪਰਮ ਲਫ਼ਜ਼ ਹੈ ਨਾ, ਉਹ ਹੈ ਮੈਂ ਨੂੰ ਪਰੇ ਕਰਨ ਵਾਲੀ ਅਵਸਥਾ ਦਾ ਨਾਮ। ਪਹਿਲਾ ਮਨ ਕੀ ਸੀ? ਪਹਿਲਾ ਮਨ ਆਤਮਾ ਤੋਂ ਪਰੇ ਸੀ ਤੇ ਮੈਂ ਦੇ ਨੇੜੇ ਸੀ। ਹੁਣ ਮਨ ਪਰੇ ਮੈਂ ਨੇ ਮੈਂ ਨੂੰ ਪਰੇ ਕਰ ਦਿੱਤੀ, ਆਤਮਾ ਦੇ ਨੇੜੇ ਹੋ ਗਿਆ। ਉਹ ਅਵਸਥਾ ਨੂੰ ਕਹਿੰਦੇ ਨੇ ਪਰਮ ਆਤਮਾ। ਉਹ ਅਵਸਥਾ ਹੈ, ਉਹ ਅਵਸਥਾ ਉਹੀ ਹੈ ਜਦੋਂ ਕਿ ਸਤਿਗੁਰੂ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੇ। ਮਤ ਆਂਦੀ ਤੇ ਜਾਂਦੀ ਕੀ ਹੈ? ਹਉਮੈ, ਭੈੜੀ ਮਤ ਜਾਂਦੀ ਹੈ। ਮੈਂ ਵਾਲੀ ਮੈਂ ਉਹ ਵਿੱਚੋਂ ਖੋਵੇ, ਉਹ ਹੈ। ਜਦੋਂ ਸਤਿਗੁਰੂ ਕੀ ਮਤ ਆਂਦੀ ਹੈ ਨਾ, ਉਦੋਂ ਮਨ ਸਾਡੀ ਅਵਸਥਾ ਮੈਂ ਤੋਂ ਦੂਰ ਹੋ ਜਾਂਦੀ ਹੈ। ਉਸ ਨੂੰ ਕਹਿੰਦੇ ਨੇ ਹੁਣ ਸਾਡੇ ਤੋਂ ਮੈਂ ਦੂਰ ਹੋ ਗਿਆ, ਪਰੇ ਮੈਂ। ਪਹਿਲਾ ਮਨ ਮੈਂ ਦੇ ਨੇੜੇ ਸੀ, ਹੁਣ ਮਨ ਮੈਂ ਤੋਂ ਪਰੇ ਹੋ ਗਿਆ ਤੇ ਆਤਮਾ ਦੇ ਨੇੜੇ ਆ ਗਿਆ। ਆਤਮਾ ਦੇ ਨੇੜੇ ਹੀ ਨਹੀਂ ਆਇਆ, ਆਤਮਾ ਵਿੱਚ ਸਤਿਗੁਰੂ ਦੀ ਮੱਤ ਵਿੱਚ ਸਮਾ ਗਿਆ। ਇਹ ਉਹ ਦੋ ਅਵਸਥਾ ਹੈ। ਇਸੀ ਅਵਸਥਾ ਨੂੰ ਹੀ ਕਹਿੰਦੇ ਨੇ ਪਰਮ ਪਵਿੱਤਰ ਅਵਸਥਾ। ਇਹ ਉਹੀ ਅਵਸਥਾ ਬਿਲਕੁਲ ਜਿਹੜਾ ਵੀਰ ਜੀ ਨੇ ਨਾ ਲਫ਼ਜ਼ ਯੂਜ਼ ਕੀਤਾ ਨਾ, ਪਰਮ ਪਵਿੱਤਰ, ਇਸੇ ਨੂੰ ਹੀ ਕਹਿੰਦੇ ਨੇ ਪਵਿੱਤਰ। ਜੀਓ ਨਿਰਮਲ ਬਾਹਰੋਂ ਨਿਰਮਲ ਵਾਲੀ ਪਵਿੱਤਰ ਅਵਸਥਾ ਨੂੰ ਹੀ ਪਰਮ ਆਤਮਾ ਵਾਲੀ ਅਵਸਥਾ ਆਖਿਆ ਜਾਂਦਾ ਹੈ। ਹਾਂਜੀ ਜੀ ਜੀ ਬੜੀ ਸੋਹਣੇ ਤਰੀਕੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਪ੍ਰੇਮ ਨੂੰ ਵੀ ਆਪ ਜੀ ਨੇ ਨਵਾਂ ਇੱਕ ਡੈਫੀਨੇਸ਼ਨ ਦਿੱਤੀ ਹੈ। ਇੱਕ ਪਾਸੇ ਹਉਮੈ ਤੇ ਇੱਕ ਪਾਸੇ ਪਰੇ, ਇਹਨੂੰ ਪਰੇ ਕਰਨਾ, ਉਹੀਓ ਪ੍ਰੇਮ ਹੈ। ਪ੍ਰੇਮ ਨੂੰ ਬੜੀ ਖੂਬਸੂਰਤੀ ਨਾਲ ਖੋਲਿਆ ਆਪ ਜੀ ਨੇ। ਧੰਨਵਾਦ ਆਪ ਜੀ ਦਾ। ਮੇਰੇ ਕੋਲ ਜਸਪਾਲ ਵੀਰ ਜੀ ਦਾ ਜਵਾਬ ਹੋ ਗਿਆ ਹੋਣਾ ਤੇ ਤਜਿੰਦਰ ਵੀਰ ਜੀ ਅਗਲਾ ਕੋਈ ਸਵਾਲ ਹੈ ਤੇ ਆਪ ਜੀ ਲੈ ਲਓ। ਹਾਂਜੀ ਦਾਸ ਕੁਝ ਕਹਿਣਾ ਚਾਹੁੰਦਾ ਹੈ? ਦਾਸ ਹਾਂਜੀ ਵੀਰ ਜੀ ਪਲੀਜ਼। ਹਾਂਜੀ, ਆਤਮ, ਪ੍ਰਾਤਮ ਤੇ ਪਰਮਾਤਮ। ਆਤਮ ਹੈਗਾ ਜਿਹੜਾ ਸਾਡੇ ਅੰਦਰ ਰਾਮ ਦੀ ਅੰਸ਼ ਹੈ। ਪਰ ਆਤਮ ਪਰਾਈ ਆਤਮ ਭਾਵ ਮੇਰੇ ਅੰਦਰ ਰਾਮ ਦੀ ਅੰਸ਼ ਹੈ ਤੇ ਦੂਜੇ ਦੇ ਅੰਦਰ ਵੀ ਜਿਹੜੀ ਰਾਮ ਦੀ ਅੰਸ਼ ਹੈ ਉਹਨੂੰ ਪਰਾਈ ਆਤਮ ਕਹਿੰਦੇ। ਪਰ ਆਤਮ ਦੂਸਰੇ ਦੀ ਇੱਕੋ ਕਰੇ। ਜਦੋਂ ਆਤਮਾ ਚ ਕੋਈ ਫਰਕ ਨਹੀਂ, ਇੱਕ ਕਰੇ ਇੱਕੋ ਜਿਹਾ ਜਾਣੇ। ਦੂਜੇ ਨੂੰ ਵੀ ਉਹਦੀ ਅੰਸ਼ ਰਾਮ ਕੀ ਅੰਸ਼, ਦੂਸਰੇ ਨੂੰ ਵੀ ਪ੍ਰਮਾਤਮਾ ਦੀ ਦਾਤ, ਪ੍ਰਮਾਤਮਾ ਦੀ ਸਿਰਜਣ ਸ਼ਕਤੀ ਜਿਹੜੀ ਹੈਗੀ ਆ, ਭਾਵ ਸਿਰਜਣਾ ਮਨੇ, ਉਹਨੂੰ ਕਹਿੰਦੇ ਆ ਪਰ ਆਤਮ। ਆਤਮ ਇੱਕ ਅਵਸਥਾ ਹੈ ਆਤਮਾ ਦੀ, ਜਿਸ ਆਤਮਾ ਦੀ ਅਵਸਥਾ ਪਰਮ ਬਣ ਜਾਏ, ਪੁੱਤਰ ਬਣ ਜਾਏ, ਵਿਕਾਰਾਂ ਰਹਿਤ ਹੋ ਜਾਏ, ਉਹਨੂੰ ਕਹਿੰਦੇ ਪਰਮ ਆਤਮ, ਨਿਰਮਲ ਆਤਮ, श्रेष्ठ आत्म, उच्ची आत्म, उच्ची अवस्था। इसलिए जो तिने शब्द है, जो आत्म, परमात्म ते परम आत्म, आत्म प्रातम, पराई आत्मा, परमात्मा उच्ची उच्ची अवस्था, ये तिना का जोड़ा गुरबाणी के अनुसार दास नूं सोझी हो उहदे मुताबिक यही अर्थ आउंदियां जी कि आत्म साडे मन का, आत्म आत्म राम पछाणा, जिवें सिकंदर वीर जी कहते कहो कबीर हम राम की अंश या मन तो जोत स्वरूप है, वो है आत्म। परमात्म आत्म प्रातम पराई आत्म ते परमात्म उच्ची अवस्था, चाहे वो दूजे की उच्ची अवस्था है, चाहे फस्ट पर्सन की उच्ची अवस्था किसी की भी हो सकती है। तो ये तिने लफ्जों के दास मुताबिक ये अर्थ है जी। वाहिगुरू जी का खालसा, वाहिगुरू जी। धन्यवाद इकबाल जी जी। आप जी ने 3 अक्षरों का इस्तेमाल किया, तीनों ने आपने डिफाइन करना किया। आप जी धन्यवाद आप जी का। तजिंदर जी अगला सवाल ले लीजिए। ਵੀ ਜੀ ਸਮਾਂ ਹੋ ਗਿਆ। ਮੈਂ ਸ਼ਬਦ ਜਿਹੜਾ ਕੱਲ ਵਿਚਾਰ ਲੈਣੀ ਹੈ ਉਹ ਪਾਤਾ ਹੈ ਮੈਸੇਜ ਵਿੱਚ। ਵੀ ਜੀ ਉਹ ਕੱਲ ਲੈ ਲਾਂਗੇ, ਸਮਾਂ ਹੋ ਗਿਆ। ਹੁਣ ਫਤਿਹ ਦੀ ਸਾਂਝ ਕਰਨੀ ਹੈ।